ਹੁਣ ਸੁਣੋ ਗੱਲ ਤੇ ਗੱਲ ਐਕਸਕਲੂਸਿਵਲੀ ਔਨ ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫੋਲੋ ਕਰੋ। ਹੁਣ ਕੱਲ੍ਹ ਹੀ ਇੱਕ ਮੌਤ ਹੋਈ ਆ ਨਾ, ਕਿੰਨੇ ਮੁੰਡੇ ਸੀ ਉੱਥੇ, ਕਿੰਨੇ ਲੋਕਾਂ ਦੇ ਅੰਦਰ ਇਹ ਜਜ਼ਬਾ ਸੀ ਵੀ ਯਾਰ ਬਹੁਤ ਮਤਲਬ ਬੇਵਕਤ ਇੱਕ ਬੰਦਾ ਤੁਰ ਗਿਆ ਹੈ ਨਾ। ਚਲੋ ਜੋ ਹੋਇਆ ਜਿਵੇਂ ਹੋਇਆ ਪਰਮਾਤਮਾ ਦੀ ਰਜ਼ਾ 'ਚ ਹੋਇਆ, ਪਰ ਕੀ ਉਸ ਹਾਦਸੇ ਤੋਂ ਅਸੀਂ ਕੁਝ ਸਿੱਖਿਆ? ਅਸੀਂ ਆਪਣੇ ਆਪ 'ਚ ਕੁਝ ਬਦਲਾਅ ਕੀਤੇ? ਪੜ੍ਹੇ ਲਿਖੇ ਦਾ ਪੰਜਾਬੀ ਬੋਲਣਾ ਇਨਸਲਟਿੰਗ ਆ, ਇਹ ਕਿਹਨੇ ਤੈਅ ਕੀਤਾ? ਸਾਡਾ ਧਿਆਨ ਨਾ ਜਿਹੜੀਆਂ ਚੀਜ਼ਾਂ 'ਤੇ ਹੋਣਾ ਚਾਹੀਦਾ ਸੀ ਜਾਂ ਦਵਾਇਆ ਜਾਣਾ ਚਾਹੀਦਾ ਸੀਗਾ ਉਧਰ ਨੂੰ ਗਿਆ ਹੀ ਨਹੀਂਗਾ ਕਦੇ। ਸਾਡੀ ਕੌਮ ਦੀ ਫਿਤਰਤ ਇਹ ਆ ਵੀ ਉਹ ਕਿਸੇ ਤੇ ਜ਼ੁਲਮ ਹੁੰਦਾ ਸਹਿੰਦੀ ਨਹੀਂ ਹੈ ਨਾ, ਤੇ ਆਪਦੇ ਆਪ ਨੂੰ ਲੈ ਕੇ ਉਹ ਕਿੰਨੀ ਦਲੇਰ ਆ, ਸਾਡਾ ਸੁਭਾਅ ਕਿੰਨੀ ਦਲੇਰੀ ਵਾਲਾ ਹੈ ਨਾ। ਪਰ ਹਮੇਸ਼ਾ ਆਪਣੇ ਆਪ ਨੂੰ ਸਵਾਲ ਕਰੋ ਕਿ ਜੋ ਮੈਂ ਚੀਜ਼ ਦੇਖ ਰਿਹਾ, ਸੁਣ ਰਿਹਾ, ਪੜ੍ਹ ਰਿਹਾ, ਕੀ ਇਹ ਮੈਨੂੰ ਕੋਈ ਸਿੱਖਿਆ ਦੇ ਰਹੀ ਹੈ? ਕੀ ਇਹ ਮੇਰੇ ਜ਼ਿਹਨ ਨੂੰ ਤੰਦਰੁਸਤ ਕਰੂਗੀ? ਹਾਂ। ਕਿਸੇ ਨੂੰ ਦੱਸੂਗੀ ਵੀ ਮੇਰੇ ਨਿਆਣੇ ਨੂੰ ਪੰਜਾਬੀ ਬੜੀ ਔਖੀ ਲੱਗਦੀ ਆ ਹਨਾ, ਤੇ ਉਹ ਦੱਸਣ 'ਚ ਸਾਨੂੰ ਮਾਣ ਮਹਿਸੂਸ ਹੁੰਦਾ, ਜਦ ਕਿ ਸਾਨੂੰ ਉੱਥੇ ਸ਼ਰਮ ਆਉਣੀ ਚਾਹੀਦੀ ਆ ਉਹ ਦੱਸਣ ਲੱਗੇ ਹਨਾ। ਆਪਣਾ ਮੂਲ ਪਛਾਣਨ ਦੇ ਲਈ ਅਸੀਂ ਇਸ ਟਾਈਮ ਕੁਝ ਵੀ ਨਹੀਂ ਕਰ ਰਹੇ ਹੈਗੇ ਵੀ ਅਸੀਂ ਕੀ ਆ, ਅਸੀਂ ਕਿੱਥੋਂ ਨੂੰ ਬਿਲੋਂਗ ਕਰਦੇ ਹਾਂ, ਕਿਹੜੀ ਸਾਡੀ ਕੌਮ ਆ ਹਨਾ, ਜਾਂ ਕੀ ਸਾਡਾ ਇਤਿਹਾਸ ਰਿਹਾ। ਪੰਜਾਬ 'ਚ ਉਹਨਾਂ ਸਕੂਲਾਂ 'ਚ ਪੜ੍ਹੇ ਹੋਏ ਨਿਆਣੇ ਜਿੱਥੇ ਭਾਵੇਂ 20,000 ਮਹੀਨੇ ਦੀ ਫੀਸ ਹੋਵੇ, ਉਹਨਾਂ ਨਾਲੋਂ ਜ਼ਿਆਦਾ ਅਕਲਮੰਦ ਉਹ ਨਿਆਣੇ ਹੁੰਦੇ ਨੇ ਜਿਹੜੇ ਆਮ ਘਰਾਂ 'ਚ ਪਲੇ ਬੜੇ ਨੇ। ਕੱਲ੍ਹ ਨੂੰ ਸਾਡੇ ਘਰਾਂ ਦੇ ਵਿੱਚ ਜਦੋਂ ਕਰਤਾਰ ਸਿੰਘ ਸਰਾਭੇ ਜਾਂ ਕਿਸੇ ਵੀ ਜਰਨੈਲ ਦੀ ਫੋਟੋ ਲੱਗੀ ਹੋਊਗੀ ਤਾਂ ਬੱਚਿਆਂ ਨੂੰ ਪਤਾ ਹੋਊਗਾ ਕਿ ਇਹ ਕੋਈ ਬਹੁਤ ਇੰਪੋਰਟੈਂਟ ਪਰਸਨ ਆ ਜਿਹਨੂੰ ਸਾਡੇ ਘਰ ਦੇ ਵਿੱਚ ਮਤਲਬ ਇੰਨਾ ਮਹੱਤਵ ਦਿੱਤਾ ਗਿਆ, ਤਾਂ ਉਸ ਪਰਸਨ ਬਾਰੇ ਜਾਣਨ ਦੀ, ਖੋਜ ਕਰਨ ਦੀ ਜ਼ਰੂਰ ਸੋਚੂਗਾ। ਤੁਹਾਡੀ ਕੌਮ ਨੂੰ ਤੁਸੀਂ ਖੁਦ ਪ੍ਰੈਜ਼ੈਂਟ ਕਰਦੇ ਹੋ। ਮੈਨੂੰ ਦੇਖ ਕੇ ਕੋਈ ਕਵੇ ਵੀ ਹਾਂ ਇਹ ਇਹੋ ਜਿਹੇ ਖਾਨਦਾਨ 'ਚੋਂ ਹੋਊਗੀ, ਇਹ ਇਹੋ ਜਿਹੇ ਟੱਬਰ 'ਚ ਜੰਮੀ ਹੋਊ। ਮਤਲਬ ਕਿਸੇ ਦਾ ਮਰਨਾ ਵੀ ਸਿਰਫ ਸਾਡੇ ਲਈ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਜਾਂ ਇੱਕ ਪੋਸਟ ਬਣ ਗਈ ਆ ਜਾਂ ਸਾਡੇ ਲਈ ਇੱਕ ਖਬਰ ਬਣ ਗਈ ਆ ਹਨਾ। ਜਿਹਦਾ ਦੁਨੀਆ ਨੂੰ ਕੋਈ ਵੱਡਾ ਦੇਣ ਸੀ, ਉਸ ਬੰਦੇ ਲਈ ਹਰੇਕ ਦੇ ਦਿਲ 'ਚ ਦਰਦ ਤੇ ਅੱਖ 'ਚ ਹਨਾ ਹੰਝੂ ਜ਼ਰੂਰ ਹੋਣਾ ਚਾਹੀਦਾ। ਸਾਡੀ ਇੱਕ ਰਿਸ਼ਤੇਦਾਰ ਨੇ ਤਾਂ ਉਹ ਸ਼ਹਿਰ ਰਹਿੰਦੇ ਨੇ, ਤਾਂ ਉਹਨਾਂ ਦੇ ਬੱਚੇ ਇਹ ਦੱਸਣ 'ਚ ਸ਼ਰਮ ਮਹਿਸੂਸ ਕਰਦੇ ਹੁੰਦੇ ਸੀ ਵੀ ਸਾਡੇ ਨਾਨਕੇ ਇੱਕ ਪਿੰਡ 'ਚ ਨੇ। ਕਰਤਾਰ ਸਿੰਘ ਸਰਾਭਾ ਜੀ 19 ਸਾਲ ਦੇ ਸੀ, ਤੇ ਅੱਜ ਦੇ 19 ਸਾਲ ਦੇ ਨਿਆਣੇ ਨੂੰ ਜੇ ਤੁਸੀਂ ਇੱਕ ਦਿਨ ਘਰ ਦੀ ਜ਼ਿੰਮੇਵਾਰੀ ਵੀ ਦੇ ਜਾਓਗੇ ਨਾ, ਤਾਂ ਆਉਂਦਿਆਂ ਨੂੰ ਤੁਹਾਨੂੰ ਪਤਾ ਲੱਗ ਜੂ ਵੀ ਯਾਰ ਮੇਰੇ ਬਿਨਾਂ ਨਹੀਂ ਸੀ ਸਰ ਸਕਦਾ, ਇਹਦੇ ਪੱਲੇ ਕੁਛ ਵੀ ਨਹੀਂ ਹੈਗਾ। ਕਿ ਕੋਈ ਤੁਰ ਗਿਆ ਸਾਨੂੰ ਫਰਕ ਹੀ ਨਹੀਂ ਪੈਂਦਾ ਹੈਗਾ। ਸਾਨੂੰ ਲੱਗਦਾ ਵੀ ਉਹਦੀ ਫੋਟੋ ਸ਼ੇਅਰ ਕਰੋ, ਰੈਸਟ ਇਨ ਪੀਸ ਲਿਖੋ ਤੇ ਮੇਰੀ ਡਿਊਟੀ ਖਤਮ ਹੋ ਗਈ ਆ। ਆਪਾਂ ਉੱਥੇ ਸ਼ਰਮ ਕਰਦੇ ਹੋ ਨਾ, ਥੋੜ੍ਹੀ ਜਿਹੀ ਵੀ ਵਧੀਆ ਨਹੀਂ ਲੱਗਦਾ ਹੈਗਾ ਵੀ ਇਸ ਟਾਈਮ ਮਾਹੌਲ ਸਹੀ ਨਹੀਂ ਹੈਗਾ ਨਾ। ਸਾਨੂੰ ਉਹਨਾਂ ਚੀਜ਼ਾਂ ਦਾ ਭੈਣੇ ਫਰਕ ਪੈਣੋਂ ਹੀ ਹਟ ਗਿਆ। ਸਤਿ ਸ਼੍ਰੀ ਅਕਾਲ, ਬੀ ਸੋਸ਼ਲ ਵੇਖ ਰਹੇ ਹੋ ਤੁਸੀਂ। ਪ੍ਰੋਗਰਾਮ ਹੈ ਗੱਲ ਤੇ ਗੱਲ। ਮੈਂ ਰੁਪਿੰਦਰ ਕੌਰ ਸੰਧੂ। ਬਲਵੰਤ ਗਾਰਗੀ ਕਿਤਾਬ ਸ਼ਰਬਤ ਦੀਆਂ ਘੁੱਟਾਂ 'ਚ ਇੱਕ ਲੇਖ ਲਿਖਦੇ ਨੇ, ਜਿਸ 'ਚ ਉਹਨਾਂ ਨੇ ਲਿਖਿਆ ਕਿ ਨੋਰਾ ਰਿਚਰਡ, ਜਿਨ੍ਹਾਂ ਨੂੰ ਪੰਜਾਬੀ ਥੀਏਟਰ ਦੇ ਪਿਤਾਮਾ ਕਿਹਾ ਜਾਂਦਾ, ਜਦੋਂ ਬਟਵਾਰੇ ਤੋਂ ਪਹਿਲਾਂ ਉਹ ਸਾਡੇ ਮੁਲਕ 'ਚ ਆਏ ਤਾਂ ਲਾਹੌਰ ਵਿਖੇ ਉਹਨਾਂ ਨੇ ਪੰਜਾਬੀ ਮੁੰਡਿਆਂ ਨੂੰ ਅੰਗਰੇਜ਼ੀ ਵਿੱਚ ਥੀਏਟਰ ਕਰਦੇ ਦੇਖਿਆ, ਤਾਂ ਉਹਨਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਸੀ ਕਿ ਜਿਸ ਮੁਲਕ ਦੇ ਬਸ਼ਿੰਦੇ ਤੁਸੀਂ ਹੋ ਜਾਂ ਜਿਸ ਬੋਲੀ ਦੇ ਤੁਸੀਂ ਜਾਣਕਾਰ ਹੋ, ਤਾਂ ਤੁਹਾਨੂੰ ਹਮੇਸ਼ਾ ਆਪਣੀ ਗੱਲ ਉਸੇ ਜ਼ੁਬਾਨ 'ਚ ਕਹਿਣੀ ਚਾਹੀਦੀ ਆ, ਤਾਂ ਉਹ ਦੂਜੇ ਲੋਕਾਂ ਤੱਕ ਜ਼ਿਆਦਾ ਪਹੁੰਚਦੀ ਹੈ। ਬਿਲਕੁਲ ਉਸੇ ਤਰ੍ਹਾਂ ਜਿਸ ਮੁਲਕ 'ਚ ਅਸੀਂ ਰਹਿੰਦੇ ਹਾਂ, ਸਾਨੂੰ ਉਸ ਮੁਲਕ ਨਾਲ ਮੁਹੱਬਤ ਹੋਣੀ ਚਾਹੀਦੀ ਹੈ। ਜਿਸ ਸੱਭਿਆਚਾਰ 'ਚ ਅਸੀਂ ਪਲੇ ਬੜੇ ਹਾਂ, ਸਾਨੂੰ ਉਸ ਸੱਭਿਆਚਾਰ ਨਾਲ ਮੁਹੱਬਤ ਹੋਣੀ ਚਾਹੀਦੀ ਆ। ਆਪਣੇ ਪਹਿਰਾਵੇ, ਆਪਣੀ ਬੋਲੀ ਦੇ ਉੱਪਰ ਤੁਹਾਨੂੰ ਨਾਜ਼ ਹੋਣਾ ਚਾਹੀਦਾ। ਇਸੇ ਤਰ੍ਹਾਂ ਜਿਨ੍ਹਾਂ ਜੜ੍ਹਾਂ 'ਚੋਂ ਅਸੀਂ ਪੈਦਾ ਹੁੰਦੇ ਹਾਂ, ਬਿਲਕੁਲ ਉਸ ਕੌਮ ਦੇ ਕੁਝ ਕੁ ਸੁਭਾਅ ਹੁੰਦੇ ਨੇ, ਸਾਨੂੰ ਉਹਨਾਂ ਦੇ ਉੱਪਰ ਵੀ ਫਕਰ ਹੋਣਾ ਚਾਹੀਦਾ। ਪਰ ਕਿਤੇ ਨਾ ਕਿਤੇ ਅਸੀਂ ਬਹੁਤ ਅੱਗੇ ਤਾਂ ਵੱਧ ਗਏ ਹਾਂ, ਪਰ ਸਾਡੀਆਂ ਜੜ੍ਹਾਂ ਨੇ ਜਿਹੜੀਆਂ ਉਹ ਕਮਜ਼ੋਰ ਹੁੰਦੀਆਂ ਜਾ ਰਹੀਆਂ ਨੇ। ਅਸੀਂ ਉਹਨਾਂ ਚੀਜ਼ਾਂ ਨਾਲੋਂ ਟੁੱਟ ਰਹੇ ਹਾਂ। ਬੇਸ਼ੱਕ ਰੋਜ਼ ਦੀ ਜ਼ਿੰਦਗੀ 'ਚ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਨੋਟਿਸ ਕਰਦੇ, ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਅਸੀਂ ਆਪਸੀ ਵਿਹਾਰ ਦੇ ਵਿੱਚ ਰੋਜ਼ ਇੱਕ ਦੂਜੇ ਨੂੰ ਮਿਲਦੇ ਹਾਂ, ਤਾਂ ਲੱਗਦਾ ਹੀ ਹੈ ਕਿ ਸੋਚਣ ਲਈ ਸਾਡਾ ਮਨ ਮਜਬੂਰ ਹੁੰਦਾ ਕਿ ਸੱਚੀ ਕੀ ਅਸੀਂ ਇਹੀ ਹਾਂ। ਬਹੁਤ ਸਾਰੀਆਂ ਘਟਨਾਵਾਂ ਦੇ ਉੱਪਰ ਸਾਡੇ ਜਿਹੜੇ ਜਜ਼ਬਾਤ ਹੁੰਦੇ ਨੇ ਜਾਂ ਸਾਡੇ ਜਿਹੜੇ ਰਿਐਕਸ਼ਨ ਹੁੰਦੇ ਨੇ, ਉਹ ਦੇਖ ਕੇ ਲੱਗਦਾ ਹੁੰਦਾ ਕਿ ਸੱਚੀ ਅਸੀਂ ਉਹੀ ਲੋਕ ਹਾਂ ਜਿਨ੍ਹਾਂ ਬਾਰੇ ਸਾਡੇ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਜਾਂ ਸਾਡੇ ਵੱਡੇ ਬਜ਼ੁਰਗ ਸਾਨੂੰ ਦੱਸਦੇ ਨੇ। ਜੇ ਆਉਣ ਵਾਲੀ ਪੀੜ੍ਹੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਇਹ ਸਾਰਾ ਕੁਝ ਉਹਨਾਂ ਦੀ ਜ਼ਿੰਦਗੀ 'ਚੋਂ ਮਨਫੀ ਹੈ, ਅਤੇ ਕਿਤੇ ਨਾ ਕਿਤੇ ਇਸ ਚੀਜ਼ ਦਾ ਕਾਰਨ ਆ ਜਿਹੜੇ ਅਸੀਂ ਖੁਦ ਵੀ ਹਾਂ, ਕਿਉਂਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ, ਰੋਜ਼ਾਨਾ ਜ਼ਿੰਦਗੀ ਦੇ ਵਿੱਚੋਂ ਇਹਨਾਂ ਚੀਜ਼ਾਂ ਨੂੰ ਮਨਫੀ ਕਰਤਾ।
ਬਹੁਤ ਸੰਜੀਦਾ ਜਿਹਾ ਵਿਸ਼ਾ ਤੁਹਾਨੂੰ ਲੱਗੇਗਾ ਸ਼ਾਇਦ, ਪਰ ਇਹਦੇ ਉੱਪਰ ਗੱਲ ਕਰਨੀ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ। ਤੇ ਗੱਲਬਾਤ ਕਰਨ ਲਈ ਮੇਰੇ ਨਾਲ ਹੋਣਗੇ ਗੁਰਦੀਪ ਗਰੇਵਾਲ, ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣੇ, ਕਿਵੇਂ ਹੋ ਤੁਸੀਂ? ਵਧੀਆ, ਠੀਕ ਹੈ, ਤੁਸੀਂ ਸੁਣਾਓ? ਵਧੀਆ, ਠੀਕ ਠਾਕ। ਮੈਂ ਥੋੜ੍ਹਾ ਜਿਹਾ ਜ਼ਿਆਦਾ ਸੰਜੀਦਗੀ ਜੀ ਨਾਲ ਗੱਲ ਕੀਤੀ ਹੈ ਨਾ, ਪਰ ਮੈਂ ਸੱਚੀ ਜਦੋਂ ਉਸ ਕਿਤਾਬ 'ਚੋਂ ਇਹ ਚੀਜ਼ ਪੜ੍ਹੀ ਸੀ ਤਾਂ ਮੈਨੂੰ ਲੱਗਿਆ ਸੀਗਾ ਕਿ ਬੜੀ ਹੀ ਖੂਬਸੂਰਤ ਗੱਲ ਸੀ ਹੈ ਨਾ। ਜਦੋਂ ਕੋਈ ਦੂਸਰੇ ਮੁਲਕ ਦਾ ਬੰਦਾ ਆ ਕੇ ਤੁਹਾਨੂੰ ਤੁਹਾਡੀ ਬੋਲੀ ਦੀ ਕੀਮਤ ਦੱਸਦਾ ਜਾਂ ਤੁਹਾਡੇ ਸੱਭਿਆਚਾਰ ਦੀ ਕੀਮਤ ਦੱਸਦਾ ਨਾ, ਤਾਂ ਮੈਨੂੰ ਲੱਗਦਾ ਉਹ ਬਹੁਤ ਸ਼ਰਮਨਾਕ ਹੁੰਦਾ ਸਾਡੇ ਲਈ। ਜਦੋਂ ਸਾਨੂੰ ਕੋਈ ਸਮਝਾਵੇ ਵੀ ਤੁਸੀਂ ਕੌਣ ਹੋ ਤੇ ਤੁਸੀਂ ਕਿਵੇਂ ਦੇ ਹੋਣੇ ਚਾਹੀਦੇ ਹੋ ਨਾ। ਤੇ ਗੁਰਦੀਪ, ਤੁਹਾਨੂੰ ਕੀ ਲੱਗਦਾ ਕਿ ਆਪਣੇ ਆਪ ਨੂੰ ਆਪਾਂ ਜਦੋਂ ਵੀ ਦੇਖਦੇ ਹਾਂ ਤੁਹਾਨੂੰ ਲੱਗਦਾ ਹੁੰਦਾ ਕਿ ਅਸੀਂ ਉਹੀ ਲੋਕ ਹਾਂ ਜਿਨ੍ਹਾਂ ਬਾਰੇ ਗੱਲਾਂ ਹੁੰਦੀਆਂ ਨੇ? ਨਹੀਂ, ਕਦੇ ਵੀ ਨਹੀਂ ਲੱਗਦਾ ਹੁੰਦਾ ਭੈਣੇ। ਵੀ ਜਦੋਂ ਆਪਾਂ ਹੁਣੀ ਗੱਲ ਕਰਦੇ ਸੀਗੇ ਵੀ ਜਿਸ ਦਿਨ ਮੈਂ ਸਰਦਾਰ ਊਧਮ ਫਿਲਮ ਦੇਖੀ ਸੀਗੀ ਹੈ ਨਾ, ਤਾਂ ਬਹੁਤ ਸਾਰੇ ਲੋਕਾਂ ਨੇ ਚਲੋ ਉਸ ਫਿਲਮ 'ਤੇ ਇਤਰਾਜ਼ ਵੀ ਕੀਤਾ ਵੀ ਇਹਦੇ ਵਿੱਚ ਇਤਿਹਾਸਿਕ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਪਰ ਜਿਹੜਾ ਕੁੱਲ ਮਿਲਾ ਕੇ ਜਿਹੜਾ ਉਹ ਪ੍ਰਭਾਵ ਸਾਡੇ 'ਤੇ ਛੱਡਦੀ ਆ ਨਾ, ਉਸ ਦਿਨ ਆਪਦੇ ਆਪ 'ਤੇ ਮੈਨੂੰ ਸ਼ਰਮ ਮਹਿਸੂਸ ਹੋਈ ਸੀਗੀ ਵੀ ਅਸੀਂ ਅੱਜ ਤੋਂ ਪਹਿਲਾਂ ਸ਼ਹੀਦ ਊਧਮ ਸਿੰਘ ਬਾਰੇ ਕਦੇ ਇਸ ਤਰੀਕੇ ਨਾਲ ਨਾ ਸੋਚਿਆ, ਨਾ ਉਹਨਾਂ ਬਾਰੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੇ ਸਾਡੇ ਲਈ ਕੀ ਕੀਤਾ ਜਾਂ ਸਾਡੇ ਲਈ ਕੀ ਝੱਲਿਆ ਹੈ ਨਾ। ਆਪਾਂ ਜਿੰਨਾ ਕੁ ਆਪਾਂ ਨੂੰ ਸਕੂਲ ਦੀਆਂ ਕਿਤਾਬਾਂ 'ਚ ਪੜ੍ਹਾਇਆ ਜਾਂਦਾ ਸੀ, ਸਾਡੇ ਲਈ ਸ਼ਹੀਦ ਊਧਮ ਸਿੰਘ ਇੱਕ ਲੇਖ ਸੀਗੇ ਹੁਣ ਤੱਕ ਹੈ ਨਾ। ਅਤੇ ਕਿੰਨੀ ਵਾਰੀ ਆਪਾਂ ਜਲਿਆਂਵਾਲਾ ਬਾਗ ਜਾਂਦੇ ਹਾਂ ਹੈ ਨਾ, ਉੱਥੇ ਜਾ ਕੇ ਕਦੇ ਅਸੀਂ ਉਹਨਾਂ ਭਾਵਨਾਵਾਂ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇੱਥੇ ਕੌਣ ਸਾਡੇ ਲਈ ਕਿਵੇਂ ਕੁਰਬਾਨੀ ਦੇ ਕੇ ਗਿਆ, ਜਾਂ ਉਸ ਸਾਕੇ ਨੇ ਕਿਸੇ ਦੇ ਮਨ ਦੇ ਉੱਪਰ ਕਿੱਡਾ ਅਸਰ ਪਾਇਆ ਹੋਊਗਾ, ਤਾਂ ਉਹਨੇ ਆਪਣੀ ਪੂਰੀ ਜ਼ਿੰਦਗੀ ਸਾਡੀ ਕੌਮ ਦੇ ਲਈ ਹੈ ਨਾ ਕੁਰਬਾਨ ਕਰਤੀ, ਜਾਂ ਇੱਕ ਬਦਲੇ ਲਈ ਉਹ ਜਿਹੜਾ ਕਿ ਉਹਦੀ ਕੌਮ ਨਾਲ ਵਾਪਰਿਆ ਸੀਗਾ ਹੈ ਨਾ, ਉਹਦਾ ਬਦਲਾ ਲੈਣ ਲਈ ਉਹਨੇ ਆਪਣੀ ਪੂਰੀ ਜ਼ਿੰਦਗੀ ਇੰਤਜ਼ਾਰ ਕੀਤਾ ਹੈ ਨਾ। ਤਾਂ ਮੈਨੂੰ ਲੱਗਦਾ ਉਹਦਾ ਇੱਕ ਬਹੁਤ ਵੱਡਾ ਰੀਜ਼ਨ ਆ ਕਿ ਸਾਡਾ ਧਿਆਨ ਨਾ ਜਿਹੜੀਆਂ ਚੀਜ਼ਾਂ 'ਤੇ ਹੋਣਾ ਚਾਹੀਦਾ ਸੀ ਜਾਂ ਦਵਾਇਆ ਜਾਣਾ ਚਾਹੀਦਾ ਸੀਗਾ, ਉੱਧਰ ਨੂੰ ਗਿਆ ਹੀ ਨਹੀਂ ਗਾ ਕਦੇ। ਹਿਸਟਰੀ ਸਾਨੂੰ ਹਮੇਸ਼ਾ ਤੋਂ ਹੀ ਬਹੁਤ ਭਾਰੀ ਅਤੇ ਬਹੁਤ ਔਖੀ ਲੱਗਦੀ ਆਈ ਆ ਹੈ ਨਾ। ਉਹ ਮਤਲਬ ਸੱਚੀ ਜਿਹਨੂੰ ਆਪਾਂ ਮਜ਼ਾਕ 'ਚ ਵੀ ਕਹੀਏ, ਆਪਾਂ ਨੂੰ ਜਦੋਂ ਆਪਾਂ ਪੜ੍ਹਦੇ ਵੀ ਹੁੰਦੇ ਸੀਗੇ, ਆਪਾਂ ਨੂੰ ਹਿਸਟਰੀ ਦਾ ਸਬਜੈਕਟ ਬੜਾ ਔਖਾ ਲੱਗਦਾ ਹੁੰਦਾ ਸੀਗਾ ਵੀ ਤਰੀਕਾਂ ਯਾਦ ਰੱਖਣੀਆਂ ਪੈਂਦੀਆਂ ਨੇ, ਨਾਂ ਯਾਦ ਰੱਖਣੇ ਪੈਂਦੇ ਨੇ ਹੈ ਨਾ। ਕਿਉਂਕਿ ਸਾਨੂੰ ਇਹ ਹੁੰਦਾ ਸੀਗਾ ਕਿ ਤੁਸੀਂ ਇਹ ਕਿਤਾਬ ਪੜ੍ਹਨੀ ਹੈ, ਇਹ ਤੁਹਾਡੇ ਸਿਲੇਬਸ ਦਾ ਹਿੱਸਾ, ਇਹਨੂੰ ਪੜ੍ਹ ਕੇ ਤੁਸੀਂ ਪੇਪਰ 'ਚੋਂ ਪਾਸ ਹੋਣਾ ਵਾ। ਸਾਨੂੰ ਕਦੇ ਉਸ ਹਿਸਟਰੀ ਦੀ ਇੰਪੋਰਟੈਂਸ ਸਮਝਾਈ ਹੀ ਨਹੀਂ ਗਈ। ਸਾਨੂੰ ਹੁਣ ਤੱਕ ਹਿਸਟਰੀ ਇਹੀ ਲੱਗਦੀ ਰਹੀ ਆ ਕਿ ਇਹ ਕਿਤਾਬ ਪੜ੍ਹ ਲਈ ਤੁਸੀਂ, 12ਵੀਂ 'ਚ ਤੁਸੀਂ ਪੰਜਾਬ ਦਾ ਇਤਿਹਾਸ ਪੜ੍ਹਨਾ, ਉਸ ਤੋਂ ਬਾਅਦ ਤੁਸੀਂ ਗ੍ਰੈਜੂਏਸ਼ਨ 'ਚ ਜਦੋਂ ਤੁਸੀਂ ਆ ਜਾਂਦੇ ਹੋ ਤੁਸੀਂ ਵਰਲਡ ਹਿਸਟਰੀ ਪੜ੍ਹਦੇ ਰਹਿੰਦੇ ਹੋ, ਹਿਸਟਰੀ ਦੇ ਪੇਪਰ 'ਚੋਂ ਪਾਸ ਹੋਣਾ ਜ਼ਰੂਰੀ ਹੈ ਨਾ। ਪਰ ਜੇ ਉਹਨਾਂ ਚੀਜ਼ਾਂ ਦੀ ਅਹਿਮੀਅਤ ਸਾਨੂੰ ਸ਼ੁਰੂ ਤੋਂ ਹੀ ਦੱਸੀ ਜਾਂਦੀ, ਸਕੂਲਾਂ ਤੋਂ ਦੱਸੀ ਜਾਂਦੀ ਹੈ ਨਾ, ਕਾਲਜਾਂ 'ਚ ਆ ਕੇ ਸਾਨੂੰ ਦੱਸੀ ਜਾਂਦੀ, ਸਾਨੂੰ ਜਿਹੜੇ ਪਾਠ ਨੇ ਉਹ ਉਸ ਤਰੀਕੇ ਨਾਲ ਪੜ੍ਹਾਏ ਜਾਂਦੇ, ਸਾਨੂੰ ਉਹਨਾਂ ਥਾਵਾਂ 'ਤੇ ਲਿਜਾਇਆ ਜਾਂਦਾ ਜਿਨ੍ਹਾਂ ਦਾ ਸਿੱਖ ਇਤਿਹਾਸ ਦੇ ਵਿੱਚ ਜਾਂ ਸਾਡੇ ਇਤਿਹਾਸ ਦੇ ਵਿੱਚ ਬਹੁਤ ਵੱਡਾ ਮਹੱਤਵ ਆ ਹੈ ਨਾ। ਸਾਡੇ ਸਕੂਲਾਂ ਦੇ ਟੂਰ ਵੀ ਜਦੋਂ ਜਾਂਦੇ ਨੇ ਅਸੀਂ, ਮਤਲਬ ਫਨ ਵਰਲਡ ਚਲੇ ਜਾਂਦੇ ਹਾਂ, ਅਸੀਂ ਵਾਟਰ ਪਾਰਕ ਚਲੇ ਜਾਂਦੇ ਹਾਂ, ਸ਼ਿਮਲੇ ਚਲੇ ਜਾਂਦੇ ਹਾਂ, ਮਤਲਬ ਜਾਂ ਤਾਂ ਸਾਨੂੰ ਪਹਾੜਾਂ ਵੱਲ ਲਿਜਾਇਆ ਜਾਂਦਾ ਹੈ ਜਾਂ ਫਿਰ ਸਾਨੂੰ ਜਿੱਥੇ ਬਹੁਤ ਝੂਲੇ ਹੁੰਦੇ ਨੇ ਜਦੋਂ ਆਪਾਂ ਛੋਟੇ ਹੁੰਦੇ, ਵੱਧ ਤੋਂ ਵੱਧ ਸਾਨੂੰ ਜ਼ਿਆਦਾ ਤੋਂ ਜ਼ਿਆਦਾ ਚਿੜੀਆ ਘਰ ਲੈ ਕੇ ਜਾਂਦੇ ਨੇਗੇ ਹੈ ਨਾ। ਬਿਲਕੁਲ। ਸਾਨੂੰ ਕਦੇ ਉਹਨਾਂ ਥਾਵਾਂ 'ਤੇ ਨਹੀਂ ਲਿਜਾਇਆ ਜਾਂਦਾ ਜਿੱਥੋਂ ਦਾ ਮਤਲਬ ਜਿੱਥੇ ਸਾਡੀਆਂ ਜੜ੍ਹਾਂ ਜੁੜੀਆਂ ਹੋਈਆਂ ਨੇ, ਜਿੱਥੋਂ ਨਾਲ ਸਾਡਾ ਪਿਛੋਕੜ ਜੁੜਿਆ ਹੋਇਆ ਹੈ ਨਾ, ਜਾਂ ਉਹਨਾਂ ਥਾਵਾਂ 'ਤੇ ਨਹੀਂ ਲਿਜਾਇਆ ਜਾਂਦਾ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਮਹੱਤਵ ਆ। ਇਸ ਕਰਕੇ ਸਾਨੂੰ ਸ਼ੁਰੂ ਤੋਂ ਹੀ ਕਦੇ ਬਹੁਤ ਵੱਡੀਆਂ ਨਹੀਂ ਲੱਗੀਆਂ ਹੈ ਨਾ। ਤੁਸੀਂ ਦੇਖਿਓ ਵੀ ਆਪਣੇ ਨਾਲੋਂ ਉਹਨਾਂ ਬੱਚਿਆਂ ਦਾ ਬਹੁਤ ਜ਼ਿਆਦਾ ਫਰਕ ਹੁੰਦਾ ਜਿਨ੍ਹਾਂ ਦੇ ਘਰ ਦਾ ਮਾਹੌਲ ਥੋੜ੍ਹਾ ਜਿਹਾ ਅਲੱਗ ਹੁੰਦਾ ਹੈ ਨਾ, ਜਿਨ੍ਹਾਂ ਦੇ ਘਰਾਂ ਦੇ ਵਿੱਚ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਜਾਂ ਫਿਰ ਆਪਣੀ ਇਤਿਹਾਸ ਦੀਆਂ ਬਹਾਦਰ ਕਹਾਣੀਆਂ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ ਸੀ, ਉਹਨਾਂ ਦਾ ਰਵੱਈਆ ਅਤੇ ਆਪਣੇ ਰਵੱਈਏ 'ਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ ਨਾ। ਉਹ ਅੱਜ ਵੀ ਜਦੋਂ ਗੱਲ ਕਰਦੇ ਨਾ, ਅੱਜ ਵੀ ਜਦੋਂ ਆਪਾਂ ਗੱਲ ਕਰਦੇ ਹਾਂ, ਅੱਜ ਵੀ ਸਾਨੂੰ ਹਿਸਟਰੀ ਬਹੁਤ ਭਾਰੀ ਲੱਗਦੀ ਆ। ਆਪਾਂ ਨੂੰ ਹੁੰਦਾ ਵੀ ਯਾਰ ਇਹ ਸੀਰੀਅਸ ਜਿਹਾ ਟੌਪਿਕ ਨਾ ਛੇੜੋ, ਯਾਰ ਇਹ ਭਾਰੀਆਂ ਜਿਹੀਆਂ ਗੱਲਾਂ ਨਾ ਕਰੋ ਹੈ ਨਾ, ਕਿਉਂਕਿ ਆਪਾਂ ਉਸ ਚੀਜ਼ ਤੋਂ ਹਮੇਸ਼ਾ ਭੱਜਣਾ ਚਾਹੁੰਦੇ ਹਾਂ। ਆਪਾਂ ਨੂੰ ਲੱਗਦਾ ਕਿ ਨਹੀਂ, ਜੇ ਅਸੀਂ ਉਸ ਚੀਜ਼ ਨੂੰ ਸਮਝਾਂਗੇ ਸਾਨੂੰ ਉਸ ਚੀਜ਼ ਵੱਲ ਮੁੜਨਾ ਪਊ। ਸਾਨੂੰ ਆਪਦੇ ਆਪ 'ਤੇ ਇੰਨਾ ਭਰੋਸਾ ਨਹੀਂ ਹੈਗਾ ਵੀ ਅਸੀਂ ਉਹਨਾਂ ਮਰਿਆਦਾ 'ਤੇ ਜਾਂ ਆਪਦੇ ਇਤਿਹਾਸ ਜੋ ਸਾਨੂੰ ਰਾਹ ਦਿਖਾਉਂਦਾ ਅਸੀਂ ਉਹਦੇ 'ਤੇ ਤੁਰਨ ਲਾਇਕ ਹੈਗੇ ਹਾਂ। ਬਿਲਕੁਲ। ਸੋ ਮੈਨੂੰ ਲੱਗਦਾ ਵੀ ਇਹਨਾਂ ਚੀਜ਼ਾਂ ਦੀ ਸ਼ੁਰੂਆਤ ਘਰਾਂ 'ਚੋਂ, ਚੀਜ਼ਾਂ ਦੀ ਸ਼ੁਰੂਆਤ ਸਕੂਲਾਂ ਕਾਲਜਾਂ ਤੋਂ ਹੋਣੀ ਚਾਹੀਦੀ ਸੀਗੀ। ਪਰ ਅਫਸੋਸ ਵੀ ਸਾਡੇ ਸਕੂਲਾਂ ਕਾਲਜਾਂ ਦੇ ਵਿੱਚ ਸਾਡਾ ਇਤਿਹਾਸ ਆ ਜਿਹੜਾ ਉਹ ਇੱਕ ਸਾਡੇ ਲਈ ਇੱਕ ਵਿਸ਼ਾ ਵਾ। ਨਿਆਣਿਆਂ ਨੂੰ ਹੁੰਦਾ ਕਿ ਇਹਨੂੰ ਪੜ੍ਹ ਕੇ ਬਸ ਮੈਂ ਪਾਸ ਹੋਣਾ ਹੈ ਨਾ।
ਘਰਾਂ ਦੇ ਵਿੱਚ ਵੀ ਹੁਣ ਆਪਣੇ ਨਿਆਣਿਆਂ ਨੂੰ ਭੈਣੇ ਇਤਿਹਾਸ ਕਿੱਥੋਂ ਪਤਾ ਲੱਗਣਾ ਵਾ ਹਨਾ, ਕਿਉਂਕਿ ਸਾਨੂੰ ਆਪ ਨੂੰ ਨਹੀਂ ਪਤਾ ਹੈਗਾ ਹਨਾ। ਜਿਵੇਂ ਹੁਣ ਸਾਡੇ ਜਿਹੜੇ ਨਾਨਾ ਜੀ ਸੀਗੇ, ਸਾਡਾ ਮੇਰਾ ਨਾਨਕਾ ਪਿੰਡ ਰਾੜਾ ਸਾਹਿਬ ਦੇ ਬਿਲਕੁਲ ਨਾਲ ਪੈਂਦਾ ਹਨਾ, ਤਾਂ ਜਦੋਂ ਅਸੀਂ ਨਾਨਕੇ ਜਾਂਦੇ ਹੁੰਦੇ ਸੀ ਮੈਨੂੰ ਬਹੁਤ ਘੱਟ ਮੈਮਰੀਜ਼ ਨੇਗੀਆਂ ਮੇਰੇ ਨਾਨਾ ਨਾਨੀ ਦੀਆਂ, ਕਿਉਂਕਿ ਅਸੀਂ ਬਹੁਤ ਛੋਟੇ ਸੀਗੇ। ਮੇਰੀ ਨਾਨੀ ਤਾਂ ਮੈਨੂੰ ਲੱਗਦਾ ਮੈਂ 3 ਜਾਂ 4 ਸਾਲ ਦੀ ਹੋਊਂਗੀ ਜਦੋਂ ਗਏ ਨੇ ਨਾ। ਨਾਨਾ ਜੀ ਦਾ ਮੈਨੂੰ ਯਾਦ ਆ। ਤੇ ਜਦੋਂ ਵੀ ਅਸੀਂ ਨਾਨਕੇ ਜਾਂਦੇ ਹੁੰਦੇ ਸੀਗੇ ਤਾਂ ਉਹ ਸੰਤ ਈਸ਼ਰ ਸਿੰਘ ਜੀ ਦੀਆਂ ਸਾਖੀਆਂ ਜਾਂ ਉਹਨਾਂ ਦੇ ਦੀਵਾਨ 'ਚ ਕਈਆਂ ਹੋਈਆਂ ਗੱਲਾਂ ਮਤਲਬ ਸੁਣਾਉਂਦੇ ਹੁੰਦੇ ਸੀਗੇ ਹਨਾ। ਜਾਂ ਜਦੋਂ ਵੀ ਅਸੀਂ ਕਿਤੇ ਜਾਣਾ ਉਹਨਾਂ ਨੇ ਕਹਿਣਾ ਵੀ ਹਾਂ ਉੱਥੇ ਮੱਥਾ ਟੇਕ ਕੇ ਆਓ ਹਨਾ, ਦਰਸ਼ਨ ਕਰਕੇ ਆਓ, ਉੱਥੋਂ ਦੇ ਜਿਹੜੇ ਰਹੇ ਨੇ ਹੁਣ ਤੱਕ ਗੱਦੀ ਤੇ ਰਹੇ ਨੇਗੇ ਉਹਨਾਂ ਬਾਰੇ ਗੱਲਾਂ ਦੱਸਦੇ ਰਹੇ ਹਨਾ। ਉਹ ਬਸ ਉਨਾ ਕੁ ਯਾਦ ਆ ਨਾ। ਤਾਂ ਹੁਣ ਸਾਨੂੰ ਖੁਦ ਨੂੰ ਨਹੀਂ ਪਤਾ ਸਾਡਾ ਇਤਿਹਾਸ ਕੀ ਆ, ਸਾਡੇ ਵਡੇਰੇ ਕੀ ਸੀਗੇ ਹਨਾ। ਅਸੀਂ ਆਪਣੇ ਨਿਆਣਿਆਂ ਨੂੰ ਨਹੀਂ ਦੱਸਦੇ। ਅਸੀਂ ਆਪਣੇ ਨਿਆਣਿਆਂ ਨੂੰ ਸਿਰਫ ਕੀ ਦੱਸ ਰਹੇ ਹਾਂ, ਮਤਲਬ ਸੁਣੀਆਂ ਸੁਣਾਈਆਂ ਜਿਹੀਆਂ ਕਹਾਣੀਆਂ ਅੱਧ ਪਚੱਦੀਆਂ ਜਿਹੜੀਆਂ ਸਾਨੂੰ ਯਾਦ ਰਹਿ ਗਈਆਂ, ਜਾਂ ਅਸੀਂ ਉਹਨਾਂ ਨੂੰ ਸਿਰਫ ਪੋਇਮਸ ਸੁਣਾ ਰਹੇ ਹਾਂ ਹਨਾ। ਆਪਾਂ ਅੱਜ ਤੱਕ ਮੈਂ ਸੱਚੀ ਕਹਿੰਦੀ ਹਾਂ ਇਹ 'ਚ ਮੈਂ ਆਪਦੇ ਬੱਚੇ ਨੂੰ ਕਦੇ ਨਹੀਂ ਕੋਈ ਸਾਖੀ ਸੁਣਾਈ ਹੈਗੀ। ਅਸੀਂ ਉਹਨਾਂ ਨੂੰ ਸਿਰਫ ਪੋਇਮਾਂ ਸੁਣਾ ਰਹੇ ਹਾਂ ਜਾਂ ਅਸੀਂ ਸਿਰਫ ਉਹਨਾਂ ਨੂੰ ਕਹਾਣੀਆਂ ਸੁਣਾ ਰਹੇ ਹਾਂ ਨਾ। ਕਿਤੇ ਨਾ ਕਿਤੇ ਅੱਜ ਜੋ ਇਸ ਟਾਈਮ ਆਪਣੇ ਪੰਜਾਬ ਦੇ ਹਾਲਾਤ ਨੇਗੇ, ਜਾਂ ਇਸ ਟਾਈਮ ਜਦੋਂ ਤੁਸੀਂ ਕੁਛ ਘਟਨਾਵਾਂ ਦੇਖਦੇ ਹੋ ਉਹਨਾਂ 'ਤੇ ਲੋਕਾਂ ਦੇ ਵੱਖ-ਵੱਖ ਪ੍ਰਤੀਕਰਮ ਦੇਖਦੇ ਹੋ, ਤੁਹਾਨੂੰ ਲੱਗਦਾ ਹੈ ਕਿ ਨਹੀਂ ਤੁਹਾਨੂੰ ਤੁਹਾਡੀਆਂ ਜੜ੍ਹਾਂ ਦਾ ਪਤਾ ਹੋਣਾ ਜ਼ਰੂਰੀ ਆ। ਕਿਤੇ ਨਾ ਕਿਤੇ ਤੁਸੀਂ ਆਪਣੇ ਮਾਪੇ ਹੋਣ ਦੇ ਵਿੱਚ ਇੱਕ ਰੋਲ ਘੱਟ ਅਦਾ ਕਰ ਰਹੇ ਹੋ ਕਿ ਤੁਸੀਂ ਆਪਣੇ ਬੱਚੇ ਨੂੰ ਇਹ ਨਹੀਂ ਦੱਸ ਰਹੇ ਹੈਗੇ, ਉਹਨੂੰ ਇਹ ਨਹੀਂ ਸਮਝਾ ਪਾ ਰਹੇ ਹੈਗੇ ਕਿ ਉਹ ਕਿਸ ਕਮਿਊਨਿਟੀ ਦਾ, ਕਿਸ ਕੌਮ ਦਾ, ਜਾਂ ਕਿਸ ਧਰਮ ਦਾ, ਜਾਂ ਕਿਸ ਇਤਿਹਾਸ ਦਾ ਵਾਰਿਸ ਹੈ ਨਾ। ਤੁਸੀਂ ਉਹਨੂੰ ਬਸ ਇੱਕ ਪਰਫੈਕਟ ਚਾਈਲਡ ਬਣਾਉਣਾ ਚਾਹੁੰਦੇ ਹੋ ਜਿਹਦੇ ਵਿੱਚ ਜੋ ਤੁਹਾਨੂੰ ਜ਼ਰੂਰੀ ਲੱਗਦਾ ਤੁਸੀਂ ਉਹਨਾਂ ਨੂੰ ਉਹ ਚੀਜ਼ਾਂ ਦੱਸ ਰਹੇ ਹੋ ਨਾ, ਜਿਹੜੀਆਂ ਅਸਲ ਦੇ ਵਿੱਚ ਉਹਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਜ਼ਰੂਰੀ ਹੋਣੀਆਂ ਚਾਹੀਦੀਆਂ ਨੇ ਉਹਦੇ ਕਿਰਦਾਰ ਘੜਨ ਦੇ ਵਿੱਚ ਨਾ। ਉਹ ਚੀਜ਼ਾਂ ਸ਼ਾਇਦ ਅਸੀਂ ਹਲੇ ਤੱਕ ਸਫਲ ਨਹੀਂ ਹੋਏ ਵੀ ਅਸੀਂ ਆਪਣੇ ਬੱਚੇ ਨੂੰ ਦੱਸ ਸਕੀਏ। ਬਿਲਕੁਲ ਗੁਰਦੀਪ, ਜਿਵੇਂ ਨਾ ਆਪਾਂ ਬਹੁਤ ਵਾਰੀ ਗੱਲਾਂ ਕਰਦੇ ਹੁੰਦੇ ਹਾਂ, ਜਿਵੇਂ ਆਪਾਂ ਹੁਣੇ ਸ਼ੁਰੂ ਕਰਨ ਤੋਂ ਪਹਿਲਾਂ ਗੱਲਾਂ ਕਰ ਰਹੇ ਸੀ ਹੈ ਨਾ, ਵੀ ਇੱਕ ਚੰਗੀ ਇੰਟਰਵਿਊ 'ਤੇ ਜਿੱਥੇ ਤੁਹਾਨੂੰ ਲੱਗਦਾ ਕਿ ਹਾਂ ਇੱਥੋਂ ਮੈਨੂੰ ਕੁਛ ਮੈਂ ਸਿੱਖ ਸਕਦਾ ਜ਼ਿੰਦਗੀ 'ਚ ਹੈ ਨਾ, ਉਹਦੇ ਵਿਊ ਦੇਖ ਲਓ। ਜਾਂ ਤੁਸੀਂ ਇੱਕ ਇਹੋ ਜਿਹੇ ਬਲੌਗ ਜਿਹੜੇ ਮਤਲਬ ਲੋਕ ਬਣਾਉਂਦੇ ਨੇ ਉਹਨਾਂ ਦੇ ਵਿਊਜ਼ ਦੇਖ ਲਿਓ, ਜਿਹੜੇ ਤੁਹਾਨੂੰ ਇਹ ਦਿਖਾਉਣਗੇ ਕਿ ਅਸੀਂ ਫਲਾਣੇ ਦੇ ਵਿਆਹ 'ਤੇ ਗਏ ਸੀ, ਉੱਥੇ ਅਸੀਂ ਇਹ ਚੀਜ਼ਾਂ ਦੇਖੀਆਂ ਜਾਂ ਅਸੀਂ ਇੱਦਾਂ ਸੈਲੀਬ੍ਰੇਟ ਕੀਤਾ ਹੈ ਨਾ। ਤਾਂ ਉੱਥੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਦੌਰ ਕਿੰਨਾ ਬਦਲ ਗਿਆ ਹੈ ਨਾ। ਜਾਣਕਾਰੀ ਵਾਲੀ ਚੀਜ਼ ਤੇ ਕੋਈ ਨਹੀਂ ਜਾਣਾ ਚਾਹੁੰਦਾ, ਕਿਉਂਕਿ ਉਹਨੂੰ ਲੱਗਦਾ ਮੇਰੀ ਜ਼ਿੰਦਗੀ ਲਈ ਇਹ ਜ਼ਰੂਰੀ ਨਹੀਂ ਹੈ ਨਾ। ਕਿਉਂਕਿ ਮਾਹੌਲ ਇੱਦਾਂ ਦਾ ਬਣ ਗਿਆ ਕਿ ਹਰੇਕ ਚੀਜ਼ 'ਚੋਂ ਬੰਦਾ ਐਂਟਰਟੇਨਮੈਂਟ ਚਾਹੁੰਦਾ ਹੈ ਨਾ। ਸਾਡੇ ਲਈ ਹਰ ਚੀਜ਼ ਉਹੀ ਮਤਲਬ ਅਹਿਮੀਅਤ ਰੱਖਦੀ ਹੈ ਜਿਹੜੀ ਸਾਨੂੰ ਮਨੋਰੰਜਨ ਦੇ ਰਹੀ ਹੈ ਨਾ। ਕੁਝ ਕੁ ਦਿਨ ਪਹਿਲਾਂ ਨਾ ਮੇਰੇ ਭਾਜੀ ਆਏ ਸੀਗੇ ਬਾਹਰੋਂ ਹੈ ਨਾ, ਤਾਂ ਉਹ ਕਹਿੰਦੇ ਵੀ ਮੈਂ ਆਪਣੇ ਨਿਆਣਿਆਂ ਨੂੰ ਪੰਜਾਬੀ ਫਿਲਮਾਂ ਨਹੀਂ ਦਿਖਾਉਂਦਾ ਹੈ ਨਾ। ਤਾਂ ਮਤਲਬ ਸਾਨੂੰ ਬੜੀ ਹੈਰਾਨੀ ਹੋਈ ਸੀ ਵੀ ਤੁਸੀਂ ਪੰਜਾਬੀ ਫਿਲਮਾਂ ਕਿਉਂ ਨਹੀਂ ਦਿਖਾਉਂਦੇ ਹੈ ਨਾ। ਤਾਂ ਉਹ ਕਹਿੰਦੇ ਵੀ ਪੰਜਾਬੀ ਫਿਲਮਾਂ 'ਚ ਜਿਹੜੇ ਕਿਰਦਾਰ ਆ ਰਹੇ ਨੇ ਹੈ ਨਾ, ਵੀ ਤੁਸੀਂ ਇਹ ਦਿਖਾ ਰਹੇ ਹੋ ਬੱਚਿਆਂ ਨੂੰ ਵੀ ਉਹ ਸਿਰਫ ਜੋਕਰਗਿਰੀ ਕਰਨ ਲਈ ਨੇ ਹੈ ਨਾ। ਜਿੱਦਾਂ ਦੇ ਤੁਸੀਂ ਇੱਕ ਪੰਜਾਬੀ ਮੁੰਡੇ ਨੂੰ ਲੈ ਕੇ ਜੋ ਤੁਸੀਂ ਸਿਨੇਮਾ 'ਚ ਦਿਖਾ ਰਹੇ ਹੋ ਕਿ ਪੰਜਾਬੀ ਮੁੰਡਾ ਕੁੜੀਆਂ ਪਿੱਛੇ ਭੱਜਣ ਵਾਲਾ ਹੁੰਦਾ, ਜਾਂ ਫਿਰ ਪੰਜਾਬੀ ਮੁੰਡੇ ਇੱਦਾਂ ਮਤਲਬ ਸਿਰਫ ਮਜ਼ਾਕੀਆ ਲਹਿਜੇ ਦੇ ਕਿਰਦਾਰ ਜਿਹੜੇ ਆਪਾਂ ਪੇਸ਼ ਕਰਦੇ ਹਾਂ ਹੈ ਨਾ। ਅਤੇ ਉਹ ਕਹਿੰਦੇ ਕਿ ਮੇਰੇ ਨਿਆਣੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ 2 ਸਾਲ ਬਾਅਦ ਆ ਕੇ ਜਾਂ 3 ਸਾਲ ਬਾਅਦ ਆ ਕੇ ਸਿਰਫ ਆਪਦੇ ਦਾਦਿਆਂ, ਨਾਨਿਆਂ, ਮਾਮਿਆਂ ਨੂੰ ਮਿਲਣਾ, ਤਾਂ ਉਹਨਾਂ ਨੂੰ ਸਿਨੇਮਾ ਇਹ ਦੱਸਦਾ ਵੀ ਜਿਨ੍ਹਾਂ ਨੂੰ ਤੁਸੀਂ ਮਿਲਣ ਜਾਣਾ ਤਾਂ ਉਹ ਇਹੋ ਜਿਹੇ ਲੋਕ ਨੇ ਅਸਲ 'ਚ ਜਿੱਥੋਂ ਤੁਸੀਂ ਆਏ ਹੋ, ਜਾਂ ਜਿਹੜੇ ਪੰਜਾਬ ਨੂੰ 'ਚ ਤੁਹਾਡੇ ਰਿਸ਼ਤੇ ਵੱਸਦੇ ਨੇ, ਮਤਲਬ ਉਹ ਰਿਸ਼ਤੇ ਇਹੋ ਜਿਹੇ ਨੇ ਹੈ ਨਾ, ਉਹ ਰਿਸ਼ਤੇਦਾਰ ਇਹੋ ਜਿਹੇ ਨੇ। ਉਹ ਕਹਿੰਦੇ ਮਤਲਬ ਸਾਡੇ ਕੋਲ ਕੋਈ ਸਿੰਸੀਅਰ ਕਨਸੈਪਟ ਹੀ ਨਹੀਂ ਹੈਗੇ ਦਿਖਾਉਣ ਲਈ ਹੈ ਨਾ। ਤੇ ਦਿਖਾਉਣ ਲਈ ਕਿਉਂ ਨਹੀਂ ਹੈਗੇ? ਕਿਉਂਕਿ ਲੋਕ ਦੇਖਣ ਲਈ ਤਿਆਰ ਨਹੀਂ। ਜੇ ਮੈਨੂੰ ਕੋਈ ਦੱਸੂਗਾ ਕਿ ਹਾਂ ਇਹ ਕਿਸੇ ਮਤਲਬ ਇਹੋ ਜਿਹੇ ਸੂਰਮੇ ਦੀ ਫਿਲਮ ਆ ਜਿਹਨੇ ਲੋਕਾਂ ਲਈ ਆਹ ਕੀਤਾ, ਜਾਂ ਸਾਡੇ ਕੋਈ ਵੀ ਜਿਹੜੇ ਜਿਵੇਂ ਮੰਨ ਲਓ ਕਿਸੇ ਨੇ ਕਰਤਾਰ ਸਿੰਘ ਸਰਾਭਾ ਹੋਣਾ ਤੇ ਜ਼ਿੰਦਗੀ 'ਚ ਅੱਗੇ ਜਾ ਕੇ ਕੋਈ ਫਿਲਮ ਬਣੇ ਹੈ ਨਾ, ਸ਼ਾਇਦ ਉਹਨੂੰ ਦੇਖਣ ਵਾਲੇ ਬਹੁਤ ਘੱਟ ਲੋਕ ਹੋਣਗੇ ਹੈ ਨਾ। ਦੇਖਣ ਵਾਲੇ ਲੋਕ ਕਿਹੋ ਜਿਹੀਆਂ ਫਿਲਮਾਂ ਦੇਖਦੇ ਨੇ, ਕਿਹੋ ਜਿਹੀਆਂ ਫਿਲਮਾਂ ਲਈ ਹਾਊਸਫੁੱਲ ਦੇ ਬਾਹਰ ਬੋਰਡ ਲੱਗਦੇ ਨੇ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਨਾ। ਕਿਉਂਕਿ ਸਾਡਾ ਟੇਸਟ ਐਵੇਂ ਦਾ ਬਣ ਗਿਆ। ਅਤੇ ਸਾਡਾ ਟੇਸਟ ਬਣਿਆ ਕਿਉਂ ਆ? ਕਿਉਂਕਿ ਅਸੀਂ ਆਪਣੇ ਆਪ 'ਤੇ ਗੱਲ ਹੀ ਨਹੀਂ ਕਰਦੇ ਹੈ ਨਾ। ਹੁਣ ਕਿੰਨੇ ਖੁਸ਼ ਹੁੰਦੇ ਨੇ ਮਾਪੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਅੰਗਰੇਜ਼ੀ ਮੇਰੇ ਜਵਾਕ ਦਾ ਫੇਵਰੇਟ ਸਬਜੈਕਟ ਆ ਹੈ ਨਾ। ਅਸੀਂ ਹੁੱਬ ਕੇ ਦੱਸਦੇ ਹਾਂ। ਇਹ ਗਲਤੀਆਂ ਸਾਡੀਆਂ ਵੀ ਨੇ, ਅਸੀਂ ਵੀ ਮਾਂ ਪਿਓ ਹੋਣ ਦੇ ਨਾਤੇ ਬਹੁਤ ਗਲਤ ਹਾਂ। ਜਦੋਂ ਮੈਂ ਕਿਸੇ ਨੂੰ ਦੱਸੂਗੀ ਵੀ ਮੇਰੇ ਨਿਆਣੇ ਨੂੰ ਪੰਜਾਬੀ ਬੜੀ ਔਖੀ ਲੱਗਦੀ ਹੈ ਨਾ, ਤੇ ਉਹ ਦੱਸਣ 'ਚ ਸਾਨੂੰ ਮਾਣ ਮਹਿਸੂਸ ਹੁੰਦਾ, ਜਦ ਕਿ ਸਾਨੂੰ ਉੱਥੇ ਸ਼ਰਮ ਆਉਣੀ ਚਾਹੀਦੀ ਹੈ ਉਹ ਦੱਸਣ ਲੱਗੇ ਹੈ ਨਾ।
ਮਤਲਬ ਇੱਕ ਵਾਰੀ ਮੇਰੀ ਇੱਕ ਟੀਚਰ ਨਾਲ ਗੱਲ ਹੋ ਰਹੀ ਆ ਤੇ ਉਹ ਮੈਨੂੰ ਕਹਿ ਰਹੇ ਨੇ ਕਿ ਅਸੀਂ ਬੱਚੇ ਨੂੰ ਅੰਗਰੇਜ਼ੀ ਬੋਲਣ ਲਈ ਤਾਂ ਕਹਿੰਦੇ ਆ ਤਾਂ ਜੋ ਨਿਆਣਾ ਅੱਗੇ ਜਾ ਕੇ ਆਪਣਾ ਫਿਊਚਰ ਵਧੀਆ ਬਣਾ ਸਕੇ ਹਨਾ। ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਤੁਸੀਂ ਅੰਗਰੇਜ਼ੀ ਦੇ ਕਿੰਨੇ ਸਬਜੈਕਟ ਪੜ੍ਹਾਉਂਦੇ ਹੋ, ਇੰਗਲਿਸ਼ 'ਚ ਕਿੰਨੇ ਸਬਜੈਕਟ ਪੜ੍ਹਾਉਂਦੇ ਹੋ, ਤਾਂ ਉਹ ਕਹਿੰਦੇ 6। ਤੇ ਮੈਂ ਕਿਹਾ ਤੁਸੀਂ ਪੰਜਾਬੀ 'ਚ ਕਿੰਨੇ ਪੜ੍ਹਾਉਂਦੇ ਹੋ, ਤੇ ਕਹਿੰਦੇ ਉਹ ਪੰਜਾਬੀ ਦਾ ਇੱਕੋ ਹੀ ਸਬਜੈਕਟ ਆ ਸਾਡੇ ਕੋਲ ਹਨਾ। ਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਸੀਗਾ ਵੀ ਜੇ 6 ਸਬਜੈਕਟ ਪੜ੍ਹਾਉਣ ਤੋਂ ਬਾਅਦ ਵੀ ਤੁਹਾਡੇ ਨਿਆਣੇ ਦੀ ਅੰਗਰੇਜ਼ੀ ਵੀਕ ਆ ਤਾਂ ਇਹਦਾ ਮਤਲਬ ਤੁਸੀਂ ਇੱਕ ਕਮਜ਼ੋਰ ਅਧਿਆਪਕ ਹੋ ਹਨਾ। ਤੇ ਜਿਹੜਾ ਸਬਜੈਕਟ ਬੱਚਾ ਸਿਰਫ ਇੱਕ ਪੜ੍ਹ ਰਿਹਾ ਤੁਹਾਨੂੰ ਮਿਹਨਤ ਉਹਦੇ ਤੇ ਜ਼ਿਆਦਾ ਕਰਨੀ ਚਾਹੀਦੀ ਆ ਹਨਾ। ਤਾਂ ਸੱਚੀ ਮੈਨੂੰ ਲੱਗਦਾ ਵੀ ਉਹ ਮਾਂ ਪਿਓ ਬਹੁਤ ਨਿਕੰਮੇ ਹੋਣਗੇ, ਆਪਾਂ ਆਪਣੀ ਪਰਵਰਿਸ਼ ਬਹੁਤ ਨਿਕੰਮੀ ਹੋਊਗੀ ਉਸ ਚੀਜ਼ 'ਚ ਜੇ ਆਪਾਂ ਕਹਿੰਦੇ ਆ ਕਿ ਮੈਂ ਸਿਰਫ ਮੇਰਾ ਨਿਆਣਾ ਇਕਨੋਮਿਕਲੀ ਗਰੋਥ ਕਰੇ, ਵਧੀਆ ਪਾਵੇ, ਵਧੀਆ ਖਾਵੇ ਤੇ ਵਧੀਆ ਅੰਗਰੇਜ਼ੀ ਬੋਲੇ ਤੇ ਪੰਜਾਬੀ ਬੋਲਣ ਲੱਗੇ ਮੈਂ ਉਹਨੂੰ ਕਹਾਂ ਵੀ ਸਿਰਫ ਘਰੇ ਬੋਲ ਲਾ, ਬਾਹਰ ਜਾ ਕੇ ਨਾ ਬੋਲੀ ਹਨਾ। ਜਦ ਕਿ ਤੁਹਾਡੀ ਜ਼ੁਬਾਨ ਹਮੇਸ਼ਾ ਤੁਹਾਨੂੰ ਤਰੱਕੀ ਬਖਸ਼ਦੀ ਆ। ਆਪਾਂ ਇੱਥੇ ਬਹਿ ਕੇ ਪੰਜਾਬੀ 'ਚ ਗੱਲਾਂ ਕਰਦੇ ਆ, ਕਿੰਨੇ ਲੋਕ ਆਪਾਂ ਨੂੰ ਸੁਣਦੇ ਨੇ ਹਨਾ। ਕਦੇ ਤੁਹਾਨੂੰ ਕਿਸੇ ਨੇ ਕਿਹਾ ਵੀ ਨਹੀਂ ਤੁਸੀਂ ਪੰਜਾਬੀ ਬੋਲਦੇ ਮੈਨੂੰ ਬੁਰਾ ਲੱਗਦਾ ਹਨਾ। ਅਸੀਂ ਘਰ 'ਚ ਆਪਣੇ ਨਿਆਣੇ ਨੂੰ ਦੱਸਦੇ ਆ ਵੀ ਤੂੰ ਦੁਕਾਨ ਤੇ ਜਾ ਕੇ ਪੰਜਾਬੀ ਨਾ ਬੋਲੀ, ਹਿੰਦੀ ਭਾਵੇਂ ਬੋਲ ਲਈ, ਉਹ ਸਾਨੂੰ ਲੱਗਦਾ ਵੀ ਬਹੁਤ ਵੱਡੀ ਭਾਸ਼ਾ, ਅਸੀਂ ਕਿਸੇ ਬੋਲੀ ਨੂੰ ਨਹੀਂ ਨਿੰਦਦੇ, ਪਰ ਜੇ ਤੁਸੀਂ ਆਪਣੀ ਬੋਲੀ ਨੂੰ ਮੁਹੱਬਤ ਨਹੀਂ ਕਰਦੇ ਤਾਂ ਤੁਸੀਂ ਕਿਸੇ ਬੋਲੀ ਦੇ ਸਕੇ ਨਹੀਂ ਹੋ ਸਕਦੇ ਹਨਾ। ਹਾਂ, ਹਰ ਚੀਜ਼ ਤੁਹਾਨੂੰ ਆਉਣੀ ਚਾਹੀਦੀ ਆ। ਦੂਜੀ ਚੀਜ਼ ਆ ਜਿਵੇਂ ਤੁਸੀਂ ਕਿਹਾ ਕਿ ਇਤਿਹਾਸ ਦੀ ਗੱਲ ਅਸੀਂ ਆਪਣੇ ਨਿਆਣਿਆਂ ਨਾਲ ਨਹੀਂ ਕਰਦੇ ਹਨਾ। ਕੀ ਅਸੀਂ ਆਪਣੇ ਨਿਆਣਿਆਂ ਨੂੰ ਕਦੀ ਦੱਸਿਆ ਵੀ ਕਰਤਾਰ ਸਿੰਘ ਸਰਾਭਾ ਕੌਣ ਸੀ, ਸ਼ਹੀਦ ਊਧਮ ਕੌਣ ਸੀ? ਅਸੀਂ ਕਦੋਂ ਦੱਸਦੇ ਹਾਂ? ਜਿੱਦਣ ਉਹਨਾਂ ਦਾ ਕੋਈ ਦਿਨ ਆਉਂਦਾ। ਮੰਨ ਲਓ ਕਰਤਾਰ ਸਿੰਘ ਸਰਾਭਾ ਦੀ ਬਰਸੀ ਆਈ, ਅਸੀਂ ਇੱਕ ਫੋਟੋ ਪਾਤੀ ਤੇ ਜੇ ਭੁੱਲ ਕੇ ਸਾਡੇ ਨਿਆਣੇ ਨੇ ਦੇਖ ਲਈ, ਸਾਨੂੰ ਪੁੱਛ ਲਈ ਹਨਾ, ਫਿਰ ਉਹ ਸਾਨੂੰ ਪੁੱਛੂਗਾ ਵੀ ਇਹ ਕੌਣ ਸੀ, ਫਿਰ ਅਸੀਂ ਉਹਨੂੰ 2 ਲਾਈਨਾਂ ਦੱਸ ਕੇ ਕਵਾਂਗੇ ਬਸ, ਇਸ ਤੋਂ ਵੱਧ ਨਹੀਂ ਮੈਨੂੰ ਪਤਾ, ਕਿਉਂਕਿ ਸਾਨੂੰ ਪਤਾ ਹੀ ਨਹੀਂ ਅਸੀਂ ਕੀ ਦੱਸਾਂਗੇ ਹਨਾ। ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਕਿੰਨਾ ਤੋੜ ਦੇਣਗੀਆਂ ਸਾਨੂੰ ਹਨਾ। ਮੈਨੂੰ ਇੱਕ ਵਾਰੀ ਕਿਸੇ ਨੇ ਦੱਸਿਆ ਸੀ, ਕਹਿੰਦੇ ਕਿ ਮੈਂ ਕਿਤੇ ਬਹੁਤ ਦੂਰ ਗਿਆ ਤੇ ਉੱਥੇ ਮਤਲਬ ਮੈਨੂੰ ਇੱਕ ਅੰਗਰੇਜ਼ ਮਿਲਿਆ ਹਨਾ। ਉਹਨੇ ਮੈਨੂੰ ਪੁੱਛਿਆ ਕਿ ਤੂੰ ਪੰਜਾਬੀ ਹੈ, ਮਤਲਬ ਉਹਨੇ ਆਪਣੀ ਲੈਂਗੁਏਜ ਮੈਨੂੰ ਕਹਿੰਦੇ, ਮੈਂ ਕਿਹਾ ਵੀ ਹਾਂ ਮੈਂ ਪੰਜਾਬੀ ਹਾਂ, ਤੈਨੂੰ ਕਿਵੇਂ ਪਤਾ ਲੱਗ? ਕਹਿੰਦੇ ਵੀ ਤੇਰੇ ਕੜਾ ਪਾਇਆ ਹੋਇਆ ਹਨਾ। ਤੇ ਸਾਨੂੰ ਆਪਣੀ ਪਹਿਚਾਣ ਆਪ ਹੀ ਨਹੀਂ ਪਤਾ, ਅਸੀਂ ਕੱਲ੍ਹ ਨੂੰ ਕਿਸੇ ਦੂਜੇ ਤੱਕ ਕਿੱਥੋਂ ਪਹੁੰਚਾਵਾਂਗੇ ਹਨਾ। ਪਹਿਚਾਣ ਸਾਡੀ ਇਹੀ ਆ ਵੀ ਜਦੋਂ ਬੋਲੀ ਨੂੰ ਬਰਕਰਾਰ ਰੱਖਾਂਗੇ, ਉਹ ਫਿਤਰਤ ਨੂੰ ਬਰਕਰਾਰ ਰੱਖਾਂਗੇ ਜਿਹੜੀ ਸਾਡੀ ਕੌਮ ਨੇ ਸਾਨੂੰ ਦਿੱਤੀ ਆ ਹਨਾ। ਤੇ ਸਾਡੀ ਕੌਮ ਨੇ ਕਿਹੜੀ ਫਿਤਰਤ ਦਿੱਤੀ ਸੀ? ਸਾਡੀ ਕੌਮ ਦੀ ਫਿਤਰਤ ਇਹ ਆ ਵੀ ਉਹ ਕਿਸੇ ਤੇ ਜ਼ੁਲਮ ਹੁੰਦਾ ਸਹਿੰਦੀ ਨਹੀਂ ਹਨਾ। ਤੇ ਆਪਦੇ ਆਪ ਨੂੰ ਲੈ ਕੇ ਉਹ ਕਿੰਨੀ ਦਲੇਰ ਆ, ਸਾਡਾ ਸੁਭਾਅ ਕਿੰਨੀ ਦਲੇਰੀ ਵਾਲਾ ਹਨਾ, ਕਿੰਨੀ ਦਲੇਰੀ ਵਾਲਾ ਉਹ ਅਸੀਂ ਨੇ ਹੁਣੇ ਹੀ ਹਜੇ ਸਾਬਿਤ ਕੀਤਾ ਹਨਾ, ਸਾਲ ਪਹਿਲਾਂ ਹੀ। ਪਰ ਆਉਣ ਵਾਲੀਆਂ ਪੀੜ੍ਹੀਆਂ 'ਚੋਂ ਦੇਖੋਗੇ ਤੁਸੀਂ? ਕਿਤੇ ਨਹੀਂ ਦੇਖਾਂਗੇ। ਮੈਨੂੰ ਤਾਂ ਲੱਗਦਾ ਮੈਂ ਆਪਣੇ ਬੱਚਿਆਂ 'ਚੋਂ ਨਹੀਂ ਦੇਖੂੰਗੀ। ਬਿਲਕੁਲ। ਜਿੱਥੇ ਤੱਕ ਭੈਣੇ ਬੋਲੀ ਦੀ ਗੱਲ ਆ ਨਾ, ਮੈਂ ਕਹਿੰਦੀ ਹਾਂ ਹਜ਼ਾਰਾਂ ਕਿ ਲੱਖਾਂ ਇਹੋ ਜਿਹੀਆਂ ਉਦਾਹਰਨਾਂ ਨੇ ਜਿਨ੍ਹਾਂ ਨੇ ਆਪਦੀ ਬੋਲੀ 'ਚ ਰਹਿ ਕੇ, ਆਪਦੀ ਬੋਲੀ 'ਚ ਗੱਲ ਕਰਕੇ, ਆਪਦੀ ਬੋਲੀ 'ਚ ਪੜ੍ਹ ਕੇ ਉੱਚੇ ਮੁਕਾਮ ਹਾਸਿਲ ਕੀਤੇ ਨੇ। ਆਪਾਂ ਥੋੜ੍ਹੇ ਟਾਈਮ ਪਹਿਲਾਂ ਹੀ ਪ੍ਰੀਤਿੰਦਰ ਵੀਰ ਜੀ ਦੀ ਇੰਟਰਵਿਊ ਕੀਤੀ ਸੀਗੀ ਹੈ ਨਾ, ਤਾਂ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਤੱਪੜ ਮਾਰਕਾ ਸਕੂਲਾਂ ਤੋਂ ਪੜ੍ਹੇ ਹੋਏ। ਉਹ ਕਹਿੰਦੇ ਗੁਰਦੀਪ ਸਾਡੇ ਤਾਂ ਤੱਪੜ ਵੀ ਹੈ ਨਹੀਂ ਸੀ, ਤੁਸੀਂ ਸਾਨੂੰ ਬੋਰੀ ਮਾਰਕਾ ਕਹਿ ਸਕਦੇ ਹੋ, ਕਿਉਂਕਿ ਅਸੀਂ ਬੋਰੀ ਵੀ ਆਪਦੇ ਬੈਠਣ ਲਈ ਘਰੋਂ ਲੈ ਕੇ ਜਾਂਦੇ ਸੀਗੇ ਹੈ ਨਾ। ਸਿਡਨੀ ਦੀ ਬਹੁਤ ਵੱਡੀ ਯੂਨੀਵਰਸਿਟੀ ਆ, ਨਿਊ ਸਾਊਥ ਵੇਲਜ਼ ਹੈ ਨਾ, ਤਾਂ ਉੱਥੇ ਉਹਨਾਂ ਨੇ ਜਾ ਕੇ ਦੇਖੋ ਪੂਰੀ ਜ਼ਿੰਦਗੀ ਕਹਿੰਦੇ ਮੈਂ ਆਪਣੀ ਸਕਾਲਰਸ਼ਿਪ 'ਤੇ ਪੜ੍ਹਿਆ, ਇੱਧਰੋਂ ਆਪਣੀ ਮਾਸਟਰ ਕਰਕੇ ਗਏ ਸੀਗੇ ਉਹ, ਅਤੇ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਜਾ ਕੇ PhD ਕਰਨੀ ਅਤੇ ਉਹ ਵੀ ਸਕਾਲਰਸ਼ਿਪ ਦੇ ਉੱਪਰ ਹੈ ਨਾ। ਫਿਰ ਇੱਕ ਪ੍ਰਤੀਯੋਗਤਾ ਦੇ ਵਿੱਚ ਯੰਗ ਸਾਇੰਟਿਸਟ ਦਾ ਅਵਾਰਡ ਜਿੱਤਣਾ ਹੈ ਨਾ। ਮਤਲਬ ਕੋਈ ਮੈਨੂੰ ਨਹੀਂ ਲੱਗਦਾ ਹੁੰਦਾ ਕਿ ਲੈਂਗੁਏਜ ਸਿੱਖਣੀ ਜਾਂ ਬੋਲਣੀ ਕਿ ਬਹੁਤ ਵੱਡਾ ਇਸ਼ੂ ਆ ਹੈ ਨਾ। ਪਰ ਇਹੀ ਗੱਲ ਸਾਨੂੰ ਸਮਝ ਨਹੀਂ ਆ ਰਹੀ ਹੈਗੀ, ਜਿੱਦਾਂ ਬੋਲੀ ਮਾਹਿਰ ਵੀ ਕਹਿੰਦੇ ਨੇਗੇ ਕਿ 7 ਸਾਲ ਤੱਕ ਬੱਚਾ ਸਿਰਫ ਆਪਣੀ ਮਾਂ ਬੋਲੀ ਦੇ ਵਿੱਚ ਪੜ੍ਹੇ ਲਿਖੇ ਅਤੇ ਬੋਲੇ ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਹੁਣ ਆਪਾਂ ਵੀ ਜਦੋਂ ਇੱਥੇ ਬੈਠੇ ਹਾਂ ਨਾ, ਆਪਾਂ ਜਿੱਥੇ ਕਿਤੇ ਹੁੰਦਾ ਆਪਾਂ ਆਪਣੇ ਗੁਜ਼ਾਰੇ ਜੋਗੀ ਬੋਲ ਹੀ ਲੈਂਦੇ ਹਾਂ ਨਾ। ਜਦੋਂ ਹੁਣ ਅਸੀਂ ਆਸਟ੍ਰੇਲੀਆ ਵੀ ਗਏ ਸੀਗੇ, ਉੱਥੇ ਜਾ ਕੇ ਵੀ ਮੈਨੂੰ ਲੱਗਿਆ ਵੀ ਯਾਰ ਬਹੁਤ ਵੱਡਾ ਮੁੱਦਾ ਨਹੀਂ ਹੈਗਾ ਇਹ ਹੈ ਨਾ। ਇੱਕ ਤਾਂ ਸਾਨੂੰ ਆਇਲਸ ਲਈ ਚੀਜ਼ਾਂ ਬਹੁਤ ਔਖੀਆਂ ਲੱਗਣ ਲੱਗ ਵੀ ਇੰਗਲਿਸ਼ ਤਾਂ ਮਤਲਬ ਬਹੁਤ ਔਖੀ ਆ, ਇਹ ਸਿੱਖਣੀ ਬਹੁਤ ਔਖੀ ਆ, ਬੋਲਣੀ ਵੀ ਬਹੁਤ ਜ਼ਰੂਰੀ ਆ ਨਾ। ਪਰ ਸੱਚੀ ਜਦੋਂ ਤੁਸੀਂ ਬਾਹਰ ਜਾਂਦੇ ਹੋ ਨਾ, ਮੇਰੇ ਚਾਚਾ ਜੀ 5 ਪੜ੍ਹੇ ਹੋਏ ਨੇਗੇ ਹੈ ਨਾ, 5 ਪੜ੍ਹੇ ਹੋਏ ਨੇ, ਅਤੇ ਇਸ ਟਾਈਮ ਉਹ ਵਰਜੀਨੀਆ ਦੀ ਬਹੁਤ ਵਧੀਆ ਮਤਲਬ ਗਵਰਨਮੈਂਟ ਜੋਬ ਉਹਨਾਂ ਦੀ ਟਰਾਂਸਪੋਰਟ ਕੰਪਨੀ 'ਚ ਕੰਮ ਕਰਦੇ ਨੇਗੇ। ਅਤੇ ਉੱਥੇ ਹਰ ਸਾਲ ਇੱਕ ਪ੍ਰੋਗਰਾਮ ਹੁੰਦਾ ਆ ਜਿੱਥੇ ਡਰਾਈਵਰਾਂ ਦਾ ਕੋਈ ਕੰਪੀਟੀਸ਼ਨ ਹੁੰਦਾ, ਅਤੇ ਉਹ ਹਰ ਸਾਲ ਜਿੱਤ ਕੇ ਆਉਂਦੇ ਨੇ ਉੱਥੋਂ ਹੈ ਨਾ। ਅਤੇ ਉਹਨਾਂ ਨੂੰ ਮੈਂ ਕਹਿੰਦੀ ਹਾਂ ਘੱਟੋ ਘੱਟ ਨਹੀਂ ਤਾਂ ਉਹਨਾਂ ਨੂੰ 21 ਸਾਲ ਹੋ ਗਏ ਅਮਰੀਕਾ ਰਹਿੰਦਿਆਂ ਨੂੰ। ਅੱਜ ਤੱਕ ਮੈਂ ਉਹਨਾਂ ਦੇ ਮੂੰਹੋਂ ਇਹ ਨਹੀਂ ਸੁਣਿਆ ਕਿ ਉਹਨਾਂ ਨੂੰ ਸਿਰਫ ਆਪਣੀ ਬੋਲੀ ਕਰਕੇ ਵੀ ਉਹ ਕਿਸੇ ਕੰਮ 'ਚ ਪਿੱਛੇ ਰਹਿ ਗਏ ਜਾਂ ਉਹਨਾਂ ਦੇ ਕੋਲ ਕੋਈ ਓਪਰਚੁਨਿਟੀ ਨਹੀਂ ਹੈਗੀ ਹੈ ਨਾ। ਅਸਲ ਦੇ ਵਿੱਚ ਕਹਿੰਦੇ ਤੁਸੀਂ ਆਪਣੀ ਗੱਲ ਕਹਿਣੀ ਹੁੰਦੀ ਆ,
ਤੇ ਮੈਨੂੰ ਨਹੀਂ ਲੱਗਦਾ ਵੀ ਅੱਜ ਤੱਕ ਉਹਨਾਂ ਦੇ ਮੂੰਹੋਂ ਅਸੀਂ ਇਹ ਨਹੀਂ ਸੁਣਿਆ ਹੈਗਾ ਵੀ ਕਾਸ਼ ਮੈਂ ਵੱਧ ਪੜ੍ਹਿਆ ਹੁੰਦਾ, ਕਾਸ਼ ਮੈਂ ਇੰਗਲਿਸ਼ ਮੈਨੂੰ ਜ਼ਿਆਦਾ ਆਉਂਦੀ ਹੁੰਦੀ, ਕਾਸ਼ ਮੈਂ ਮਤਲਬ ਇੰਗਲਿਸ਼ ਮੀਡੀਅਮ 'ਚ ਪੜ੍ਹਿਆ ਹੁੰਦਾ, ਜਾਂ ਕੁਝ ਵੀ ਆਪਾਂ ਕਹਿ ਲਓ ਵੀ ਨਾ, ਵੀ ਉਹਨਾਂ ਨੇ ਕਦੇ ਇਹ ਕਿਹਾ ਹੋਵੇ ਵੀ ਬੋਲੀ ਮੇਰੇ ਰਾਹ 'ਚ ਅੜਿੱਕਾ ਬਣ ਗਈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਪੰਜ ਪੜ੍ਹਿਆ ਹੋਇਆ ਬੰਦਾ ਵੀ ਹੈ ਨਾ, ਚਲੋ ਉਹਨਾਂ ਦੇ ਉੱਦਾਂ ਕਮਿਊਨੀਕੇਸ਼ਨ ਸਕਿੱਲਸ ਬਹੁਤ ਚੰਗੇ ਨੇਗੇ, ਤੇ ਪਰਿਵਾਰ ਦਾ ਮਾਹੌਲ ਐਵੇਂ ਦਾ ਸੀਗਾ ਵੀ ਸ਼ੁਰੂ ਤੋਂ ਹੀ ਅੰਦਰ ਬਾਹਰ ਉੱਠਣ ਕਰਕੇ ਹੈ ਨਾ ਉਹ ਖੁੱਲੇ ਹੋਏ ਸੀਗੇ, ਜਾਂ ਸਾਰਾ ਕੰਮ ਆਪ ਕੀਤਾ ਹੋਣ ਕਰਕੇ। ਪਰ ਦੇਖੋ ਜੇ ਉਹ 5 ਪੜ੍ਹਿਆ ਬੰਦਾ ਵੀ ਹੈ ਨਾ ਦੂਜੇ ਮੁਲਕ 'ਚ ਜਾ ਕੇ ਇੰਨਾ ਗਰੋ ਕਰ ਸਕਦਾ ਵਾ ਹੈ ਨਾ, ਵਰਜੀਨੀਆ ਦੇ ਬੈਸਟ ਡਰਾਈਵਰ ਦਾ ਅਵਾਰਡ ਉਹਨਾਂ ਦੇ ਕੋਲ ਆ, ਤਾਂ ਮੈਨੂੰ ਲੱਗਦਾ ਹੁੰਦਾ ਕਿ ਬੋਲੀ ਕਦੇ ਵੀ ਬਹੁਤ ਵੱਡਾ ਮੁੱਦਾ ਨਹੀਂ ਹੁੰਦੀ। ਤੁਸੀਂ ਬਾਹਰ ਚਲੇ ਜਾਓ, ਠੀਕ ਹੈ, ਤੁਹਾਡੇ ਲਈ ਮੈਂ ਕਹਿੰਦੀ ਹਾਂ ਮਸਾਂ 2 ਮਹੀਨਿਆਂ ਦੀ ਗੱਲ ਆ, ਮਸਾਂ ਤੁਸੀਂ ਆਪਣੀ ਗੱਲ ਸਮਝਾਉਣੀ ਸਿੱਖ ਜਾਂਦੇ ਹੋ ਤੇ ਉਹ ਬੰਦੇ ਮਤਲਬ ਸਮਝ ਵੀ ਜਾਂਦੇ ਨੇ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਸਿਰਫ ਇੱਕ ਬੋਲੀ ਦੇ ਉਹਦੇ ਨਾਲੋਂ ਵੀ ਕੰਪਲੈਕਸ 'ਚ ਆ ਕੇ ਕਿ ਸਾਨੂੰ ਮਤਲਬ ਬੋਲੀ ਆਉਣੀ ਚਾਹੀਦੀ ਆ, ਕਿਤੇ ਅਸੀਂ ਕਿਸੇ ਦੇ ਨਾਲੋਂ ਘੱਟ ਨਾ ਰਹਿ ਜਾਈਏ, ਤੁਸੀਂ ਪੂਰੀ ਆਪਣੀ ਨਸਲ ਖਰਾਬ ਕਰ ਲੈਂਦੇ ਹੋ ਹੈ ਨਾ। ਜਿੱਥੇ ਤੱਕ ਰਹੀ ਆਪਣੇ ਇਤਿਹਾਸ ਦੀ ਗੱਲ ਹੈ ਨਾ, ਜਦੋਂ ਆਪਾਂ ਘਰ ਬਣਾਉਂਦੇ ਹਾਂ ਆਪਾਂ ਡਿਜ਼ਾਈਨ ਦੇਖਦੇ ਹਾਂ, ਆਰਕੀਟੈਕਚਰ ਤੋਂ ਵੀ ਨਕਸ਼ਾ ਬਣਾ ਲੈਂਦੇ ਹਾਂ, ਘਰੇ ਫਰਨੀਚਰ ਰੱਖਣ ਦੀ ਗੱਲ ਆਉਂਦੀ, ਆਪਾਂ ਤੀਜੇ ਸ਼ਹਿਰ ਜਾ ਕੇ ਵੀ ਫਰਨੀਚਰ ਦੇਖ ਕੇ ਆਉਂਦੇ ਹਾਂ ਵੀ ਉੱਥੋਂ ਵਧੀਆ ਫਰਨੀਚਰ ਮਿਲਦਾ ਆ ਹੈ ਨਾ। ਘਰ 'ਚ ਜਦੋਂ ਫੋਟੋਆਂ ਲਾਉਣ ਦੀ ਗੱਲ ਹੁੰਦੀ ਆ, ਆਪਾਂ ਮਹਿੰਗੀਆਂ ਤੋਂ ਮਹਿੰਗੀਆਂ ਸਿਨਰੀਆਂ ਵੀ ਲਿਆ ਕੇ ਹੈ ਨਾ, ਜਾਂ ਪੇਂਟਿੰਗਸ ਲਿਆ ਕੇ ਆਪਣੇ ਘਰ 'ਚ ਲਾਉਂਦੇ ਹਾਂ, ਕਿਉਂਕਿ ਆਪਾਂ ਨੂੰ ਲੱਗਦਾ ਵੀ ਜਦੋਂ ਕੋਈ ਆਊਗਾ ਇਹ ਪੇਂਟਿੰਗ ਦੇਖੂਗਾ ਤਾਂ ਉਹਨਾਂ ਨੂੰ ਲੱਗੂਗਾ ਵੀ ਅਸੀਂ ਕਿੰਨੇ ਵੱਡੇ ਆ, ਵੀ ਸਾਡੀ ਕਲਾਸ ਦੱਸੂ, ਸਾਡਾ ਸਟੇਟਸ ਦੱਸੂਗੀ ਹੈ ਨਾ। ਬਹੁਤ ਘੱਟ ਘਰ ਹੋਣਗੇ ਭੈਣੇ, ਬਹੁਤ ਘੱਟ। ਆਪਾਂ ਵੀ ਉਹਨਾਂ ਲੋਕਾਂ 'ਚੋਂ ਆ ਸੱਚੀ। ਮੈਨੂੰ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਦੋਂ ਤੁਸੀਂ ਵੀ ਤੁਰਦੇ ਹੋ ਤਾਂ ਤੁਸੀਂ ਵੀ ਸਫ਼ਰ 'ਚ ਬਹੁਤ ਕੁਝ ਸਿੱਖਦੇ ਹੋ ਹੈ ਨਾ। ਤਾਂ ਆਪਣੇ ਘਰਾਂ 'ਚ ਸਿਵਾਏ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਤੋਂ ਬਿਨਾਂ ਸਾਡੇ ਕਿਸੇ ਇਤਿਹਾਸਿਕ ਕਿਸੇ ਸ਼ਖਸੀਅਤ ਦੀ ਕੋਈ ਫੋਟੋ ਨਹੀਂ ਹੁੰਦੀ ਹੈਗੀ। ਕੋਈ ਸਾਡੇ ਘਰ 'ਚ ਕਿਤਾਬ ਇੱਦਾਂ ਦੀ, ਅਸੀਂ ਨਾ ਘਰ 'ਚ ਇੰਗਲਿਸ਼ ਨਾਵਲ ਲਿਆ ਕੇ ਰੱਖਣੇ ਮਤਲਬ ਆਪਣੇ ਆਪ 'ਚ ਸਟੈਂਡਰਡ ਸਮਝਦੇ ਹਾਂ, ਵੀ ਜਦੋਂ ਕੋਈ ਅਗਲਾ ਸਾਡੇ ਘਰ ਆਊਗਾ ਉਹ ਦੇਖੂਗਾ ਕਿ ਅੱਛਾ ਤੁਸੀਂ ਅੰਗਰੇਜ਼ੀ ਕਿਤਾਬਾਂ ਪੜ੍ਹਦੇ ਹੋ, ਅੱਛਾ ਤੁਸੀਂ ਆਹ ਫਲਾਣੇ ਆਥਰ ਨੂੰ ਪੜ੍ਹਦੇ ਹੋ, ਫਲਾਣੇ ਰਾਈਟਰ ਨੂੰ ਤੁਸੀਂ ਪੜ੍ਹਦੇ ਹੋ। ਸਾਡੀ ਉਹ ਬੁੱਕ ਕਲੈਕਸ਼ਨ ਦੇ ਵਿੱਚ ਬਹੁਤ ਘੱਟ ਇਹੋ ਜਿਹੀਆਂ ਕਿਤਾਬਾਂ ਹੋਣਗੀਆਂ ਜਿਹੜੀਆਂ ਕਿ ਸਾਡੇ ਨਿਆਣਿਆਂ ਨੂੰ ਜਾਂ ਸਾਨੂੰ ਸਾਡੇ ਇਤਿਹਾਸ ਬਾਰੇ, ਸਾਡੇ ਲੋਕਾਂ ਬਾਰੇ ਦੱਸਣਗੀਆਂ ਹੈ ਨਾ। ਸੋ ਜਿੱਥੇ ਜਿਵੇਂ ਲਾਈਫ ਦੇ ਵਿੱਚ ਨਾ ਜ਼ਰੂਰੀ ਆ ਇਸ ਟਾਈਮ, ਬਹੁਤ ਜ਼ਰੂਰੀ ਆ ਆਪਣੇ ਲਈ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ ਹੈ ਨਾ। ਅਸਲ ਦੇ ਵਿੱਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੂੰ ਇੰਪ੍ਰੈਸ ਤੇ ਆਪਣਾ ਸਟੇਟਸ ਦਿਖਾਉਣ ਦੇ ਲਈ ਕਰਦੇ ਹਾਂ, ਆਪਣਾ ਮੂਲ ਪਛਾਣਨ ਦੇ ਲਈ ਅਸੀਂ ਇਸ ਟਾਈਮ ਕੁਝ ਵੀ ਨਹੀਂ ਕਰ ਰਹੇ ਹੈਗੇ ਵੀ ਅਸੀਂ ਕੀ ਹਾਂ, ਅਸੀਂ ਕਿੱਥੋਂ ਨੂੰ ਬਿਲੋਂਗ ਕਰਦੇ ਹਾਂ, ਕਿਹੜੀ ਸਾਡੀ ਕੌਮ ਆ ਹੈ ਨਾ, ਜਾਂ ਕੀ ਸਾਡਾ ਇਤਿਹਾਸ ਰਿਹਾ। ਸੋ ਤੁਸੀਂ ਕਿਤਾਬਾਂ ਵੀ ਘਰੇ ਰੱਖੋਗੇ ਨਾ, ਤੁਸੀਂ ਉਹ ਵੀ ਸ਼ੋ ਆਫ ਲਈ ਰੱਖੋਗੇ ਕਿ ਇਹ ਸਾਡੇ ਬੱਚੇ ਪੜ੍ਹਦੇ ਹੀ ਨਹੀਂ, ਬੱਚੇ ਇੰਗਲਿਸ਼ ਨਾਵਲ ਪੜ੍ਹਦੇ ਨੇਗੇ ਹੈ ਨਾ। ਤੁਸੀਂ ਨਿਆਣਿਆਂ ਨੂੰ ਇੰਟਰੋਡਿਊਸ ਕਰੋਗੇ ਚੀਜ਼ਾਂ ਦੇ ਨਾਲ ਤਾਂ ਉਹ ਪੜ੍ਹਨਗੇ ਹੀ, ਤੁਸੀਂ ਉਹਨਾਂ ਨੂੰ ਕਦੇ ਦੱਸਿਆ ਹੋਊਗਾ ਤਾਂ ਉਹ ਪੜ੍ਹਨਗੇ ਜਾਂ ਸੁਣਨਗੇ ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਸਾਡੇ ਘਰਾਂ ਦੇ ਵਿੱਚ ਵੀ ਸਾਡੀ ਪਛਾਣ ਦੇ ਚਿੰਨ੍ਹ ਜ਼ਰੂਰ ਹੋਣੇ ਚਾਹੀਦੇ ਨੇ ਹੈ ਨਾ। ਮਹਾਰਾਜਾ ਰਣਜੀਤ ਸਿੰਘ ਹੋਰੀ ਜਾਂ ਫਿਰ ਸਾਡੇ ਜਿੰਨੇ ਵੀ ਸ਼ਹੀਦ ਹੋਏ ਨੇ ਜਾਂ ਜਿਨ੍ਹਾਂ ਨੇ ਦੇਸ਼ ਦੀ ਕੁਰਬਾਨੀ ਲਈ ਸਾਡੇ ਲਈ ਸ਼ਹਾਦਤਾਂ ਦਿੱਤੀਆਂ ਨੇ ਹੈ ਨਾ, ਉਹਨਾਂ ਲੋਕਾਂ ਦਾ ਜ਼ਿਕਰ, ਉਹਨਾਂ ਲੋਕਾਂ ਦੇ ਨਿਸ਼ਾਨੀਆਂ ਸਾਡੇ ਘਰਾਂ 'ਚ ਹੋਣੀਆਂ ਬਹੁਤ ਜ਼ਰੂਰੀ ਨੇ। ਜਦੋਂ ਆਪਾਂ ਮੰਨ ਲਓ ਆਪਾਂ ਕਿਤੇ ਵੀ ਜਾਂਦੇ ਹਾਂ, ਜਦੋਂ ਆਪਾਂ ਕੋਈ ਚੀਜ਼ ਉਹ ਦੇਖਦੇ ਹਾਂ ਜਿਹੜੀ ਕਿ ਆਪਾਂ ਅੱਜ ਤੱਕ ਜ਼ਿੰਦਗੀ 'ਚ ਕਦੇ ਨਾ ਦੇਖੀ ਹੋਵੇ ਨਾ ਸੁਣੀ ਹੋਵੇ, ਆਪਣਾ ਧਿਆਨ ਉਸ ਚੀਜ਼ ਵੱਲ ਜਾਂਦਾ ਤੇ ਆਪਾਂ ਉਸ ਚੀਜ਼ 'ਤੇ ਸਵਾਲ ਕਰਦੇ ਹਾਂ ਨਾ। ਕੱਲ੍ਹ ਨੂੰ ਸਾਡੇ ਘਰਾਂ ਦੇ ਵਿੱਚ ਜਦੋਂ ਕਰਤਾਰ ਸਿੰਘ ਸਰਾਭੇ ਜਾਂ ਕਿਸੇ ਵੀ ਜਰਨੈਲ ਦੀ ਫੋਟੋ ਲੱਗੀ ਹੋਊਗੀ ਤਾਂ ਬੱਚਿਆਂ ਨੂੰ ਪਤਾ ਹੋਊਗਾ ਕਿ ਇਹ ਕੋਈ ਬਹੁਤ ਇੰਪੋਰਟੈਂਟ ਪਰਸਨ ਆ ਜਿਹਨੂੰ ਸਾਡੇ ਘਰ ਦੇ ਵਿੱਚ ਮਤਲਬ ਇੰਨਾ ਮਹੱਤਵ ਦਿੱਤਾ ਗਿਆ, ਤਾਂ ਉਹ ਉਸ ਪਰਸਨ ਬਾਰੇ ਜਾਣਨ ਦੀ, ਖੋਜ ਕਰਨ ਦੀ ਜ਼ਰੂਰ ਸੋਚੂਗਾ ਹੈ ਨਾ। ਸੋ ਮੈਨੂੰ ਲੱਗਦਾ ਹੁੰਦਾ ਕਿ ਅਸਲ 'ਚ ਆਪਾਂ ਕਿਸੇ ਤੋਂ ਨਹੀਂ, ਅਸਲ 'ਚ ਪਹਿਲਾਂ ਆਪਾਂ ਆਪ 'ਤੇ ਹੀ ਕੰਮ ਕਰੀਏ ਹੈ ਨਾ। ਇਹ ਸੱਚੀਆਂ ਹੀ ਗੱਲਾਂ ਨੇ। ਦੇਖੋ ਹੁਣ ਨਾ ਮਤਲਬ ਆਪਾਂ ਹਮੇਸ਼ਾ ਕਹਿ ਦਿੰਦੇ ਹਾਂ ਵੀ ਤੁਸੀਂ ਜੇ ਅੱਗੇ ਵਧੋ, ਤੁਸੀਂ ਬੱਚੇ ਨੂੰ ਵੀ ਆਪਾਂ ਕਹਿੰਦੇ ਤੇਰਾ ਫਲਾਣੇ ਨਾਲ ਕੰਪੀਟੀਸ਼ਨ ਆ, ਤੂੰ ਫਸਟ ਆਉਣਾ ਕਲਾਸ 'ਚ ਹੈ ਨਾ। ਤੇ ਮੈਨੂੰ ਪਤਾ ਵੀ ਬਹੁਤ ਕੁਝ ਮੇਰੇ 'ਚ ਮੇਰੇ ਬਜ਼ੁਰਗਾਂ ਵਰਗਾ ਨਹੀਂ ਰਿਹਾ ਹੈ ਨਾ, ਤੇ ਤੀਜੀ ਪੀੜ੍ਹੀ 'ਚ ਤਾਂ ਉਹ ਬਿਲਕੁਲ ਹੀ ਨਹੀਂ ਜਾਊਗਾ ਹੈ ਨਾ। ਇੱਕ ਮਤਲਬ ਆਪਾਂ ਆਮ ਹੀ ਘਰਾਂ 'ਚ ਗੱਲ ਕਹਿੰਦੇ ਹੁੰਦੇ ਹਾਂ ਵੀ ਜਿਹੜਾ ਬੰਦਾ ਆਪਣੀ ਮਾਂ ਤੋਂ ਮੁਨਕਰ ਹੋ ਜੇ ਹੈ ਨਾ, ਉਹਨੂੰ ਬਰਕਤ ਦੀ ਅਸੀਸ ਦੇਣ ਵਾਲਾ ਕੋਈ ਨਹੀਂ ਰਹਿੰਦਾ ਹੈ ਨਾ। ਤੇ ਜਿੱਥੋਂ ਅਸੀਂ ਆਏ ਹਾਂ, ਜਿੱਥੇ ਸਾਡੇ ਮਤਲਬ ਸਾਨੂੰ ਦੱਸਦੇ ਨੇ ਵੀ ਹਾਂ ਤੁਹਾਡੀ ਪੈਦਾਇਸ਼ ਇਹ ਆ ਹੈ ਨਾ, ਤੁਹਾਡਾ ਖਾਨਦਾਨ ਇਹ, ਆਪਾਂ ਖਾਨਦਾਨ ਦੀਆਂ ਗੱਲਾਂ ਕਰਦੇ ਹਾਂ, ਤੁਹਾਡੀ ਕੌਮ ਇਹ ਆ, ਤੁਹਾਨੂੰ ਕਦੀ ਲੱਗਦਾ ਵੀ ਅਸੀਂ ਉਸ ਚੀਜ਼ 'ਤੇ ਫਖਰ ਮਹਿਸੂਸ ਕਰਦੇ ਹਾਂ? ਅਸੀਂ ਅੱਜ ਕਿਸੇ ਸਰਕਾਰੀ ਦਫ਼ਤਰ 'ਚ ਪੰਜਾਬੀ ਪਹਿਰਾਵਾ ਪਾਉਣਾ ਮਤਲਬ ਪਾ ਕੇ ਜਾਣਾ ਇਨਸਲਟਿੰਗ ਮਹਿਸੂਸ ਕਰਦੇ ਹਾਂ ਹੈ ਨਾ। ਅਸੀਂ ਬੱਸ 'ਚ ਪੰਜਾਬੀ ਬੋਲਣੀ ਬੁਰੀ ਮਹਿਸੂਸ ਕਰਦੇ ਹਾਂ। ਅਸੀਂ ਬੱਚੇ ਦੇ ਸਕੂਲ ਮੀਟਿੰਗ 'ਤੇ ਜਾਂਦੇ ਹਾਂ, ਅਸੀਂ ਉੱਥੇ ਸਾਨੂੰ ਲੱਗਦਾ ਯਾਰ ਨਹੀਂ
ਇਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਇੱਕ ਪੜ੍ਹਿਆ ਲਿਖਿਆ ਮਾਂ-ਬਾਪ ਆ, ਹੈ ਨਾ। ਪੜ੍ਹੇ ਲਿਖੇ ਦਾ ਪੰਜਾਬੀ ਬੋਲਣਾ ਇਨਸਲਟਿੰਗ ਆ, ਇਹ ਕਿਹਨੇ ਤੈਅ ਕੀਤਾ? ਇੱਕ ਦਿਨ ਇੱਕ ਬਹੁਤ ਵੱਡੇ ਲੇਖਕ ਨੇ, ਉਹਨਾਂ ਨੇ ਲਿਖਿਆ ਹੋਇਆ ਸੀ ਕਿ ਜੇ ਤੁਹਾਨੂੰ ਲੱਗਦਾ ਕਿ ਇੰਟੈਲੈਕਚੁਅਲ ਲੋਕ ਸਿਰਫ ਉਹੀ ਹੁੰਦੇ ਨੇ ਜਿਹੜੇ ਵੈਸਟਰਨ ਪਾਉਂਦੇ ਆ, ਵੈਸਟਰਨ ਤਰੀਕੇ ਦਾ ਹੀ ਖਾਂਦੇ ਆ ਤੇ ਉਸੇ ਤਰੀਕੇ ਨਾਲ ਬੋਲਦੇ ਆ, ਤਾਂ ਇਹਦਾ ਮਤਲਬ ਤੁਸੀਂ ਪੰਜਾਬ ਦੇ 80% ਲੋਕਾਂ ਨੂੰ ਉਸ ਚੀਜ਼ ਚੋਂ ਬਾਹਰ ਕਰ ਰਹੇ ਹੋ ਕਿ ਉਹਨਾਂ ਨੂੰ ਤਾਂ ਕੋਈ ਅਕਲ ਲਿਆਕਤ ਹੀ ਨਹੀਂ, ਹੈ ਨਾ। ਅਨਪ੍ਰੋਫੈਸ਼ਨਲ ਆਪਾਂ ਕਹਿੰਦੇ ਆ, ਇਹ ਪਹਿਰਾਵਾ ਤਾਂ ਅਨਪ੍ਰੋਫੈਸ਼ਨਲ ਆ। ਬਿਲਕੁਲ। ਜਦ ਕਿ ਆਪਾਂ ਖੁਦ ਇਹਨਾਂ ਚੀਜ਼ਾਂ ਦੇ ਐਕਸਪੀਰੀਅੰਸ ਕੀਤੇ ਨੇ ਕਿ ਪੰਜਾਬ 'ਚ ਉਹਨਾਂ ਸਕੂਲਾਂ 'ਚ ਪੜ੍ਹੇ ਹੋਏ ਨਿਆਣੇ ਜਿੱਥੇ ਭਾਵੇਂ 20,000 ਮਹੀਨੇ ਦੀ ਫੀਸ ਹੋਵੇ, ਉਹਨਾਂ ਨਾਲੋਂ ਜ਼ਿਆਦਾ ਅਕਲਮੰਦ ਉਹ ਨਿਆਣੇ ਹੁੰਦੇ ਨੇ ਜਿਹੜੇ ਆਮ ਘਰਾਂ 'ਚ ਪਲੇ ਬੜੇ ਨੇ। ਤੁਹਾਨੂੰ ਤਹਿਜੀਬ ਨਾਲ ਮਤਲਬ ਘਰ ਆਏ ਨੂੰ ਉਹ ਬੱਚੇ ਬੁਲਾਉਂਦੇ ਨੇ, ਹੈ ਨਾ। ਤਾਂ ਇੱਥੋਂ ਤੁਸੀਂ ਹਿਸਾਬ ਲਾ ਲਓ ਕਿ ਇਕਨੋਮਿਕ ਗਰੋਥ ਦੇ ਪਿੱਛੇ ਭੱਜਣਾ ਤੁਹਾਨੂੰ ਕਿੰਨਾ ਜ਼ਿਆਦਾ ਡੈਮੇਜ ਕਰ ਰਿਹਾ, ਹੈ ਨਾ। ਅਤੇ ਸਾਰੀ ਚੀਜ਼ ਜਿਵੇਂ ਤੁਸੀਂ ਕਿਹਾ ਹੁੰਦੀ ਸਿਰਫ ਸਕੂਲਾਂ ਕਾਲਜਾਂ 'ਚੋਂ ਹੀ ਸ਼ੁਰੂ ਆ। ਪਿੱਛੇ ਜੇ ਯੂਨੀਵਰਸਿਟੀਆਂ 'ਚ ਬਹੁਤ ਰੌਲਾ ਪਿਆ ਸੀਗਾ ਕਿ ਮਤਲਬ ਜਿਹੜੇ ਅਧਿਆਪਕ ਹੁੰਦੇ ਆ ਜਾਂ ਸਕੂਲਾਂ 'ਚ ਵੀ ਇਹ ਚੀਜ਼ ਵੀ ਉਹ ਜੁਰਮਾਨੇ ਲਾਉਂਦੇ ਆ ਵੀ ਤੁਸੀਂ ਪੰਜਾਬੀ ਨਹੀਂ ਬੋਲਣੀ, ਹੈ ਨਾ। ਅਤੇ ਉਹ ਨਿਆਣਿਆਂ ਨੂੰ ਕਹਿੰਦੇ ਨੇ ਵੀ ਜਦੋਂ ਵੀ ਕੋਈ ਵੀ ਮਤਲਬ ਸਕੂਲ ਦਾ ਜਾਂ ਕਾਲਜ ਦਾ ਈਵੈਂਟ ਹੁੰਦਾ ਤਾਂ ਤੁਸੀਂ ਇਹੋ ਜਿਹੀਆਂ ਡਰੈਸਿਸ ਪਾ ਕੇ ਨਾ ਆਓ, ਤੁਸੀਂ ਪੰਜਾਬੀ ਪਹਿਰਾਵਾ ਨਾ ਪਾਓ, ਹੈ ਨਾ। ਅਤੇ ਉਹ ਚੀਜ਼ਾਂ ਜਿਨ੍ਹਾਂ ਨੇ ਦੱਸਣਾ ਹੈ, ਜਿਨ੍ਹਾਂ ਨੇ ਸਿਖਾਉਣਾ, ਜਿਨ੍ਹਾਂ 'ਤੇ ਤੁਸੀਂ ਫੀਸਾਂ ਭਰਦੇ ਹੋ, ਭਰੋਸਾ ਕਰਦੇ ਹੋ, ਜਦੋਂ ਉਹੀ ਨਹੀਂ ਦੱਸ ਰਹੇ, ਹੈ ਨਾ, ਤਾਂ ਹੋਰ ਤੁਹਾਡੇ ਅੰਦਰ ਉਹ ਚੀਜ਼ਾਂ ਕੌਣ ਭਰੂਗਾ? ਮੈਨੂੰ ਨਹੀਂ ਯਾਦ ਵੀ ਮੇਰੇ ਸਕੂਲ ਵੀ ਕਦੀ ਦੱਸਿਆ ਹੋਵੇ ਜਾਂ ਜਿਸ ਕਾਲਜ 'ਚ ਮੈਂ ਪੜ੍ਹੀ ਹਾਂ ਉੱਥੇ ਵੀ ਕਦੀ ਮੈਨੂੰ ਦੱਸਿਆ ਹੋਵੇ, ਹੈ ਨਾ। ਸਕੂਲ 'ਚ ਇੱਕ ਪ੍ਰਾਰਥਨਾ ਸਭਾ ਹੁੰਦੀ ਆ, ਉੱਥੇ ਬਹੁਤ ਜ਼ਿਆਦਾ ਨਿਆਣੇ ਨੇ ਜਿਹੜੇ, ਹੈ ਨਾ, ਸਵੇਰ ਦੀ ਜਦੋਂ ਆਪਾਂ ਵੀ ਸ਼ਬਦ ਗਾਉਂਦੇ ਹੁੰਦੇ ਸੀ, ਉੱਥੇ ਕਿਸੇ ਬੱਚੇ ਨੂੰ ਇਹ ਨਹੀਂ ਸੀ ਕਿਸੇ ਅਧਿਆਪਕ ਵੱਲੋਂ ਦੱਸਿਆ ਜਾਂਦਾ ਵੀ ਸਿਰ ਕੱਜਣ ਦੀ ਕੀ ਮਹੱਤਤਾ ਇਸ ਵਕਤ, ਹੈ ਨਾ। ਕਦੀ ਤੁਹਾਨੂੰ ਇਹ ਚੀਜ਼ ਸਿਖਾਈ ਗਈ? ਤੁਹਾਡੀ ਮਾਂ ਜਦੋਂ ਤੁਹਾਨੂੰ ਗੁਰਦੁਆਰਾ ਸਾਹਿਬ ਲੈ ਕੇ ਜਾਂਦੀ ਆ ਉਂਗਲ ਫੜ ਕੇ, ਉਹ ਤੁਹਾਨੂੰ ਦੱਸੂਗੀ ਵੀ ਉੱਥੇ ਸਿਰ ਢੱਕ ਕੇ ਜਾਣਾ, ਹੈ ਨਾ। ਕਦੀ ਕਿਸੇ ਸਕੂਲ ਨੇ ਤੁਹਾਨੂੰ ਦੱਸਿਆ? ਅਤੇ ਇਸ ਦੌੜ 'ਚੋਂ ਸੱਚੀ ਬਾਹਰ ਆਉਣਾ ਚਾਹੀਦਾ। ਜਦੋਂ ਆਪਾਂ ਕਰਤਾਰ ਸਿੰਘ ਸਰਾਭਾ ਹੋਣਾ ਦੇ ਘਰ ਗਏ ਸੀ ਤਾਂ ਤੁਹਾਨੂੰ ਪਤਾ ਵੀ ਆਪਣਾ 2 ਦਿਨ ਆਪਣਾ ਮਾਹੌਲ ਮਨ ਦਾ ਕਿਵੇਂ ਸੀਗਾ, ਹੈ ਨਾ। ਉਸ ਤੋਂ ਬਾਅਦ ਆਪਾਂ ਸ਼ਹੀਦ ਭਗਤ ਸਿੰਘ ਹੋਣਾ ਦੇ ਘਰੇ ਗਏ, ਉਸ ਵਕਤ ਸਾਡਾ ਮਾਹੌਲ ਕਿਵੇਂ ਸੀਗਾ, ਹੈ ਨਾ। ਤਾਂ ਉਹ ਚੀਜ਼ਾਂ ਮਾਹੌਲ ਕਦੀ ਕਦੀ ਜਿਹੜੇ ਆਉਂਦੇ ਨੇ ਉਹ ਇਸੇ ਲਈ ਆਉਂਦੇ ਨੇ ਕਿਉਂਕਿ ਅਸੀਂ ਲਗਾਤਾਰ ਉਹਨਾਂ ਚੀਜ਼ਾਂ 'ਚ ਨਹੀਂ ਜਾਂਦੇ, ਹੈ ਨਾ। ਆਪਾਂ ਜਿਵੇਂ ਕਹਿੰਦੇ ਹੁੰਦੇ ਕਿ ਜਦੋਂ ਮਾਂ ਦਿਵਸ ਆ, ਸਾਰਿਆਂ ਦੀਆਂ ਮਾਵਾਂ ਦੀਆਂ ਫੋਟੋਆਂ ਦੇਖ ਲੈਂਦੇ ਹਾਂ, ਹੈ ਨਾ। ਉਹਨਾਂ ਮਾਵਾਂ ਨੇ ਸਦਾ ਹੀ ਤੁਹਾਡੇ ਲਈ ਸਭ ਕੁਛ ਕੀਤਾ ਹੁੰਦਾ ਅਤੇ ਉਹਨਾਂ ਦੀ ਅਹਿਮੀਅਤ ਹਰ ਰੋਜ਼ ਤੁਹਾਡੀ ਜ਼ਿੰਦਗੀ 'ਚ ਓਨੀ ਹੋਣੀ ਚਾਹੀਦੀ ਆ। ਤੁਹਾਡੀ ਕੌਮ ਕੀ ਆ ਉਹਨੂੰ ਸਿਰਫ ਉਸ ਦਿਨ ਨਾ ਯਾਦ ਕਰੋ ਜਿਸ ਦਿਨ ਕਿਸੇ ਵੱਡੇ ਜਰਨੈਲ ਦੀ ਬਰਸੀ ਆਉਂਦੀ ਆ ਜਾਂ ਫਿਰ ਉਹਦਾ ਜਨਮ ਦਿਹਾੜਾ ਹੁੰਦਾ। ਤੁਹਾਨੂੰ ਹਰ ਪਲ ਯਾਦ ਆਉਣਾ ਚਾਹੀਦਾ ਵੀ ਤੁਸੀਂ ਕਿਸ ਕੌਮ 'ਚੋਂ, ਤੁਹਾਡੀ ਕੌਮ ਬਾਰੇ ਦੁਨੀਆ ਕੀ ਸੋਚਦੀ ਆ ਅਤੇ ਤੁਸੀਂ ਉਹਨੂੰ ਕਿਵੇਂ ਪ੍ਰਜੈਂਟ ਕਰਨਾ, ਹੈ ਨਾ। ਇੱਕ ਵਾਰੀ ਨਾ ਸਾਡੇ ਕਾਲਜ ਇਲੈਕਸ਼ਨ ਹੋ ਰਹੇ ਸੀਗੇ ਅਤੇ ਮੈਂ ਉਸ ਇਲੈਕਸ਼ਨ 'ਚ ਪਾਰਟੀਸਪੇਟ ਕੀਤਾ, ਹੈ ਨਾ। ਅਤੇ ਬਹੁਤ ਸਾਰੀਆਂ ਕੁੜੀਆਂ ਜਿਵੇਂ ਉਸ ਉਮਰ 'ਚ ਆਪਾਂ ਜਦੋਂ ਹੁੰਦੇ ਹਾਂ ਨਾ, ਆਪਾਂ ਨੂੰ ਵੀ ਹੁੰਦਾ ਵੀ ਫਨ ਕਰੀਏ, ਸਟੇਜਾਂ 'ਤੇ ਜਾ ਕੇ ਵੱਧ ਚੜ੍ਹ ਕੇ ਬੋਲੀਏ। ਤਾਂ ਮੈਂ ਜਦੋਂ ਸਟੇਜ 'ਤੇ ਗਈ ਤਾਂ ਮੈਂ ਇੱਕ ਲੈਕਚਰ ਦਿੱਤਾ, ਸਿਰਫ ਇੰਨੀ ਗੱਲ ਕਹੀ ਕਿ ਮਤਲਬ ਤੁਸੀਂ ਇਸ ਕਾਲਜ ਨੂੰ ਪ੍ਰੈਜ਼ੈਂਟ ਕਰਨਾ, ਹੈ ਨਾ। ਜਿਵੇਂ ਤੁਸੀਂ ਇਸ ਸਟੇਜ 'ਤੇ ਬੋਲੋਗੇ ਆ ਕੇ ਤਾਂ ਬਾਹਰ ਜਿਹੜੇ ਲੋਕ ਨੇ ਉਹ ਇਹੀ ਸੋਚਣਗੇ ਕਿ ਇਸ ਕਾਲਜ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਇਸ ਤਰੀਕੇ ਨਾਲ ਸੋਚਦੀਆਂ ਨੇ, ਹੈ ਨਾ। ਕਿ ਤੁਹਾਡੀ ਸਮਝ ਹੋਣੀ ਚਾਹੀਦੀ ਹੈ ਇਸ ਸਟੇਜ 'ਤੇ ਖੜ੍ਹਨ ਵਾਲੀ ਅਤੇ ਇਸ ਕਾਲਜ ਨੂੰ ਪ੍ਰੈਜ਼ੈਂਟ ਕਰਨ ਵਾਲੀ। ਤਾਂ ਮੈਨੂੰ ਪਤਾ ਕਿ ਉਸ ਸਾਲ ਮੈਂ ਬਿਨਾਂ ਇਲੈਕਸ਼ਨ ਤੋਂ ਜਿੱਤੀ ਸੀਗੀ, ਹੈ ਨਾ। ਇਹ ਮਤਲਬ ਅੱਜ ਤੱਕ ਵੀ ਜਿਹੜੇ ਮੇਰੇ ਟੀਚਰ ਮੇਰੇ ਨਾਲ ਨੇ, ਮੇਰੇ ਨਾਲ ਹੁਣ ਤੱਕ ਵੀ ਜੁੜੇ ਹੋਏ ਨੇ, ਉਹਨਾਂ ਨੂੰ ਇਹ ਚੀਜ਼ ਪਤਾ। ਤੁਹਾਡੀ ਕੌਮ ਨੂੰ ਤੁਸੀਂ ਖੁਦ ਪ੍ਰੈਜ਼ੈਂਟ ਕਰਦੇ ਹੋ। ਮੈਨੂੰ ਦੇਖ ਕੇ ਕੋਈ ਕਵੇ ਵੀ ਹਾਂ ਇਹ ਇਹੋ ਜਿਹੇ ਖਾਨਦਾਨ 'ਚੋਂ ਹੋਊਗੀ, ਇਹ ਇਹੋ ਜਿਹੇ ਟੱਬਰ 'ਚ ਜੰਮੀ ਹੋਊਗੀ ਨਾ। ਮੈਨੂੰ ਬੋਲ ਕੇ ਦੱਸਣਾ ਪਵੇ ਵੀ ਹਾਂ ਮੈਂ ਫਲਾਣਿਆਂ ਦੀ ਧੀ ਹਾਂ ਅਤੇ ਮੈਂ ਫਲਾਣੇ ਖਾਨਦਾਨ 'ਚੋਂ, ਤਾਂ ਸੱਚੀ ਫਿਰ ਉਹ ਚੀਜ਼ ਮੇਰੇ ਲਈ ਸ਼ਰਮਨਾਕ ਆ। ਆਪਾਂ ਨਾ ਅਕਸਰ ਕਹਿ ਦਿੰਦੇ ਹਾਂ ਭੈਣੇ ਵੀ ਅੱਜ ਕੱਲ੍ਹ ਲੋਕਾਂ ਨੂੰ ਪਤਾ ਨਹੀਂ ਕੀ ਹੋਇਆ, ਅੱਜ ਕੱਲ੍ਹ ਪਤਾ ਨਹੀਂ ਲੋਕ ਕਿਉਂ ਜਿਹੇ ਹੁੰਦੇ ਜਾ ਰਹੇ ਆ, ਹੈ ਨਾ। ਪਰ ਆਪਾਂ ਕਦੇ ਵੀ ਉਹਨਾਂ ਕਾਰਨਾਂ ਨੂੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦੇ ਵੀ ਕਿਉਂ ਹੁੰਦੇ ਜਾ ਰਹੇ ਆ, ਹੈ ਨਾ। ਜਿਵੇਂ ਸਕੂਲਾਂ ਕਾਲਜਾਂ ਦੇ ਵਿੱਚ ਮੈਨੂੰ ਤਾਂ ਲੱਗਦਾ ਨਹੀਂ ਗਾ ਕਿ ਸਾਨੂੰ ਅਰਦਾਸ ਦੀ ਜਾਂ ਗੁਰੂ ਕੀ ਹੁੰਦਾ, ਵਿਸ਼ਵਾਸ ਕੀ ਹੁੰਦਾ, ਇਹਨਾਂ ਚੀਜ਼ਾਂ ਬਾਰੇ ਕਦੇ ਸਮਝਾਇਆ ਜਾਂਦਾ। ਚਲੋ ਉਹ ਵੀ ਗੱਲ ਬਹੁਤ ਦੂਰ ਦੀ ਗਈ ਆ, ਆਪਾਂ ਘਰ 'ਚ ਵੀ ਕਦੇ ਸ਼ੁਕਰਾਨੇ ਬਾਰੇ ਗੱਲ ਨਹੀਂ ਕਰਦੇ ਹੈਗੇ, ਹੈ ਨਾ, ਜਿਹੜਾ ਕਿ ਸਾਡੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਆ। ਜਦੋਂ ਆਪਾਂ ਗੱਲ ਕਰਦੇ ਹਾਂ ਵੀ ਲੋਕਾਂ ਨੂੰ ਪਤਾ ਨਹੀਂ ਕੀ ਹੋ ਗਿਆ, ਲੋਕ ਪਤਾ ਨਹੀਂ ਕਿਉਂ ਜਿਹੇ ਹੁੰਦੇ ਜਾ ਰਹੇ ਆ। ਹੁਣ ਤੁਸੀਂ ਇਹ ਦੇਖੋ ਵੀ ਜਿੱਥੇ ਤੁਸੀਂ ਮਤਲਬ 4 ਜਣੇ ਬੈਠੇ ਹੋਵੋਗੇ, ਤੁਸੀਂ ਉੱਥੇ ਬੈਠ ਕੇ ਨਾ ਕੋਈ ਇਤਿਹਾਸ ਦੀ ਗੱਲ ਕਰਨ ਲੱਗ ਜਾਓ, ਤੁਹਾਨੂੰ ਪਤਾ ਸਾਰੇ ਤੁਹਾਡੇ ਤੋਂ ਮਤਲਬ ਕਤਰਾਉਣ ਦੇ ਲੱਗ ਜਾਂਦੇ ਨੇ ਵੀ ਇਹਨੇ ਕੀ ਸੀਰੀਅਸ ਜਿਹੀਆਂ ਗੱਲਾਂ ਸ਼ੁਰੂ ਕਰ ਲਈਆਂ। ਤੁਸੀਂ ਜਦੋਂ ਬੋਲੀ ਪ੍ਰਤੀ ਫਿਕਰਮੰਦ ਹੋ ਕੇ ਕੋਈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ, ਕਹਿੰਦਾ ਚੱਲ ਛੱਡ, ਇੰਨਾ ਨਹੀਂ ਸੋਚੀਦਾ, ਇੰਨਾ ਵੀ ਫਿਕਰ ਨਹੀਂ ਕਰੀਦਾ, ਜਾਂ ਮਾਹੌਲ ਇੰਨਾ ਵੀ ਖਰਾਬ ਨਹੀਂ ਜਿੰਨਾ ਤੁਹਾਨੂੰ ਲੱਗ ਰਿਹਾ ਜਾਂ ਜਿੰਨੀ ਤੁਸੀਂ ਇਸ ਟਾਈਮ ਸੀਰੀਅਸ ਹੋ ਗਏ ਹੋ, ਹੈ ਨਾ।
ਕਿਉਂਕਿ ਸਾਡੀ ਸੋਚ ਨੂੰ ਬਹੁਤ ਹੌਲਾ ਕਰਨ ਦੇ ਲਈ ਬਹੁਤ ਸਾਰੇ ਸਾਧਨ ਆ ਚੁੱਕੇ ਨੇ। ਜਿਵੇਂ ਆਪਾਂ ਬਲੌਗਸ ਦੀ ਗੱਲ ਕਰਦੇ ਹਾਂ, ਹੈ ਨਾ, ਮੈਨੂੰ ਲੱਗਦਾ ਅੱਜ ਕੱਲ੍ਹ ਨਾ ਆਪਾਂ ਨੂੰ ਕਿਰਦਾਰਾਂ ਨਾਲੋਂ ਆਪਾਂ ਨੂੰ ਹੁੰਦਾ ਸੀਗਾ ਵੀ ਜਦੋਂ ਆਪਾਂ ਨੂੰ ਕਈ ਵਾਰ ਘਰੋਂ ਚ ਨਾ ਵੀ ਯਾਦ ਰੱਖਣਾ ਤੁਸੀਂ ਕਿਹੜੇ ਘਰ ਦੇ ਧੀ ਪੁੱਤ ਹੋ ਤੁਸੀਂ, ਹੈ ਨਾ, ਪਰ ਮੈਨੂੰ ਲੱਗਦਾ ਵੀ ਅੱਜ ਤਾਂ ਨਾ ਕੋਈ ਸਾਨੂੰ ਉਹ ਚੀਜ਼ ਕਹਿਣ ਵਾਲਾ ਰਿਹਾ ਕਿ ਤੁਸੀਂ ਕਿਸ ਘਰ ਦੇ ਧੀ ਪੁੱਤ ਹੋ, ਹੈ ਨਾ, ਇਹ ਯਾਦ ਰੱਖਣਾ, ਤੁਹਾਡੇ ਪਿਓ ਦਾਦੇ ਦਾ ਨਾਮ ਯਾਦ ਰੱਖਣਾ ਵਾ ਹਮੇਸ਼ਾ, ਤੇ ਨਾ ਹੀ ਮੈਨੂੰ ਲੱਗਦਾ ਵੀ ਕੋਈ ਸੁਣਨ ਵਾਲਾ ਹੀ ਆ, ਹੈ ਨਾ। ਸਾਰਿਆਂ ਨੂੰ ਲੱਗਦਾ ਕਿ ਸ਼ਾਇਦ ਇਹ ਜਿਹੜੀ ਚੀਜ਼ ਆ ਉਹ ਸਾਡੇ ਕਿਤੇ ਨਾ ਕਿਤੇ ਸਾਡੀ ਗਰੋਥ 'ਚ ਜਾਂ ਸਾਡੇ ਰਾਹ 'ਚ ਰੁਕਾਵਟ ਆ, ਵੀ ਜਦੋਂ ਸਾਨੂੰ ਇਹ ਯਾਦ ਰੱਖਣਾ ਪਵੇ ਵੀ ਅਸੀਂ ਕਿਸ ਘਰ ਦੇ ਧੀ ਪੁੱਤ, ਕਿਉਂਕਿ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਕਰਨ ਤੋਂ ਵਰਜਦੀ ਆ ਉਹ ਚੀਜ਼। ਜਦੋਂ ਤੁਸੀਂ ਇਹ ਯਾਦ ਕਰਦੇ ਹੋ ਨਾ ਵੀ ਆਹ ਚੀਜ਼ ਮੈਂ ਕਰਾਂ ਕਿ ਨਾ ਕਰਾਂ, ਵੀ ਇਹਦੇ 'ਚ ਮੇਰੇ ਪਰਿਵਾਰ ਦਾ, ਮੇਰੇ ਪਿਓ ਦਾਦੇ ਦਾ ਨਾਂ ਜੁੜਿਆ ਹੋਊਗਾ, ਜਾਂ ਜੇ ਮੈਂ ਇਹ ਚੀਜ਼ ਕੀਤੀ ਤਾਂ ਮੇਰੇ ਇਹ ਕਰਨ ਦੇ ਨਾਲ ਮੇਰੇ ਪਰਿਵਾਰ ਦਾ ਨਾਂ ਖਰਾਬ ਹੋ ਸਕਦਾ ਵਾ, ਹੈ ਨਾ, ਤੁਸੀਂ ਉਹਨਾਂ ਚੀਜ਼ਾਂ ਨੂੰ ਚਾਹ ਕੇ ਵੀ ਨਹੀਂ ਕਰਦੇ ਹੈਗੇ, ਤੁਸੀਂ ਰੁਕ ਜਾਂਦੇ ਹੋ ਨਾ। ਹੁਣ ਸਾਡੇ 'ਚ ਇੰਨੀ ਕਪੈਸਿਟੀ ਹੋਈ ਨਹੀਂ ਰਹੀ ਹੈਗੀ ਕਿ ਅਸੀਂ ਆਪਦੇ ਮਨ ਨੂੰ ਕੰਟਰੋਲ ਕਰੀਏ, ਜਾਂ ਸਾਨੂੰ ਕੋਈ ਇਹ ਕਹਿ ਸਕੇ ਭਾਈ ਤੁਸੀਂ ਫਲਾਣੇ ਪਰਿਵਾਰ ਨੂੰ ਬਿਲੋਂਗ ਕਰਦੇ ਹੋ, ਫਲਾਣੇ ਪਰਿਵਾਰ ਨਾਲ ਤੁਸੀਂ ਸੰਬੰਧ ਰੱਖਦੇ ਹੋ, ਜਾਂ ਤੁਹਾਡੇ ਪਿਓ ਦਾਦੇ ਦਾ ਐਡਾ ਨਾਂ ਸੀਗਾ ਵੀ ਤੁਹਾਨੂੰ ਆਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਮੈਨੂੰ ਲੱਗਦਾ ਅੱਜ ਕੱਲ੍ਹ ਤਾਂ ਨਾ ਸਿਰਫ ਕਿਰਦਾਰ ਤੋਂ ਉੱਪਰ ਸਾਨੂੰ ਪੈਸਾ ਲੱਗਣ ਲੱਗ ਗਿਆ, ਹੈ ਨਾ। ਉਹਦੇ ਵਿੱਚ ਬਹੁਤ ਸਾਰੇ ਇੱਦਾਂ ਦੇ, ਮੈਂ ਨਹੀਂ ਕਹਿੰਦੀ ਵੀ ਚਲੋ ਹਰ ਇੱਕ ਦੀ ਆਪਣੀ ਸੋਚ ਹੁੰਦੀ, ਆਪਾਂ ਕਿਸੇ ਨੂੰ ਨਹੀਂ ਨਿੰਦਦੇ, ਬਹੁਤ ਸਾਰੇ ਬਲੌਗਸ ਤੁਸੀਂ ਇੱਦਾਂ ਦੇ ਦੇਖਦੇ ਹੋ ਵੀ ਜਿੱਥੇ ਤੁਹਾਨੂੰ ਲੱਗਦਾ ਵਾ ਵੀ ਇਹ ਘਰਦਿਆਂ ਦੇ ਸਾਹਮਣੇ ਐਂ ਕਿਵੇਂ ਕਰ ਲੈਂਦੇ ਨੇ, ਜਾਂ ਇਹ ਘਰਦਿਆਂ ਦੇ ਸਾਹਮਣੇ ਐਂ ਜਿਹੀ ਵੀਡੀਓਜ਼ ਕਿਵੇਂ ਬਣਾ ਲੈਂਦੇ ਨੇ, ਹੈ ਨਾ। ਕਈ ਵਾਰ ਤੁਹਾਨੂੰ ਦੇਖਦਿਆਂ ਹੋਇਆਂ ਵੀ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਇਹ ਇਹਨਾਂ ਨੇ ਕਿਵੇਂ ਕਰ ਲਿਆ, ਹੈ ਨਾ। ਤਾਂ ਮੈਨੂੰ ਲੱਗਦਾ ਹੁੰਦਾ ਕਿ ਸ਼ਾਇਦ ਸਾਨੂੰ ਆਪਣਾ ਕਿਰਦਾਰ ਮਤਲਬ ਕੀ ਹੈ ਕੀ ਨਹੀਂ ਹੈ, ਕਿਹੜੇ ਘਰਾਂ ਨੂੰ ਤੁਸੀਂ ਬਿਲੋਂਗ ਕਰਦੇ ਹੋ ਜਾਂ ਕਿਸ ਕਮਿਊਨਿਟੀ ਨੂੰ ਤੁਸੀਂ ਬਿਲੋਂਗ ਕਰਦੇ ਹੋ, ਉਹ ਚੀਜ਼ਾਂ ਸਾਨੂੰ ਸੋਚਣ ਹੀ ਨਹੀਂ ਦਿੱਤੀਆਂ ਜਾਂਦੀਆਂ, ਜਾਂ ਉਹਨਾਂ ਚੀਜ਼ਾਂ ਬਾਰੇ ਅਸੀਂ ਸੋਚਣਾ ਹੀ ਨਹੀਂ ਚਾਹੁੰਦੇ ਹੈਗੇ, ਹੈ ਨਾ। ਹੁਣ ਤੁਸੀਂ ਇਹ ਦੇਖ ਲਓ ਵੀ ਮੰਨ ਲਓ ਵੀ ਅੱਜ ਕੋਈ ਜਹਾਨਤ ਹੋ ਗਿਆ, ਕਿਸੇ ਦੇ ਮਰਨ ਦੀ ਮਤਲਬ ਕਿਸੇ ਦਾ ਮਰਨਾ ਵੀ ਸਿਰਫ ਸਾਡੇ ਲਈ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਜਾਂ ਇੱਕ ਪੋਸਟ ਬਣ ਗਈ ਆ, ਜਾਂ ਸਾਡੇ ਲਈ ਇੱਕ ਖਬਰ ਬਣ ਗਈ ਆ, ਹੈ ਨਾ। ਮੈਨੂੰ ਲੱਗਦਾ ਹੁੰਦਾ ਵੀ ਜਦੋਂ ਕੋਈ ਜਾਂਦਾ ਹੁੰਦਾ ਨਾ ਦੁਨੀਆ ਤੋਂ ਜਾਂਦਾ ਵਾ, ਚਲੋ ਆਪਾਂ ਵੀ ਬਹੁਤ ਸਾਰੇ ਲੋਕਾਂ ਦੇ ਜਾਣ 'ਤੇ ਉਸ ਤਰੀਕੇ ਨਾਲ ਰਿਐਕਟ ਨਹੀਂ ਕਰਦੇ ਹੈਗੇ, ਹੈ ਨਾ, ਪਰ ਜਿੱਥੇ ਤੁਹਾਨੂੰ ਚਾਹੇ ਤੁਸੀਂ ਉਹਦੇ ਨਾਲ ਜੁੜਿਆ ਮਹਿਸੂਸ ਕਰੋ ਚਾਹੇ ਨਾ ਕਰੋ, ਪਰ ਜਦੋਂ ਤੁਸੀਂ ਦੇਖਦੇ ਹੋ ਵੀ ਦੁਨੀਆ ਦੀ ਬਹੁਤੀ ਆਬਾਦੀ ਉਸ ਬੰਦੇ ਲਈ ਰੋ ਰਹੀ ਆ ਜਾਂ ਉਸ ਦੇ ਜਾਣ 'ਤੇ ਉਦਾਸ ਆ, ਹੈ ਨਾ, ਚਾਹੇ ਤੁਸੀਂ ਉਦਾਸ ਮਹਿਸੂਸ ਕਰ ਰਹੇ ਹੋ ਚਾਹੇ ਨਹੀਂ, ਚਾਹੇ ਤੁਸੀਂ ਤੁਹਾਡਾ ਕੋਈ ਉਹਦੇ ਨਾਲ ਕੁਝ ਜੁੜਿਆ ਸੀ ਚਾਹੇ ਨਹੀਂ ਜੁੜਿਆ ਸੀ, ਪਰ ਫਿਰ ਵੀ ਤੁਹਾਨੂੰ ਮਹਿਸੂਸ ਹੁੰਦਾ ਵੀ ਨਹੀਂ ਯਾਰ ਇਸ ਟਾਈਮ ਲੋਕ ਇਸ ਮੂਡ 'ਚੋਂ ਨੇ, ਇਹ ਚੀਜ਼ ਚੰਗੀ ਨਹੀਂ ਲੱਗਦੀ ਹੈਗੀ, ਠੀਕ ਆ। ਪਰ ਉਹ ਚੀਜ਼ਾਂ ਅਸੀਂ ਅੱਜ ਸੋਚਣਾ ਹੀ ਨਹੀਂ ਚਾਹੁੰਦੇ ਹੈਗੇ ਕਿ ਕੋਈ ਤੁਰ ਗਿਆ ਸਾਨੂੰ ਫਰਕ ਹੀ ਨਹੀਂ ਪੈਂਦਾ ਹੈਗਾ, ਸਾਨੂੰ ਲੱਗਦਾ ਵੀ ਉਹਦੀ ਫੋਟੋ ਸ਼ੇਅਰ ਕਰੋ, ਰੈਸਟ ਇਨ ਪੀਸ ਲਿਖੋ ਤੇ ਮੇਰੀ ਡਿਊਟੀ ਖਤਮ ਹੋ ਗਈ ਆ। ਨੈਕਸਟ ਟਾਈਮ ਮਤਲਬ ਅਗਲੀ ਮਿੰਟ ਤੁਸੀਂ ਆਪਣੀ ਜ਼ਿੰਦਗੀ 'ਚ ਰੁੱਝ ਜਾਂਦੇ ਹੋ। ਰੁੱਝਣਾ ਵੀ ਚਾਹੀਦਾ, ਕੰਮ ਨਹੀਂ ਰੁਕਦੇ ਹੁੰਦੇ ਕਿਸੇ ਦੇ ਗਿਆ ਹੋਇਆ, ਵੀ ਇਸ ਦੁਨੀਆ ਨੇ ਖੜ ਨਹੀਂ ਜਾਣਾ ਹੁੰਦਾ ਕਿਸੇ ਦੇ ਗਿਆ, ਹੈ ਨਾ। ਪਰ ਘੱਟੋ ਘੱਟ ਉਸ ਮੌਕੇ ਦੀ ਜਿਹੜੀ ਸੈਂਸਿਟੀਵਿਟੀ ਆ ਉਹਨੂੰ ਸਾਨੂੰ ਜ਼ਰੂਰ ਮਹਿਸੂਸ ਕਰਨਾ ਚਾਹੀਦਾ ਵਾ, ਹੈ ਨਾ। ਚਾਹੇ ਮੈਨੂੰ ਰੱਤਾ ਵੀ ਅਫਸੋਸ ਨਹੀਂ ਕਿਸੇ ਦੇ ਗਏ ਦਾ, ਚਾਹੇ ਮੈਨੂੰ ਮਤਲਬ ਕੁਝ ਵੀ ਉਹਦੇ ਨਾਲ ਜੁੜਿਆ ਹੋਇਆ ਮਹਿਸੂਸ ਨਹੀਂ ਹੁੰਦਾ, ਪਰ ਜਦੋਂ ਮੈਂ ਦੇਖਦੀ ਹਾਂ ਵੀ ਮੈਨੂੰ ਮਹਿਸੂਸ ਨਹੀਂ ਹੋ ਰਿਹਾ ਪਰ ਮੇਰੇ ਨਾਲ ਜਿਹੜਾ ਮਤਲਬ 1000 ਬੰਦਾ ਜੁੜਿਆ ਹੋਇਆ ਵਾ ਉਹਨਾਂ ਨੂੰ ਇਹ ਚੀਜ਼ ਮਹਿਸੂਸ ਹੋ ਰਹੀ ਆ, ਆਪਾਂ ਉੱਥੇ ਸ਼ਰਮ ਕਰਦੇ ਹੋ ਨਾ, ਥੋੜ੍ਹੀ ਜਿਹੀ ਵੀ ਵਧੀਆ ਨਹੀਂ ਲੱਗਦਾ ਹੈਗਾ ਵੀ ਇਸ ਟਾਈਮ ਮਾਹੌਲ ਸਹੀ ਨਹੀਂ ਹੈਗਾ ਨਾ, ਸਾਨੂੰ ਉਹਨਾਂ ਚੀਜ਼ਾਂ ਦਾ ਭੈਣੇ ਫਰਕ ਪੈਣਾ ਹੀ ਹਟ ਗਿਆ। ਅਸੀਂ ਨਾ ਐਵੇਂ ਹੋ ਗਿਆ ਗੁਰਦੀਪ, ਜਿਵੇਂ ਆਪਾਂ ਕਹਿੰਦੇ ਵੀ ਆਪਾਂ ਤਾਂ ਬਹੁਤ ਜੋਸ਼ੀਲੇ ਵੀ ਤੇ ਭਾਵੁਕ ਲੋਕ ਆ, ਹਨਾ। ਜੋਸ਼ੀਲੇ ਅਸੀਂ ਇਸ ਲਈ ਵੀ ਆ ਵੀ ਅਸੀਂ ਕਿਸੇ ਨਾਲ ਗਲਤ ਹੁੰਦਾ, ਹਨਾ, ਦਲੇਰ ਆ, ਅਸੀਂ ਆਪਣੀ ਫਿਤਰਤ ਤੋਂ ਵੀ ਗਲਤ ਹੁੰਦਾ ਬਰਦਾਸ਼ਤ ਨਹੀਂ ਕਰ ਸਕਦੇ, ਹਨਾ। ਜਿਵੇਂ ਮੈਂ ਕਿਹਾ ਵੀ ਉਹ ਚੀਜ਼ ਅਸੀਂ ਦਿਖਾਈ ਆ ਹੁਣ, ਵੀ ਜਦੋਂ ਸਾਡੇ ਨਾਲ ਵੀ ਕੁਝ ਗਲਤ ਹੁੰਦਾ ਅਸੀਂ ਜਿੰਨੇ ਮਰਜ਼ੀ ਮਤਲਬ 40 ਸਾਲ ਲੰਘ ਜਾਣ ਕਿ ਅਸੀਂ ਆਪਣੇ ਆਪ ਨੂੰ ਮਹਿਸੂਸ ਨਾ ਕੀਤਾ ਹੋਵੇ, ਤੁਹਾਡਾ ਖੂਨ ਉਬਾਲਾ ਮਾਰੂਗਾ ਤੇ ਤੁਸੀਂ ਉਸ ਚੀਜ਼ 'ਤੇ ਰਿਐਕਟ ਕਰਦੇ ਹੋ, ਹਨਾ। ਤੇ ਭਾਵੁਕ ਅਸੀਂ ਇਸ ਲਈ ਆ ਕਿ ਅਸੀਂ ਦੂਜੇ ਦੇ ਦੁੱਖ 'ਚ ਸ਼ਰੀਕ ਹੁੰਦੇ ਹਾਂ, ਹੈ ਨਾ। ਜਦੋਂ ਪਹਿਲਾਂ ਪਿੰਡਾਂ 'ਚ ਤੁਸੀਂ ਦੇਖੋਗੇ, ਹੁਣ ਮਾਹੌਲ ਬਹੁਤ ਬਦਲ ਗਏ ਨੇ ਕਿ ਕਿਸੇ ਘਰ ਮੌਤ ਹੁੰਦੀ ਸੀ ਤਾਂ ਸਾਰੇ ਪਿੰਡ 'ਚ ਚੁੱਲ੍ਹਾ ਨਹੀਂ ਸੀ ਬਲਦਾ ਹੁੰਦਾ, ਹੈ ਨਾ। ਮਤਲਬ ਲੋਕ ਇੱਦਾਂ ਸੋਗ 'ਚ ਡੁੱਬ ਜਾਂਦੇ ਸੀਗੇ। ਹੁਣ ਤੁਹਾਡੀ ਗੱਲ ਸਹੀ ਆ ਕਿ ਮਤਲਬ ਕਿਸੇ ਦੇ ਮਨ 'ਚ ਉਸ ਚੀਜ਼ ਲਈ ਪੀੜ ਹੀ ਨਹੀਂ ਬਚੀ, ਹੈ ਨਾ। ਮੈਨੂੰ ਲੱਗਦਾ ਹੈ ਕਿ ਹਾਂ ਤੁਸੀਂ ਕਿਸੇ ਨੂੰ ਨਹੀਂ ਜਾਣਦੇ ਤਾਂ ਤੁਸੀਂ ਉਸ ਪਲ ਚਾਹੇ ਦੁੱਖ ਦਾ ਇਜ਼ਹਾਰ ਨਾ ਕਰੋ, ਪਰ ਫਿਰ ਵੀ ਮਤਲਬ ਤੁਹਾਡੇ ਚਿਹਰੇ ਤੇ ਖੁਸ਼ੀ ਵੀ ਨਾ ਦਿਸੇ ਕਿਸੇ ਨੂੰ, ਹੈ ਨਾ। ਭੈਣੇ ਇਹ ਚੀਜ਼ ਤੁਹਾਨੂੰ ਕਿੰਨਾ ਧੱਕਾ ਦਿੰਦੀ ਆ ਵੀ ਕੱਲ ਨੂੰ ਚਲੋ ਜਾਣਾ ਸਾਰਿਆਂ ਨੇ, ਹੈ ਨਾ, ਜਦੋਂ ਤੁਹਾਡੀ ਵਾਰੀ ਆਉਣੀ ਹੈ ਵੀ ਤੁਹਾਡੇ ਜਾਣ ਦਾ ਵੀ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ, ਤੁਹਾਡੇ ਮਨ ਨੂੰ ਕਿੰਨਾ ਧੱਕਾ ਲੱਗਦਾ, ਹੈ ਨਾ। ਬਿਲਕੁਲ, ਵੀ ਤੁਸੀਂ ਜਿਉਂ ਰਹੇ ਹੋ ਜਾਂ ਮਰ ਰਹੇ ਹੋ ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ ਹੈਗਾ।
ਨਹੀਂ, ਮੈਂ ਇਹੀ ਚੀਜ਼ ਕਹਿਣ ਵਾਲੀ ਸੀਗੀ ਕਿ ਦੇਖੋ, ਜਿਸ ਬੰਦੇ ਦਾ ਤੁਹਾਨੂੰ ਲੱਗਦਾ ਕਿ ਹੈ ਨਾ, ਜਿਹਦਾ ਤੁਹਾਡੀ ਕੌਮ ਨੂੰ ਕੋਈ ਵੱਡਾ ਦੇਣ ਸੀ, ਜਾਂ ਹਾਂ ਜਿਹਦਾ ਦੁਨੀਆ ਨੂੰ ਕੋਈ ਵੱਡਾ ਦੇਣ ਸੀ, ਉਸ ਬੰਦੇ ਲਈ ਹਰੇਕ ਦੇ ਦਿਲ 'ਚ ਦਰਦ ਤੇ ਅੱਖ 'ਚ ਹੈ ਨਾ ਹੰਝੂ ਜ਼ਰੂਰ ਹੋਣਾ ਚਾਹੀਦਾ। ਚਲੋ ਤੁਹਾਡੇ ਨਹੀਂ ਹੈਗਾ, ਤੁਸੀਂ ਉਸ ਗੱਲੋਂ ਵੀ ਕੋਰੇ ਹੋ ਗਏ ਹੋ, ਤੁਹਾਡਾ ਦਿਲ ਸਾਫ਼ ਆ ਉਸ ਚੀਜ਼ ਤੋਂ ਵੀ, ਹੈ ਨਾ, ਪਰ ਫਿਰ ਵੀ ਮੈਨੂੰ ਲੱਗਦਾ ਕਿ ਤੁਸੀਂ ਕਿਸੇ ਦੇ ਦੁੱਖ 'ਚ ਸ਼ਰੀਕ ਨਹੀਂ ਹੋ ਸਕਦੇ, ਤਾਂ ਉਸ ਵਕਤ ਤੁਹਾਡਾ ਇਜ਼ਹਾਰ ਜਾਂ ਤੁਹਾਡਾ ਤੌਰ ਤਰੀਕਾ ਐਵੇਂ ਦਾ ਹੋਵੇ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਤੁਸੀਂ ਇੱਥੇ ਬੜੀਆਂ ਖੁਸ਼ੀਆਂ ਮਨਾ ਰਹੇ ਹੋ, ਹੈ ਨਾ। ਅਸੀਂ ਨਾ ਗੁਰਦੀਪ ਹਰ ਚੀਜ਼ 'ਚ ਕੋਰੇ ਆ। ਹੁਣ ਕੋਰੇ ਵੀ ਇਸੇ ਲਈ ਆ, ਜਿਵੇਂ ਆਪਣੇ ਕਈ ਵਾਰੀ ਮਨਜੀਤ ਭਾਜੀ ਕਹਿੰਦੇ ਹੁੰਦੇ ਵੀ ਸਕੂਲਾਂ ਨੇ ਨਾ ਸਾਡੀਆਂ ਜੜ੍ਹਾਂ ਵੱਢਤੀਆਂ, ਹੈ ਨਾ, ਉਹ ਇਸੇ ਲਈ ਵੱਢਤੀਆਂ। ਥੋੜ੍ਹੀਆਂ ਜਿਹੀਆਂ ਸਕੂਲਾਂ ਨੇ ਵੱਢਤੀਆਂ, ਥੋੜ੍ਹੀਆਂ ਜਿਹੀਆਂ ਅਸੀਂ ਬਣਾਉਣ 'ਤੇ ਰਾਜੀ ਹੋਏ ਆ। ਮੈਨੂੰ ਬੜੀ ਹੈਰਾਨੀ ਹੁੰਦੀ ਆ ਜਦੋਂ ਆਪਾਂ ਹੀ ਗੱਲਾਂ ਕਰਦੇ ਹੁੰਦੇ ਵੀ ਪਿੰਡਾਂ ਵਾਲੇ ਮਾਂ ਪਿਓ ਸਕੂਲਾਂ 'ਚ ਫੋਨ ਕਰਦੇ ਨੇ ਵੀ ਜਿਹੜੇ ਸਕੂਲ 'ਚ ਪੰਜਾਬੀ ਬੋਲਦੇ ਨੇ ਅਸੀਂ ਨਿਆਣੇ ਨਹੀਂ ਭੇਜਣੇ, ਹੈ ਨਾ। ਜਦੋਂ ਸਾਡੇ ਨਿਆਣੇ ਨੂੰ ਸਾਡੀ ਬੋਲੀ ਦੀ ਨਹੀਂ ਸਮਝ, ਉਹਨੇ ਨਾਨੀ ਕੋਲ ਦਾਦੀ ਕੋਲ ਬਹਿ ਕੇ ਕੀ ਸਿੱਖਣਾ, ਉਹਨੇ ਕੀ ਮਤਲਬ ਉਹ ਤੋਂ ਸੁਣਨਾ, ਉਹਨੂੰ ਕਿਵੇਂ ਲੱਗੂਗਾ ਕਿ ਇਹ ਮੇਰੀ ਆਪਣੀ ਜ਼ੁਬਾਨ ਦੇ ਲੋਕ ਨੇ ਤੇ ਮੈਨੂੰ ਮੇਰੀ ਜ਼ੁਬਾਨ 'ਚ ਬਹੁਤ ਕੁਝ ਦੱਸਣਗੇ, ਹੈ ਨਾ। ਅਸੀਂ ਅੱਜ ਕੱਲ੍ਹ ਬਹੁਤ ਚੰਗਾ ਮਹਿਸੂਸ ਕਰਦੇ ਹਾਂ ਜਦੋਂ ਸਾਡਾ ਨਿਆਣਾ ਬਹਿ ਕੇ ਇੰਗਲਿਸ਼ ਮੂਵੀ ਦੇਖਦਾ, ਹੈ ਨਾ। ਦੇਖਣੀ ਵੀ ਚਾਹੀਦੀ ਹੈ, ਤੁਹਾਨੂੰ ਪੂਰੀ ਦੁਨੀਆ ਦਾ ਪਤਾ ਲੱਗਦਾ, ਪਰ ਨਾਲ ਦੀ ਨਾਲ ਇੰਨੇ ਕੋਰੇ ਨਾ ਕਰ ਦਿਓ ਵੀ ਉਹਨੂੰ ਜਿਹੜਾ ਤੁਹਾਡਾ ਘਰ ਦਾ ਪੰਜਾਬੀ ਮਾਹੌਲ ਆ ਉਹ ਉਹਨੂੰ ਪੇਂਡੂ ਕਹਿਣ ਲੱਗ ਜਾਵੇ, ਹੈ ਨਾ। ਬਹੁਤ ਸਾਰੇ ਨਿਆਣਿਆਂ ਦੇ ਮੂੰਹੋਂ ਅਸੀਂ ਵੀ ਕਹਿ ਦਿੰਦੇ ਹਾਂ ਫਲਾਣਾ ਤਾਂ ਜਮਾਂ ਹੀ ਪੇਂਡੂ ਆ। ਕਿਸੇ ਨੂੰ ਪੇਂਡੂ ਹੋਣ ਦਾ ਸ਼ਾਇਦ ਮਤਲਬ ਵੀ ਨਹੀਂ ਪਤਾ ਵੀ ਪੇਂਡੂ ਹੁੰਦਾ ਕੀ ਆ, ਹੈ ਨਾ। ਆਪਣੀ ਜ਼ੁਬਾਨ 'ਚ ਪੱਕਾ ਬੰਦਾ, ਆਪਣੇ ਪਹਿਰਾਵੇ 'ਚ ਪੱਕਾ ਬੰਦਾ, ਆਪਣੇ ਰਹਿਣ ਸਹਿਣ 'ਚ ਪੱਕਾ ਬੰਦਾ, ਜੇ ਤੁਹਾਨੂੰ ਪੇਂਡੂ ਲੱਗਦਾ ਤਾਂ ਮੈਨੂੰ ਲੱਗਦਾ ਉਹ ਹਾਈ ਕਲਾਸ ਸੁਸਾਇਟੀ ਨਾਲੋਂ ਲੱਖ ਦਰਜੇ ਚੰਗਾ, ਹੈ ਨਾ। ਜਿਹੜੇ ਲੋਕ ਨਾ ਸਿਰਫ ਪੜ੍ਹਾਈ ਲਿਖਾਈ ਨੂੰ ਉੱਚੇ ਹੋਣਾ ਗਿਣਦੇ ਨੇ, ਵਧੀਆ ਕੱਪੜੇ ਪਾਉਣ ਨੂੰ ਉੱਚਾ ਹੋਣਾ ਗਿਣਦੇ ਆ, ਉਹਨੂੰ ਕਿਸੇ ਦਿਨ ਤੁਸੀਂ ਪਿੰਡ ਦੀ ਸੱਥ 'ਚ ਲਿਜਾ ਕੇ ਬਿਠਾ ਦਿਓ, ਉਹਨੂੰ ਉੱਥੇ ਜਾ ਕੇ ਪਤਾ ਲੱਗ ਜੂ ਵੀ ਇਹਨਾਂ ਦੇ ਮੁਕਾਬਲੇ ਮੇਰੀ ਅਕਲ 2 ਟਕੇ ਦੀ ਵੀ ਨਹੀਂ ਹੈਗੀ, ਹੈ ਨਾ। ਕਿਸੇ ਨੇ ਲਿਖਿਆ ਹੋਇਆ ਸੀ ਦਿਨ 'ਚ 4 ਕਿਤਾਬਾਂ ਪੜ੍ਹਨਾ ਤੇ 1 ਘੰਟਾ ਪਿੰਡ ਦੇ ਬਜ਼ੁਰਗਾਂ ਨਾਲ ਲੰਘਾਉਣਾ ਤੁਹਾਨੂੰ ਉਸ 4 ਕਿਤਾਬਾਂ ਤੋਂ ਜ਼ਿਆਦਾ ਗਿਆਨ ਦੇ ਜਾਂਦਾ। ਤੇ ਉਹ ਲੋਕ ਕਿਹੜੀਆਂ ਯੂਨੀਵਰਸਿਟੀਆਂ 'ਚ ਪੜ੍ਹੇ ਹੋਏ ਨੇ। ਜਦੋਂ ਆਪਾਂ ਡਾਕਟਰ ਮਨਮੋਹਨ ਸਿੰਘ ਉਹਨਾਂ ਦੀ ਜੀਵਨੀ 'ਤੇ ਲਿਖਿਆ ਸੀਗਾ ਤਾਂ ਤੁਸੀਂ ਦੇਖੋ ਕਿ ਉਹ ਕਿਹੋ ਜਿਹੇ ਸਕੂਲ 'ਚ ਪੜ੍ਹੇ ਹੋਏ ਸੀ ਤੇ ਇੱਕ ਟਾਈਮ ਉਹ ਵਿਸ਼ਵ ਦੇ ਸਭ ਤੋਂ ਵੱਡੇ ਅਰਥ ਸ਼ਾਸਤਰੀ ਸੀਗੇ, ਹੈ ਨਾ। ਤੇ ਉਹ ਲੋਕ ਕਿੱਥੇ ਪੜ੍ਹੇ ਹੋਏ ਨੇ। ਅਕਲ ਲਿਆਕਤ ਦਾ ਨਾ ਤੁਹਾਡੇ ਕਿਸੇ ਸਕੂਲ ਨਾਲ ਕੋਈ ਉਹ ਆ, ਨਾ ਤੁਹਾਡੇ ਪਹਿਰਾਵੇ ਨਾਲ ਕੁਛ ਹੋਰ ਆ। ਅਕਲ ਲਿਆਕਤ ਤੁਹਾਡੇ ਖਾਨਦਾਨ 'ਚੋਂ ਮਿਲਦੀ ਆ ਤੁਹਾਨੂੰ, ਅਕਲ ਲਿਆਕਤ ਤੁਹਾਡੇ ਪਾਲਣ ਪੋਸ਼ਣ ਤੋਂ ਮਿਲਦੀ ਆ ਤੁਹਾਨੂੰ, ਹੈ ਨਾ। ਜਿਵੇਂ ਤੁਸੀਂ ਕਿਹਾ ਕਿ ਜਦੋਂ ਕਿਸੇ ਗਲਤ ਚੀਜ਼ ਨੂੰ ਜੀ ਕਰਦਾ ਨਾ ਤੇ ਨਾ ਕਰਨ ਨੂੰ ਤੁਹਾਡਾ ਮਨ ਭਾਰੂ ਪੈ ਜੇ, ਉੱਥੋਂ ਪਤਾ ਲੱਗਦਾ ਵੀ ਤੁਹਾਨੂੰ ਕਿਸੇ ਚੰਗੇ ਬੰਦੇ ਨੇ ਪਰਵਰਿਸ਼ ਦਿੱਤੀ ਹੈ, ਤੁਸੀਂ ਕਿਸੇ ਵਧੀਆ ਖਾਨਦਾਨ 'ਚੋਂ ਆਏ ਹੋ, ਹੈ ਨਾ। ਨਹੀਂ ਤਾਂ ਫਿਰ ਆਪਾਂ ਵੀ ਸਾਰਿਆਂ ਤਰ੍ਹਾਂ ਬੋਰਡ ਹੀ ਲਾਇਆ ਕਰਾਂਗੇ ਬਾਹਰ ਲਿਖ ਕੇ ਵੀ ਮੈਂ ਫਲਾਣਾ ਸਿੰਘ ਤੇ ਸਨ ਆਫ ਫਲਾਣਾ ਸਿੰਘ, ਫਿਰ ਅਗਲੇ ਨੂੰ ਪਤਾ ਲੱਗਿਆ ਗੁਰੂ ਵੀ ਫਲਾਣੇ ਦਾ ਪੁੱਤਰ ਧੀ ਆਏ, ਹੈ ਨਾ। ਤੇ ਸਾਡੇ ਨਿਆਣਿਆਂ ਨੂੰ ਦੇਖ ਕੇ ਕੋਈ ਕਹੂਗਾ ਵੀ ਇਹ ਸਾਡੇ ਧੀਆਂ ਪੁੱਤਰ ਨੇ, ਹੈ ਨਾ। ਅਸੀਂ ਤਾਂ ਸੱਚੀ ਬਹੁਤ ਦੂਰ ਲੰਘ ਗਏ ਹਾਂ, ਇੰਨੇ ਦੂਰ ਚਲੇ ਗਏ ਹਾਂ ਕਿ ਸਾਨੂੰ ਮਤਲਬ ਮਾਣ ਨਾਲ ਕਦੇ ਕਦੇ ਦੱਸਣ ਨੂੰ ਜੀ ਕਰਦਾ ਹੁੰਦਾ ਕਿ ਅਸੀਂ ਫਲਾਣੇ ਆ, ਫਲਾਣੇ ਪਿੰਡ 'ਚੋਂ ਆ, ਹੈ ਨਾ। ਨਹੀਂ ਤਾਂ ਅਸੀਂ ਕਹਿੰਦੇ ਵੀ ਯਾਰ ਕੋਈ ਪਛਾਣ ਨਾ ਲਵੇ ਅਸੀਂ ਫਲਾਣੇ ਪਿੰਡ 'ਚੋਂ ਆ, ਹੈ ਨਾ। ਕੋਈ ਪਛਾਣ ਨਾ ਲਵੇ ਵੀ ਇਹਦੇ ਮਾਂ ਪਿਓ ਕੀ ਕਰਦੇ ਨੇ, ਹੈ ਨਾ। ਇੱਕ ਕਾਲਜ 'ਚ ਮੈਂ ਗਈ ਸੀ, ਉੱਥੇ ਮੈਂ ਬਹੁਤ ਸਾਰੇ ਬੱਚਿਆਂ ਨੂੰ ਇੱਕ ਲੈਕਚਰ ਦਿੱਤਾ। ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਇਹ ਚੀਜ਼ ਪਸੰਦ ਕਰਦੇ ਹੋ ਕਿ ਤੁਸੀਂ ਕਿਸੇ ਸਟੇਜ 'ਤੇ ਖੜ੍ਹ ਕੇ ਕਹਿ ਦਵੋ ਵੀ ਮੈਂ ਫਲਾਣਾ ਸਿੰਘ ਆ ਤੇ ਮੇਰੇ ਮਾਂ ਪਿਓ ਆਹ ਕੰਮ ਕਰਦੇ ਨੇ, ਹੈ ਨਾ। ਨਿਆਣੇ ਆਪਣੇ ਮਾਂ ਪਿਓ ਦਾ ਕਿੱਤਾ ਨਹੀਂ ਦੱਸਦੇ ਹੈਗੇ, ਹੈ ਨਾ। ਅਸੀਂ ਇੰਨੇ ਬੇਗਾਨੇ ਹੋ ਗਏ ਹਾਂ ਆਪਣੇ ਆਪ 'ਚੋਂ। ਦੇਖ ਲਓ, ਤੁਸੀਂ ਦੇਖ ਲਓ ਵੀ ਉਹ ਮਾਂ-ਬਾਪ ਆਪਣੀ ਪਰਵਰਿਸ਼ 'ਚ ਮਤਲਬ ਕਿਸ ਹੱਦ ਤੱਕ ਅਸਫਲ ਰਹੇ ਹੋਣਗੇ। ਸਾਡੀ ਇੱਕ ਰਿਸ਼ਤੇਦਾਰ ਨੇ ਤਾਂ ਉਹ ਸ਼ਹਿਰ ਰਹਿੰਦੇ ਨੇ, ਤਾਂ ਉਹਨਾਂ ਦੇ ਬੱਚੇ ਇਹ ਦੱਸਣ 'ਚ ਸ਼ਰਮ ਮਹਿਸੂਸ ਕਰਦੇ ਹੁੰਦੇ ਸੀ ਵੀ ਸਾਡੇ ਨਾਨਕੇ ਇੱਕ ਪਿੰਡ 'ਚ ਨੇ। ਮੈਨੂੰ ਅੱਜ ਤੱਕ ਵੀ ਸ਼ਹਿਰ ਰਹਿ ਕੇ ਵੀ ਇਹ ਗੱਲ ਸਮਝ ਨਹੀਂ ਆਈ ਵੀ ਇਹ ਤਾਂ ਦੱਸਣ 'ਚ ਕੀ ਸ਼ਰਮ ਆ ਵੀ ਅਸੀਂ ਪਿੰਡ 'ਚ ਰਹਿੰਦੇ ਹਾਂ ਜਾਂ ਅਸੀਂ ਪਿੰਡਾਂ ਦੇ ਵਸਿੰਦੇ ਹਾਂ ਜਾਂ ਸਾਡੇ ਨਾਨਕੇ ਦਾਦਕੇ ਪਿੰਡਾਂ 'ਚ ਵਸਦੇ ਨੇਗੇ। ਵੀ ਮਤਲਬ ਮੈਂ ਅੱਜ ਤੱਕ ਉਹ ਮਾਨਸਿਕਤਾ ਨੂੰ ਸਮਝ ਹੀ ਨਹੀਂ ਸਕੀ ਵੀ ਉਹਨਾਂ ਦੇ ਨਿਆਣਿਆਂ ਨੂੰ ਇਹ ਦੱਸਣ 'ਚ ਕਿਉਂ ਸ਼ਰਮ ਆਉਂਦੀ ਸੀ ਵੀ ਸਾਡੇ ਨਾਨਕੇ ਪਿੰਡ 'ਚ ਨੇਗੇ। ਬਿਲਕੁਲ। ਦੇਖੋ, ਜਿਹੜੇ ਬੱਚੇ ਕਹਿੰਦੇ ਬਹੁਤ ਸਾਰੇ ਸਕੂਲਾਂ 'ਚ, ਵੱਡੇ ਸਕੂਲਾਂ 'ਚ ਪੜ੍ਹਦੇ ਬੱਚੇ ਜਾਂ ਯੂਨੀਵਰਸਿਟੀਆਂ 'ਚ ਆਪਣੇ ਮਾਂ ਪਿਓ ਨੂੰ ਇਹ ਚੀਜ਼ ਲਈ ਫੋਰਸ ਕਰਦੇ ਨੇ ਕਿ ਜੇ ਤੁਸੀਂ ਫਲਾਣੀ ਕਾਰ ਖਰੀਦੋਗੇ ਤਾਂ ਤੁਸੀਂ ਮੈਨੂੰ ਮਿਲਣ ਆਓਗੇ, ਹੈ ਨਾ। ਜੇ ਤੁਸੀਂ ਇਹ ਕੱਪੜਾ ਪਾ ਕੇ ਆਓਗੇ ਤਾਂ ਤੁਸੀਂ ਮੈਨੂੰ ਮਿਲਣ ਆਓਗੇ, ਹੈ ਨਾ। ਆਪਾਂ ਬਹੁਤ ਤਰ੍ਹਾਂ ਦੇ ਇੱਦਾਂ ਦੇ ਵਰਤਾਰੇ ਦੇਖਦੇ ਹਾਂ। ਜਿਹੜੇ ਨਿਆਣੇ ਆਪਣੇ ਲਹੂ ਤੋਂ ਮੁਨਕਰ ਨੇ, ਕੱਲ੍ਹ ਨੂੰ ਤੁਸੀਂ ਉਹਨਾਂ ਤੋਂ ਮਤਲਬ ਕੀ ਆਸ ਕਰ ਲਓਗੇ, ਹੈ ਨਾ। ਜੇ ਮੇਰੀ ਮਾਂ ਹੈ, ਮੈਨੂੰ ਪਤਾ ਵੀ ਮੇਰੀ ਮਾਂ ਨੇ ਜ਼ਿੰਦਗੀ 'ਚ ਮੇਰੇ ਲਈ ਕੀ ਕੀਤਾ ਤੇ ਮੈਂ ਉਹਨੂੰ ਮਿਲਵਾਉਂਦੇ ਹੋਏ ਕਿਸੇ ਨੂੰ ਸ਼ਰਮ ਮਹਿਸੂਸ ਕਰਾਂ ਤਾਂ ਮੈਨੂੰ ਲੱਗਦਾ ਕਿ ਮੈਨੂੰ ਔਲਾਦ ਹੋਣ ਤੇ ਲਾਹਨਤ ਆ, ਹੈ ਨਾ। ਤੇ ਇਹ ਚੀਜ਼ ਤੁਹਾਨੂੰ ਕਹਿੰਦੇ ਨੇ ਨਾ ਕਿ ਜੋ ਬੀਜਦੇ ਹੋ ਤੁਹਾਨੂੰ ਵੱਢਣਾ ਹੀ ਪੈਣਾ। ਜੋ ਅੱਜ ਤੁਸੀਂ ਕਿਸੇ ਨਾਲ ਕਰ ਰਹੇ ਹੋ
ਤੇ ਉਹ ਤੁਹਾਨੂੰ ਵੀ ਕੱਲ ਨੂੰ ਪੇਸ਼ ਆਊਗਾ ਹੀ ਜ਼ਿੰਦਗੀ 'ਚ। ਮਤਲਬ ਭੁੱਲ ਜਾਓ ਤੁਸੀਂ, ਹੈ ਨਾ, ਕਿ ਤੁਹਾਨੂੰ ਨਹੀਂ ਪਤਾ ਚੱਲੂਗਾ। ਬਹੁਤ ਜ਼ਰੂਰੀ ਆ ਗੁਰਦੀਪ ਕਿ ਆਪਣੇ ਆਪ ਨੂੰ ਉਸ ਚੀਜ਼ ਨਾਲ ਜਾਣੂ ਕਰਵਾਓ ਕਿ ਤੁਸੀਂ ਕਿੱਥੋਂ ਆਏ ਹੋ, ਤੁਹਾਡਾ ਸਫ਼ਰ ਕੀ ਸੀ, ਤੁਸੀਂ ਕਿੱਥੇ ਜਾਣਾ। ਸਾਡੇ ਇਤਿਹਾਸ 'ਚ ਉਹ ਸੂਰਮੇ ਵੀ ਨੇ ਜਿਨ੍ਹਾਂ ਨੇ ਬਿਨਾਂ ਸੋਚੇ ਸਮਝੇ ਆਪਣੀਆਂ ਜ਼ਿੰਦਗੀਆਂ ਦਿੱਤੀਆਂ ਨੇ, ਔਰ ਬਹੁਤ ਛੋਟੀ ਉਮਰ 'ਚ। ਕਰਤਾਰ ਸਿੰਘ ਸਰਾਭਾ ਜੀ 19 ਸਾਲ ਦੇ ਸੀ, ਅਤੇ ਅੱਜ ਦੇ 19 ਸਾਲ ਦੇ ਨਿਆਣੇ ਨੂੰ ਜੇ ਤੁਸੀਂ ਇੱਕ ਦਿਨ ਘਰ ਦੀ ਜ਼ਿੰਮੇਵਾਰੀ ਵੀ ਦੇ ਜਾਓਗੇ ਨਾ, ਤਾਂ ਆਉਂਦਿਆਂ ਨੂੰ ਤੁਹਾਨੂੰ ਪਤਾ ਲੱਗ ਜੂ ਵੀ ਯਾਰ ਮੇਰੇ ਬਿਨਾਂ ਨਹੀਂ ਸੀ ਸਰ ਸਕਦਾ, ਇਹਦੇ ਪੱਲੇ ਕੁਛ ਵੀ ਨਹੀਂ ਹੈਗਾ। ਭੈਣੇ ਆਪਾਂ ਕਿਸੇ ਨੂੰ ਨਿੰਦਦੇ ਨਹੀਂ, ਸੱਚੀ ਮੈਂ ਨਾ ਇੱਕ ਮਤਲਬ ਦੇਖ ਰਹੀ ਸੀਗੀ ਇੱਕ ਬਲੌਗ ਕਿਸੇ ਦਾ, ਮੈਂ ਦੇਖ ਰਹੀ ਸੀ ਕਿ ਵੀ ਮਤਲਬ ਇਹੋ ਜਿਹੇ 'ਚ ਕੀ ਆ ਵੀ ਜਿਹੜੇ ਇਹਦੇ 5.5 ਲੱਖ ਵਿਊ ਨੇ ਇੱਕ ਦਿਨ ਦੇ ਵਿੱਚ, ਵੀ ਸਾਡੀਆਂ ਚੀਜ਼ਾਂ ਦੇ ਵਿੱਚ ਜਿਹੜੀਆਂ ਅਸੀਂ ਪੇਸ਼ ਕਰਦੇ ਵੀ ਉਹਨਾਂ 'ਚ ਇਹੋ ਜਿਹਾ ਕੀ ਨਹੀਂ ਹੁੰਦਾ ਵੀ ਸਾਨੂੰ 50,000 ਵਿਊਜ਼ ਵੀ ਆ ਜਾਣ, ਹੈ ਨਾ। ਤੇ ਮੈਂ ਦੇਖਿਆ ਵੀ ਉਸ ਬਲੌਗ ਦੇ ਵਿੱਚ ਨਾ ਛੋਟੀਆਂ ਛੋਟੀਆਂ ਕੁੜੀਆਂ ਨੇ 13 14 ਸਾਲ ਦੀਆਂ, ਵੀ ਉਹ ਇੱਕ ਬਲੌਗਰ ਕੁੜੀ ਦੀ ਸਟੋਰੀ ਦੇਖ ਕੇ ਉਹਨੂੰ ਸਪੈਸ਼ਲੀ ਕਿੰਨੇ ਕਿਲੋਮੀਟਰ ਚੱਲ ਕੇ ਮਿਲਣ ਆਈਆਂ। ਮੈਂ ਹੈਰਾਨ ਰਹਿ ਗਈ ਵੀ ਉਹਨੂੰ ਕਿਉਂ ਮਿਲਣ ਆਈਆਂ ਹੋਣਗੀਆਂ। ਮਤਲਬ ਸਾਡੇ ਲਈ ਸਾਡੀ ਖਿੱਚ ਦਾ ਕੇਂਦਰ ਕਿਹੋ ਜਿਹੇ ਲੋਕ ਨੇ, ਜਾਂ ਸਾਡੇ ਲਈ ਸਾਡੇ ਆਈਡਲ ਕਿਹੋ ਜਿਹੇ ਨੇ, ਹੈ ਨਾ। ਇਹਦਾ ਮਤਲਬ ਵੀ ਜੋ ਅਸੀਂ ਇਸ ਟਾਈਮ ਦੇਖ ਸੁਣ ਜਾਂ ਪੜ੍ਹ ਰਹੇ ਹਾਂ ਉਹ ਨਹੀਂ ਹੈਗਾ ਕਿ ਜਿਹੜਾ ਸਾਨੂੰ ਇੱਕ ਚੰਗਾ ਨਾਗਰਿਕ ਜਾਂ ਚੰਗਾ ਇਨਸਾਨ ਬਣਾਵੇ, ਹੈ ਨਾ। ਜਿਹੜੇ ਲੋਕ ਸਿਰਫ ਇੱਕ ਬਲੌਗਰ ਨੂੰ ਦੇਖਣ ਦੇ ਲਈ ਜਾਂ ਤੇ ਉਹ ਮਤਲਬ ਬਲੌਗਿੰਗ ਦੇ ਵਿੱਚ ਵੀ ਉਹਨਾਂ ਦੇ ਸੱਚੀ ਕੁਛ ਖਾਸ ਨਹੀਂ ਹੁੰਦਾ, ਸਿਰਫ ਉਹਨਾਂ ਦੀ ਜ਼ਿੰਦਗੀ ਜਿਹੜੀ ਰੂਟੀਨ, ਅੱਜ ਸਵੇਰੇ ਉੱਠ ਅੱਜ ਫਲਾਣੀ ਥਾਂ ਗਏ, ਜਿਹੜੇ ਸਾਰੇ ਘਰਾਂ 'ਚ ਵਾਪਰ ਸਾਰੀ ਚੀਜ਼ ਖਾਧੀ, ਅੱਜ ਅਸੀਂ ਫਲਾਣੀ ਥਾਂ ਖਾਣਾ ਖਾਣਾ, ਕਿ ਮਤਲਬ ਉਹ ਵਾਲੀਆਂ ਚੀਜ਼ਾਂ ਹੁੰਦੀਆਂ ਨੇਗੀਆਂ। ਤੇ ਮੈਂ ਹੈਰਾਨ ਰਹਿ ਗਈ ਵੀ ਉਹ ਕੁੜੀਆਂ ਕਿੰਨੇ ਕਿਲੋਮੀਟਰ ਚੱਲ ਕੇ ਸਿਰਫ ਉਹਦੀ ਸਟੋਰੀ ਦੇਖ ਕੇ ਵੀ ਅੱਜ ਉਹ ਫਲਾਣੀ ਥਾਂ ਬੈਠੀ ਆ ਤੇ ਉਹਨੂੰ ਉਹ ਮਿਲਣ ਆਈਆਂ, ਤੇ ਉਹ ਰੋ ਰਹੀਆਂ ਨੇ ਵੀ ਅਸੀਂ ਪਟਿਆਲੇ ਵੀ ਗਏ ਸੀਗੇ ਤੁਹਾਨੂੰ ਮਿਲਣ, ਉੱਥੇ ਤੁਸੀਂ ਸਾਨੂੰ ਮਿਲੇ ਨਹੀਂ। ਮੈਂ ਸੱਚੀ ਮਤਲਬ ਇਸ ਚੀਜ਼ ਦਾ ਗੁੱਸਾ ਨਾ ਲੱਗੇ ਕਿਸੇ ਨੂੰ ਵੀ, ਪਰ ਮੈਂ ਸੱਚੀ ਉਹ ਚੀਜ਼ ਸਮਝਣ 'ਚ ਮੇਰਾ ਦਿਮਾਗ ਹੀ ਮਤਲਬ ਹੋ ਗਿਆ ਵੀ ਇਹਨੂੰ ਕਿਉਂ ਮਿਲਣ ਆਈਆਂ ਨੇਗੀਆਂ, ਇਹਨੂੰ ਮਿਲਣ ਦੇ ਲਈ ਇੰਨੀਆਂ ਉਤਸੁਕ ਕਾਹਤੇ ਨਹੀਂ ਗਏ। ਇਹਦਾ ਮਤਲਬ ਕਿ ਜੋ ਇਸ ਟਾਈਮ ਅਸੀਂ ਦੇਖ ਰਹੇ ਹਾਂ ਜਾਂ ਜੋ ਅਸੀਂ ਪੜ੍ਹ ਸੁਣ ਰਹੇ ਹਾਂ, ਤਾਂ ਉਹ ਉਵੇਂ ਦਾ ਹੀ ਪੜ੍ਹ ਸੁਣ ਰਹੇ ਹਾਂ ਜਿਵੇਂ ਦਾ ਅਸੀਂ ਰਿਐਕਟ ਕਰ ਰਹੇ ਹਾਂ। ਜੋ ਸਾਨੂੰ ਪੜ੍ਹਨਾ ਜਾਂ ਪਤਾ ਹੋਣਾ ਜਾਂ ਦੇਖਣਾ ਸਾਡਾ ਜ਼ਰੂਰੀ ਸੀ, ਉਹ ਇਸ ਟਾਈਮ ਅਸੀਂ ਨਹੀਂ ਕਰ ਰਹੇ ਹੈਗੇ। ਤੁਸੀਂ ਗੁਰਦੀਪ ਆਪਾਂ ਰੋਜ਼ ਹੀ ਪੜ੍ਹਦੇ ਹਾਂ, ਮਤਲਬ ਰੋਜ਼ ਕੀ ਪੜ੍ਹਦੇ ਹਾਂ, ਆਪਾਂ ਦੇਖਦੇ ਵੀ ਹਾਂ ਸੋਸ਼ਲ ਮੀਡੀਆ 'ਤੇ ਬਹੁਤ ਸਾਰੇ ਮੁੰਡਿਆਂ ਨੇ ਵੀਡੀਓਜ਼ ਪਾਈਆਂ ਹੁੰਦੀਆਂ ਨੇ ਵੀ ਫਲਾਣੇ ਸਟਾਰ ਦੇ ਘਰ ਦੇ ਬਾਹਰ ਅਸੀਂ 10 ਘੰਟੇ ਖੜ੍ਹੇ ਰਹੇ, ਉਹਨੇ ਆ ਕੇ ਸਾਡੇ ਨਾਲ ਫੋਟੋ ਨਹੀਂ ਖਿਚਾਈ, ਹੈ ਨਾ। ਮੈਨੂੰ ਲੱਗਦਾ ਪੰਜਾਬ ਦੇ ਜਿਸ ਏਰੀਏ 'ਚ ਆਪਾਂ ਰਹਿੰਦੇ ਹਾਂ, ਤਾਂ ਪੰਜਾਬ ਐਡਾ ਵੱਡਾ ਨਹੀਂ ਹੈਗਾ ਵੀ ਦੂਜੇ ਕੋਨੇ ਤੱਕ ਜਾਣ ਲਈ ਤੁਹਾਨੂੰ 10 ਘੰਟੇ ਲੱਗ ਜਾਣ, ਹੈ ਨਾ। ਉਹੀ 10 ਘੰਟੇ ਜੇ ਤੁਸੀਂ ਕਿਸੇ ਸ਼ਹੀਦ ਦਾ ਘਰ ਦੇਖਣ ਲਈ ਕੱਢ ਲਓ ਤਾਂ ਉਹ ਤੁਹਾਡੇ ਲਈ ਜ਼ਿਆਦਾ ਵਧੀਆ ਨਹੀਂ ਹੈਗਾ। ਕਿੰਨੇ ਕੁ ਲੋਕ, ਉਹਨਾਂ ਨੂੰ ਉਸ ਵਕਤ ਪੁੱਛਣਾ ਚਾਹੀਦਾ ਵੀ ਯਾਰ ਤੁਸੀਂ ਕਿੰਨੀ ਕੁ ਵਾਰ ਜ਼ਿੰਦਗੀ 'ਚ ਦਰਬਾਰ ਸਾਹਿਬ ਗਏ ਹੋ, ਜਾਂ ਤੁਸੀਂ ਕਿੰਨੀ ਕੁ ਵਾਰ ਜ਼ਿੰਦਗੀ 'ਚ ਚਮਕੌਰ ਦੀ ਗੜੀ ਜਾ ਕੇ ਵੇਖੀ ਹੋਣੀ, ਹੈ ਨਾ। ਆਪਾਂ ਇਹ ਨਹੀਂ ਕਹਿੰਦੇ ਕਿ ਤੁਸੀਂ ਮਤਲਬ ਕੱਟੜ ਧਰਮੀ ਬਣ ਜਾਓ, ਹੈ ਨਾ, ਪਰ ਫਿਰ ਵੀ ਜਿੱਥੋਂ ਤੁਸੀਂ ਆਏ ਹੋ ਤੁਹਾਨੂੰ ਉਸ ਚੀਜ਼ 'ਤੇ ਵਿਸ਼ਵਾਸ ਹੋਣਾ ਚਾਹੀਦਾ ਜ਼ਿੰਦਗੀ 'ਚ। ਉਸ ਵਿਸ਼ਵਾਸ ਨੂੰ ਅੱਗੇ ਤੋਰਨ ਦਾ ਜ਼ਰੀਆ ਤੁਸੀਂ ਹੋਣੇ ਚਾਹੀਦੇ ਹੋ, ਹੈ ਨਾ। ਬਹੁਤ ਸਾਰੀਆਂ ਚੀਜ਼ਾਂ ਨੇ ਇਹੋ ਜਿਹੀਆਂ, ਜਿਵੇਂ ਹੁਣ ਤੁਸੀਂ ਕਹਿ ਦਿਓ ਵੀ ਕਿਤੇ ਇੱਥੇ ਕਿਸੇ ਬਹੁਤ ਵੱਡੇ ਅਦਾਕਾਰ ਨੇ ਆਉਣਾ, ਕਿਸੇ ਬਹੁਤ ਵੱਡੇ ਗਾਇਕ ਨੇ ਆਉਣਾ, ਉਹ ਭੀੜ। ਅਤੇ ਜੇ ਤੁਸੀਂ ਕਹਿ ਦੋਗੇ ਕਿ ਫਲਾਣੀ ਜਗ੍ਹਾ ਬਹੁਤ ਜ਼ਿਆਦਾ ਜ਼ਰੂਰਤ ਹੈ, ਸ਼ਹੀਦ ਊਧਮ ਸਿੰਘ ਦਾ ਘਰ ਆ ਜਿਹੜਾ ਲੋਕ ਅੱਜ ਤੱਕ ਫੋਟੋਆਂ ਸ਼ੇਅਰ ਕਰਦੇ ਨੇ ਵੀ ਉਹ ਕਿਸ ਹਾਲਤ 'ਚ ਆ, ਹੈ ਨਾ। ਅਤੇ ਜੇ ਉੱਥੇ ਤੁਸੀਂ ਲੋਕਾਂ ਨੂੰ ਇਕੱਠੇ ਹੋਣ ਲਈ ਕਹਿ ਦੋਗੇ, ਅਗਲਾ ਕਿ ਛੱਡ ਪਰੇ ਇੱਥੇ ਕੀ ਹੋਣਾ, ਇਹ ਤਾਂ ਸਾਲਾਂ ਤੋਂ ਆਹੀ ਚੀਜ਼ਾਂ ਚੱਲਦੀਆਂ ਆਈਆਂ ਨੇ, ਹੈ ਨਾ। ਰੱਬ ਨਾ ਕਰੇ ਜੇ ਕਿਤੇ ਉਹ ਲੋਕ ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ ਉਹ ਹੀ ਸੋਚਣ ਲੱਗ ਜਾਂਦੇ ਨਾ, ਤਾਂ ਸ਼ਾਇਦ ਅੱਜ ਸਾਡੀ ਸਥਿਤੀ ਹੋਰ ਹੁੰਦੀ, ਹੈ ਨਾ। ਉਹ ਵੀ ਕਹਿ ਦਿੰਦੇ ਵੀ ਯਾਰ ਮੇਰੀ ਇੱਕ ਜ਼ਿੰਦਗੀ ਮਿਲੀ ਆ, ਮੈਨੂੰ ਮੈਂ ਇਹੋ ਜਿਹਾ ਕੁਛ ਕਿਉਂ ਕਰਾਂ। ਕਮ ਸੇ ਕਮ ਉਹ ਜਿਹੇ ਕੱਦ ਦੇ ਤਾਂ ਅਸੀਂ ਕਦੀ ਵੀ ਨਹੀਂ ਹੋ ਸਕਦੇ, ਅਸੀਂ ਤਾਂ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ ਹੋ ਸਕਦੇ, ਹੈ ਨਾ। ਪਰ ਯਾਦ ਤਾਂ ਰੱਖ ਸਕਦੇ ਹਾਂ ਨਾ, ਯਾਦ ਰੱਖਿਆ ਜਾ ਸਕਦਾ। ਹੁਣ ਕੱਲ੍ਹ ਹੀ ਇੱਕ ਮੌਤ ਹੋਈ ਆ ਨਾ, ਕਿੰਨੇ ਮੁੰਡੇ ਸੀ ਉੱਥੇ, ਕਿੰਨੇ ਲੋਕਾਂ ਦੇ ਅੰਦਰ ਇਹ ਜਜ਼ਬਾ ਸੀ ਵੀ ਯਾਰ ਬਹੁਤ ਮਤਲਬ ਬੇਵਕਤ ਇੱਕ ਬੰਦਾ ਤੁਰ ਗਿਆ, ਹੈ ਨਾ। ਅਤੇ ਕਿੰਨੇ ਨੌਜਵਾਨ ਸੀ, ਕਿੱਥੋਂ ਕਿੱਥੋਂ ਪਤਾ ਨਹੀਂ ਕਿੱਥੋਂ ਲੋਕ ਇਕੱਠੇ ਹੋ ਕੇ ਉੱਥੇ ਪਹੁੰਚ ਗਏ, ਹੈ ਨਾ। ਇਹ ਜਜ਼ਬਾ ਹਮੇਸ਼ਾ ਸਾਡੇ ਅੰਦਰ ਕਿਉਂ ਨਹੀਂ ਹੈਗਾ, ਮਤਲਬ ਉਹ ਕਿਸੇ ਦੇ ਮਰਨ 'ਤੇ ਹੀ ਸਾਨੂੰ ਕਿਉਂ ਦਿਸਦਾ। ਹਮੇਸ਼ਾ ਵੀ ਅਸੀਂ ਉਹਨਾਂ ਪਰਿਵਾਰਾਂ 'ਚੋਂ ਹੀ ਹਾਂ, ਹਮੇਸ਼ਾ ਵੀ ਅਸੀਂ ਉਸੇ ਪੰਜਾਬ ਨਾਲ ਮਤਲਬ ਸੰਬੰਧ ਰੱਖਦੇ ਹਾਂ, ਉੱਥੇ ਹੀ ਜਿਉਂਦੇ ਹੱਸਦੇ ਖੇਡਦੇ ਹਾਂ। ਹਮੇਸ਼ਾ ਗੱਲ ਸਿਰਫ ਇਸ ਚੀਜ਼ ਲਈ ਨਹੀਂ ਕਿ ਇੱਕ ਦਿਨ ਅਸੀਂ ਦੇਖਦੇ ਹਾਂ ਅਤੇ ਸਾਨੂੰ ਬਹੁਤ ਖੁਸ਼ ਹੋ ਜਾਣਾ ਚਾਹੀਦਾ, ਨਹੀਂ। ਅਫਸੋਸ ਸਾਨੂੰ ਸਗੋਂ ਜ਼ਿਆਦਾ ਹੋਣਾ ਚਾਹੀਦਾ ਵੀ ਹਮੇਸ਼ਾ ਸਾਡੀ ਜ਼ਿੰਦਗੀ ਦੇ ਵਰਤਾਰੇ 'ਚ ਇਹ ਚੀਜ਼ਾਂ ਸ਼ਾਮਿਲ ਨੇ। ਮੈਨੂੰ ਲੱਗਦਾ ਭੈਣੇ ਕੋਈ ਵੀ ਹਾਦਸਾ ਉਦੋਂ ਵੀ ਸਫਲ ਹੋ ਜਾਂਦਾ ਵੀ ਜਦੋਂ ਉਸ ਹਾਦਸੇ ਤੋਂ ਬਾਕੀ ਪਿੱਛੇ ਰਹਿੰਦੇ ਲੋਕ ਬਹੁਤ ਕੁਝ ਸਿੱਖ ਜਾਣ, ਹੈ ਨਾ। ਚਲੋ ਜੋ ਹੋਇਆ ਜਿਵੇਂ ਹੋਇਆ ਪਰਮਾਤਮਾ ਦੀ ਰਜ਼ਾ 'ਚ ਹੋਇਆ, ਪਰ ਕੀ ਉਸ ਹਾਦਸੇ ਤੋਂ ਅਸੀਂ ਕੁਝ ਸਿੱਖਿਆ, ਅਸੀਂ ਆਪਣੇ ਆਪ 'ਚ ਕੁਝ ਬਦਲਾਅ ਕੀਤੇ।
ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਬਲੌਗਿੰਗ ਨਾ ਕਰੋ ਜਾਂ ਬਲੌਗ ਤੁਸੀਂ ਦੇਖੋ ਨਾ ਜਾਂ ਕੁਝ, ਪਰ ਹਮੇਸ਼ਾ ਆਪਣੇ ਆਪ ਨੂੰ ਸਵਾਲ ਕਰੋ ਕਿ ਜੋ ਮੈਂ ਚੀਜ਼ ਦੇਖ ਰਿਹਾ, ਸੁਣ ਰਿਹਾ, ਪੜ੍ਹ ਰਿਹਾ, ਕੀ ਇਹ ਮੈਨੂੰ ਕੋਈ ਸਿੱਖਿਆ ਦੇ ਰਹੀ ਆ? ਕੀ ਇਹ ਮੇਰੇ ਜ਼ਿਹਨ ਨੂੰ ਤੰਦਰੁਸਤ ਕਰੂਗੀ? ਹਾਂ, ਵੀ ਇਹ ਕੀ ਇਹ ਮੇਰੇ ਕਿਰਦਾਰ ਦੇ ਵਿੱਚ ਕੁਝ ਪਲੱਸ ਕਰ ਰਹੀ ਹੈ, ਜਾਂ ਇਹ ਚੀਜ਼ ਮੈਨੂੰ ਕੁਝ ਇਦਾਂ ਦਾ ਸਿਖਾ ਰਹੀ ਹੈ ਵੀ ਜ਼ਿੰਦਗੀ ਦੇ ਵਿੱਚ ਮੈਂ ਵਧੀਆ ਵਿਚਰ ਸਕਾਂ, ਹੈ ਨਾ। ਚਲੋ ਠੀਕ ਆ, ਹਰ ਵਕਤ ਤੁਹਾਨੂੰ ਸਿੱਖਿਆ ਦੇ ਲਈ ਵੀ ਜਾਂ ਸਿੱਖਣ ਦੇ ਲਈ ਹੀ ਨਹੀਂ ਭੱਜਣਾ ਚਾਹੀਦਾ। ਜ਼ਿੰਦਗੀ 'ਚ ਮਨੋਰੰਜਨ ਵੀ ਬਹੁਤ ਜ਼ਰੂਰੀ ਹੈ, ਪਰ ਉਹਦੇ ਵੀ ਜਿਹੜੇ ਸਾਡੇ ਤਰੀਕੇ ਨੇ ਜਾਂ ਜਿਹੜੇ ਸਾਡੇ ਸੋਰਸ ਨੇ ਨਾ, ਬਹੁਤ ਨੀਚਲੇ ਮਤਲਬ ਹੇਠਲੇ ਪੱਧਰ ਦੇ ਨੇਗੇ। ਮਨੋਰੰਜਨ ਦੇ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਨੇਗੀਆਂ ਜਿਹੜੀਆਂ ਤੁਸੀਂ ਕਰ ਸਕਦੇ ਹੋ, ਪਰ ਮੈਨੂੰ ਲੱਗਦਾ ਕਿ ਹਮੇਸ਼ਾ ਸਵਾਲ ਕਰੋ, ਤੁਸੀਂ ਜਦੋਂ ਬੋਲ ਰਹੇ ਹੋ, ਕਿਸੇ ਨੂੰ ਮਿਲ ਰਹੇ ਹੋ, ਹੈ ਨਾ, ਜਾਂ ਕੁਝ ਦੇਖ ਰਹੇ ਹੋ, ਪੜ੍ਹ ਲਿਖ ਸੁਣ ਰਹੇ ਹੋ, ਹੈ ਨਾ, ਹਮੇਸ਼ਾ ਸਵਾਲ ਕਰੋ ਕਿ ਇਹ ਮੈਨੂੰ ਕੀ ਸੇਧ ਦੇ ਰਿਹਾ, ਹੈ ਨਾ। ਬਹੁਤ ਔਖਾ ਲੱਗਦਾ ਵਾ, ਆਪਾਂ ਵੀ ਆਪਣੀ ਜ਼ਿੰਦਗੀ 'ਚ ਇਸ ਚੀਜ਼ ਨੂੰ ਅਮਲੀ ਰੂਪ 'ਚ ਬਹੁਤ ਘੱਟ ਲੈ ਕੇ ਆਉਂਦੇ ਆ। ਆਪਾਂ ਨੂੰ ਵੀ ਲੱਗਦਾ ਵੀ ਸਾਰਾ ਕੁਝ ਹਲਕਾ ਫੁਲਕਾ ਜਿਹਾ ਹੀ ਹੋਵੇ, ਸਾਰਾ ਕੁਝ ਹਲਕਾ ਫੁਲਕਾ ਜਿਹਾ ਹੋਵੇ, ਕੋਈ ਬਹੁਤ ਭਾਰੀ ਗੱਲ ਨਾ ਹੋਵੇ, ਹੈ ਨਾ, ਜਿਹੜੀ ਅਸੀਂ ਪਛਾ ਨਾ ਸਕੀਏ ਨਾ। ਪਰ ਸੱਚੀ ਜੇ ਅਸੀਂ ਅੱਜ ਸਵਾਲ ਕਰਾਂਗੇ, ਇਹ ਸਵਾਲ ਅੱਜ ਆਪਣੇ ਆਪ ਨੂੰ ਕਰਾਂਗੇ, ਤਾਂ ਮੈਨੂੰ ਲੱਗਦਾ ਹੈ ਕਿ ਫਿਰ ਆਪਾਂ ਆਪਣਾ ਆਉਣ ਵਾਲਾ ਸਮਾਂ ਵਾ ਜਿਹੜਾ ਆਪਣੀ ਅਗਲੀ ਨਸਲ ਨੂੰ ਆ, ਮੈਨੂੰ ਲੱਗਦਾ ਤਾਂ ਕੁਛ ਨਾ ਕੁਛ ਉਹਨਾਂ ਦੇ ਲਈ ਜਿਉਂਦਾ ਜਾਂ ਬਾਕੀ ਛੱਡ ਕੇ ਜਾਵਾਂਗੇ। ਨਹੀਂ ਤਾਂ ਮੈਨੂੰ ਲੱਗਦਾ ਕਿ ਸਾਡੇ ਨਾਲ ਹੀ ਸਾਰੀਆਂ ਚੀਜ਼ਾਂ ਖਤਮ ਹੋ ਜਾਣਗੀਆਂ, ਕਿਉਂਕਿ ਅਸੀਂ ਅਗਲੀ ਪੀੜ੍ਹੀ ਨੂੰ ਪਾਸ ਆਨ ਹੀ ਨਹੀਂ ਕੀਤੀਆਂ। ਗੁਰਦੀਪ, ਇੱਕ ਗੱਲ ਆ, ਕਹਿੰਦੇ ਵੀ ਜਦੋਂ ਤੁਸੀਂ ਕਿਸੇ ਨੂੰ ਮਿਲਦੇ ਹੋ ਨਾ, ਤੁਸੀਂ ਥੋੜ੍ਹੇ ਵਕਤ ਲਈ ਮਿਲਦੇ ਹੋ, ਤੁਸੀਂ ਉੱਠ ਕੇ ਚਲੇ ਜਾਂਦੇ ਹੋ, ਪਰ ਤੁਹਾਨੂੰ ਲੱਗਦਾ ਵੀ ਤੁਸੀਂ ਮਤਲਬ ਉੱਠ ਕੇ ਚਲੇ ਗਏ ਤਾਂ ਸਭ ਕੁਝ ਚਲਾ ਗਿਆ, ਹੈ ਨਾ। ਨਹੀਂ, ਤੁਸੀਂ ਆਪਣਾ ਕਿਰਦਾਰ ਛੱਡ ਜਾਂਦੇ ਹੋ, ਹੈ ਨਾ। ਉਹ ਬੰਦੇ ਦੇ ਦਿਮਾਗ 'ਚ ਆਪਣਾ ਇੱਕ ਪਰਛਾਵਾਂ ਛੱਡ ਜਾਂਦੇ ਹੋ ਕਿ ਜੋ ਬੰਦਾ ਉੱਠ ਕੇ ਇੱਥੋਂ ਗਿਆ ਉਹ ਕਿਵੇਂ ਦਾ ਸੀ, ਹੈ ਨਾ। ਅਤੇ ਜਿਹੜਾ ਪਰਛਾਵਾਂ ਤੁਸੀਂ ਉੱਥੇ, ਜੋ ਕਿਰਦਾਰ ਤੁਸੀਂ ਛੱਡ ਕੇ ਆਉਂਦੇ ਹੋ ਨਾ, ਉਹਦੇ 'ਚੋਂ ਮਹਿਕ ਆਉਣੀ ਚਾਹੀਦੀ ਹੈ, ਬਦਬੂ ਨਹੀਂ ਆਉਣੀ ਚਾਹੀਦੀ ਕਦੇ ਵੀ। ਸਾਡੇ 'ਚੋਂ ਮੈਨੂੰ ਲੱਗਦਾ ਬਹੁਤੇ ਜ਼ਿਆਦਾ 'ਚੋਂ ਹੁਣ ਬਦਬੂ ਆਉਣ ਲੱਗ ਗਈ ਆ, ਹੈ ਨਾ। ਅਤੇ ਮਹਿਕ ਸੱਚੀ ਤੁਹਾਡੇ 'ਚ ਉਦੋਂ ਹੀ ਆਊਗੀ ਜ਼ਿੰਦਗੀ 'ਚ ਜਦੋਂ ਸੱਚੀ ਆਪਾਂ ਨੂੰ ਲੱਗਦਾ ਹੁੰਦਾ ਨਾ ਵੀ ਸਾਡੇ ਮਾਂ ਪਿਓ ਜਿੰਨੇ ਅਸੀਂ ਪਵਿੱਤਰ ਨਹੀਂ ਹੋ ਸਕਦੇ, ਸਾਡੇ ਮਾਂ ਪਿਓ ਜਿੰਨੀ ਚੰਗੀ ਸੋਚ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਨੇ ਨਾ ਇੰਨੀ ਦੁਨੀਆਦਾਰੀ ਨਾਲ ਆਪਣਾ ਵਾਹ ਨਹੀਂ ਸੀ ਪਾਇਆ। ਉਹਨਾਂ ਲਈ ਉਹੀ ਸੀਗਾ ਵੀ ਸਵੇਰੇ ਉੱਠ ਕੇ, ਜਿਵੇਂ ਆਪਾਂ ਕਹਿੰਦੇ ਹੁੰਦੇ ਸੀ, ਆਪਣੇ ਘਰਾਂ 'ਚ ਇੱਕ ਰੂਟੀਨ ਸ਼ੁਰੂ ਹੁੰਦੀ ਸੀ ਵੀ ਗੁਰਬਾਣੀ ਤੋਂ ਸ਼ੁਰੂ ਹੁੰਦੇ ਸੀ ਅਤੇ ਗੁਰਬਾਣੀ 'ਤੇ ਜਾ ਕੇ ਖ਼ਤਮ ਹੁੰਦੇ ਸੀ, ਹੈ ਨਾ। ਦਿਨ 'ਚ ਇੰਨਾ ਕੁਛ ਨਹੀਂ ਸੀ ਜ਼ਿੰਦਗੀ 'ਚ ਹੁੰਦਾ ਵੀ ਮੈਂ ਸਿਰਫ ਅੱਗੇ ਵਧਣਾ ਅਤੇ ਉਹਦੇ ਪਿੱਛੇ ਚਾਹੇ ਮੈਂ ਜ਼ਿੰਦਗੀ 'ਚ ਜਿੰਨਾ ਮਰਜ਼ੀ ਕੁਛ ਮਿੱਧ ਕੇ ਅੱਗੇ ਚਲਾ ਜਾਵਾਂ। ਹੁਣ ਅਸੀਂ ਅੱਗੇ ਤਾਂ ਬਹੁਤ ਜਾ ਰਹੇ ਹਾਂ, ਸਾਰਾ ਕੁਛ ਮਿੱਧ ਕੇ ਹੀ ਜਾ ਰਹੇ ਹਾਂ ਬਸ, ਹੈ ਨਾ। ਅਤੇ ਇਹਨਾਂ ਨੂੰ ਸੱਚੀ ਸਾਨੂੰ ਅਗਲਿਆਂ ਤੱਕ ਲੈ ਕੇ ਜਾਣਾ ਚਾਹੀਦਾ। ਅਸੀਂ ਵੀ ਬਦਕਿਸਮਤ ਆ ਕਿ ਅਸੀਂ ਵੀ ਨਹੀਂ ਸਿੱਖਿਆ ਉਹ ਚੀਜ਼ਾਂ, ਆਪਣੇ ਮਾਂ ਪਿਓ ਨੂੰ ਅਸੀਂ ਵੀ ਨਹੀਂ ਉਚੇਚ ਕੀਤਾ ਕਿ ਸਾਨੂੰ ਸਿਖਾਓ, ਸਾਡੇ 'ਚ ਵੱਧ ਤੋਂ ਵੱਧ ਉਹ ਅਮੀਰੀ ਆਵੇ, ਹੈ ਨਾ। ਅਤੇ ਗਾਂ ਵਾਲਿਆਂ ਨੂੰ ਤਾਂ ਅਸੀਂ ਉਹ ਅਮੀਰੀ ਕਿੱਥੋਂ ਬਖਸ਼ਣੀ ਆ। ਬਿਲਕੁਲ। ਸੋ ਅੱਜ ਦੀਆਂ ਗੱਲਾਂ ਬਾਤਾਂ ਬਸ ਇਹੀ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ, ਜਾਂ ਖੁਦ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀਗੀ ਕਿ ਸਾਨੂੰ ਜ਼ਰੂਰ ਆਪਣਾ ਮੂਲ ਪਛਾਣਨਾ ਚਾਹੀਦਾ। ਸਵਾਲ ਸੱਚੀ ਸਾਡੀ ਹੋਂਦ ਦਾ ਹੈ। ਮੈਨੂੰ, ਗੁਰਦੀਪ ਨੂੰ, ਭੈਣ ਰੁਪਿੰਦਰ ਸੰਧੂ ਹੋਰਾਂ ਨੂੰ ਇਜਾਜ਼ਤ ਦੇ ਦਿਓ। ਆਪਾਂ ਫਿਰ ਅਗਲੇ ਐਪੀਸੋਡ ਦੇ ਵਿੱਚ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।